ਸ਼ਬਦ ਸੱਚ ਹੈ ਭੀ ਸੱਚ। ਨਾਨਕ ਹੋਸੀ ਭੀ ਸੱਚ। ਹਮ ਅਵਗੁਣ ਭਰੇ ਏਕ ਗੁਣ ਨਾਹੀ। ਅੰਮ੍ਰਿਤ ਛਾਣ ਬਿਖੈ ਬਿਖ ਖਾਈ। ਮਾਇਆ ਮੋਹ ਭਰਮ ਪੈ ਭੂਲੇ। ਸੁਤ ਦਾਰਾ ਸਿਓ ਪ੍ਰੀਤ ਲਗਾਈ। ਇਕ ਉਤਮ ਪੰਥ ਸੁਣਿਓ ਗੁਰ ਸੰਗਤ। ਤਿਹ ਮਿਲੰਤ ਜਮ ਤਰਾਸ ਮਿਟਾਈ। ਇਕ ਅਰਦਾਸ ਪਾਠ ਕੀਰਤ ਕੀ। ਗੁਰੂ ਰਾਮਦਾਸ ਰਖਹੁ ਸਰਨਾਈ। ਜਬ ਲਉ ਨਹੀਂ ਭਾਗ ਲਿਲਾਰ ਉਦੈ। ਤਬ ਲਉ ਭ੍ਰਮ ਤੇ ਫਿਰ ਤੇ ਬਹੁ ਧਾਇਓ। ਕਲ ਘੋਰ ਸਮੁਦਰ ਮੈਂ ਬੂਡਤ ਥੇ। ਕਬਹੂ ਮਿਟ ਹੈ ਨਹੀਂ ਰੇ ਪਛਤਾਇਓ। ਤਤ ਵਿਚਾਰ ਯਹੈ ਮਥੁਰਾ। ਜਗ ਤਾਰਨ ਕਉ ਅਵਤਾਰ ਬਨਾਇਓ। ਜਪਿਓ ਜਿਨ ਅਰਜਨ ਦੇਵ ਗੁਰੂ। ਫਿਰ ਸੰਕਟ ਜੋ ਨ ਗਰਭ ਨ ਆਇਓ। ਬੇਸੁਮਾਰ ਅਥਾਹ ਅਗਨਤ ਅਤੁਲੈ। ਜਿਉ ਬੁਲਾਵਹੁ ਤਿਉ ਨਾਨਕ ਦਾਸ ਬੁਲੈ। ਬੇਸੁਮਾਰ ਅਥਾਹ ਅਗਨਤ ਅਤੁਲੈ। ਜਿਉ ਬੁਲਾਵਹੁ ਤਿਉ ਨਾਨਕ ਦਾਸ ਬੁਲੈ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸ਼ਲੋਕ। ਸਰਗੁਣ ਨਿਰਗੁਣ ਨਿਰੰਕਾਰ। ਸੁਨ ਸਮਾਧੀ ਆਪ। ਆਪਨ ਕੀਆ ਨਾਨਕਾ। ਆਪੇ ਹੀ ਫਿਰ ਜਾਪ। ਸਰਗੁਣ ਨਿਰਗੁਣ ਨਿਰੰਕਾਰ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਤਿਤ ਪਾਵਨ ਭਗਤ ਵਛਲ ਅੰਤਰਜਾਮੀ ਕਰੁਣਾ ਨਿਧਾਨ ਗੁਰੂ ਗਰੀਬ ਨਵਾਜ। ਕਲਯੁਗ ਕੇ ਤਾਰਨਹਾਰੀ ਸ਼ਬਦ ਗੁਰੂ ਸਾਹਿਬ ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ
ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੇ ਗੁਰੂ ਖਾਲਸਾ ਸਾਧ ਸੰਗਤ ਜੀਓ, ਸਤਿਗੁਰੂ ਜੀ ਦੀ ਮਹਾਨ ਬਖਸ਼ਿਸ਼ ਦਾ ਸਦਕਾ ਅੰਮ੍ਰਿਤ ਵੇਲੇ ਤੋਂ ਮਹਾਰਾਜ ਸਾਹਿਬ ਜੀ ਦੀ ਪਾਵਨ ਹਜ਼ੂਰੀ ਅੰਦਰ ਦੀਵਾਨ ਸਜੇ ਸਨ। ਸਜੇ ਹੋ ਦੀਵਾਨਾਂ ਅੰਦਰ ਆਪ ਸਰਬੱਤ ਸੰਗਤਾਂ ਹਾਜ਼ਰੀਆਂ ਭਰ ਕੇ ਲਾਹੇ ਪ੍ਰਾਪਤ ਕਰ ਰਹੇ ਹੋ। ਆਓ ਸਤ ਸੰਗਤ ਜੀ, ਹੋਰ ਵੀ ਕੋਈ ਸਮਾਂ ਪਿਆਰ ਸਤਿਕਾਰ ਸਹਿਤ ਸਤਿਗੁਰੂ ਜੀ ਦੇ ਚਰਨਾਂ ਵਿੱਚ ਬੈਠ ਕੇ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਲੜੀਵਾਰ ਗੁਰਬਾਣੀ ਦੀ ਕਥਾ ਨਾਲ ਜੁੜ ਕੇ ਲਾਹੇ ਪ੍ਰਾਪਤ ਕਰੀਏ। ਵਿਚਾਰ ਦੀ ਪ੍ਰਾਰੰਭਤਾ ਤੋਂ ਪਹਿਲਾਂ ਜ਼ਰੂਰੀ ਹੈ ਮਨ ਨੂੰ ਇਕਾਗਰ ਕਰਨਾ। ਸਰਬੱਤ ਸੰਗਤ ਅਸੀਸ ਬਖਸ਼ਿਸ਼ ਕਰੋ। ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਸੀਸ ਝੁਕਾ ਕੇ ਪਿਆਰ ਨਾਲ ਉਚਾਰਨ ਕਰੋ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸ਼ਲੋਕ ਸਰਗੁਣ ਨਿਰਗੁਣ ਨਿਰੰਕਾਰ। ਧੰਨ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਸੁਖਮਨੀ ਸਾਹਿਬ ਜੀ ਦੀ 21ਵੀਂ ਅਸ਼ਟਪਦੀ ਅੰਦਰ ਮਹਾਰਾਜ ਸੱਚੇ ਪਾਤਸ਼ਾਹ ਉਪਦੇਸ਼ ਬਖਸ਼ਿਸ਼ ਕਰ ਰਹੇ ਹੈ। ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਜੀ ਦਾ ਸਰੂਪ ਗੁਣਾਂ ਦੀ ਸਹਿਤ ਵੀ ਹੈ ਔਰ ਗੁਣਾਂ ਤੋਂ ਰਹਿਤ ਵੀ ਪਰਮਾਤਮਾ ਦਾ ਸਰੂਪ ਹੈ। ਨਿਰਗੁਣ ਸਰੂਪ ਅੰਦਰ ਪਰਮਾਤਮਾ ਦੇ ਕੋਈ ਗੁਣ ਨਹੀਂ ਕਥਨ ਕਰ ਸਕਦਾ, ਨਾ ਕੋਈ ਰੂਪ ਰੇਖ ਰੰਗ ਜਾਤ ਪਾਤ ਕੁਝ ਵੀ ਕਥਨ ਨਹੀਂ ਕੀਤਾ ਜਾ ਸਕਦਾ। ਤੇ ਗੁਣਾਂ ਦੇ ਸਹਿਤ ਮਾਇਆ ਸਭ ਲੋ ਪਰਮਾਤਮਾ ਸਾਰੀ ਪ੍ਰਕਿਰਤੀ ਦੇ ਵਿੱਚ ਵਰਤ ਰਿਹਾ ਹੈ। ਐਸਾ ਉਹ ਪਰਮ ਈਸ਼ਵਰ ਹੈ ਜਿਸ ਨੂੰ ਨਿਰਗੁਣ ਸਰੂਪ ਦੇ ਅੰਦਰ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਕੁਝ ਵੀ ਕਥਨ ਨਹੀਂ ਕੀਤਾ ਜਾ ਸਕਦਾ। ਰੂਪ ਨਾ ਰੇਖ ਨਾ ਰੰਗ ਕਿਛ ਤ੍ਰਿਹ ਗੁਣ ਤੇ ਪ੍ਰਭ ਭਿੰਨ। ਤਿੰਨਾਂ ਗੁਣਾਂ ਤੋਂ ਵੀ ਅਤੀਤ ਪਰਮਾਤਮਾ ਜੀ ਦਾ ਸਰੂਪ ਹੈ। ਔਰ ਹਜੂਰ ਨੇ ਫਰਮਾਨ ਕੀਤਾ ਹੈ, ਚੱਕਰ ਚਿਹਨ ਅਰ ਬਰਨ ਜਾਤ ਅਰ ਪਾਤ ਨਹਿਨ ਜਿਹ। ਰੂਪ ਰੰਗ ਅਰ ਰੇਖ ਭੇਖ ਕੋ ਕਹਿ ਨ ਸਕਤ ਕਿਹ। ਅਚਲ ਮੂਰਤ ਅਨਭਉ ਪ੍ਰਕਾਸ਼ ਅਮਿਤੋਜ ਕਹਿਜੈ। ਕੋਟ ਇੰਦਰ ਇੰਦਰਾਣ ਸਾਹੇ ਸਾਹਣ ਗਣਿਜੈ। ਤੇਰੇ ਪਵਨ ਮਹੀਪ ਸੁਰ ਨਰ ਅਸੁਰ ਨੇਤ ਨੇਤ ਬਨ ਤ੍ਰਿਣ ਕਹਿਤ। ਤੋੈ ਸਰਬ ਨਾਮ ਕਥੈ ਕਵਨ ਕਰਮ ਨਾਮ ਬਰਨਤ ਸੁਮਤ। ਵੇਦ ਸ਼ਾਸਤਰ ਸੰਸਾਰ ਭਰ ਦੇ ਤਮਾਮ ਸਾਰੀ ਸ੍ਰਿਸ਼ਟੀ ਦੇ ਜੀਵ ਪਰਮਾਤਮਾ ਨੂੰ ਬੇਅੰਤ ਕਥਨ ਕਰਦੇ ਹਨ। ਨਿਰਗੁਣ ਸਰੂਪ ਦੇ ਵਿੱਚ ਪਰਮਾਤਮਾ ਦੇ ਉਰਾਰ ਪਾਰ ਦਾ ਵੀ ਕਦੇ ਅੰਤ ਨਹੀਂ ਪਾਇਆ ਜਾ ਸਕਦਾ। ਮਨੁੱਖ ਭਾਵੇਂ ਬਹੁਤ ਯਤਨ ਕਰਦਾ ਹੈ, ਸੰਸਾਰ ਭਰ ਦੇ ਤਮਾਮ ਜੀਵਾਂ ਨੇ ਯਤਨ ਕੀਤਾ ਸੀ ਵਾਹਿਗੁਰੂ ਜੀ ਦੇ ਗੁਣਾਂ ਦਾ ਅੰਤ ਪਾਵਣੇ ਦਾ, ਪਰ ਜੋ ਹੈ ਹੀ ਬੇਅੰਤ ਹੈ ਉਹਦਾ ਅੰਤ ਕਿਵੇਂ ਕੋਈ ਪਾ ਸਕੇਗਾ। ਇਸ ਕਰਕੇ ਪਾਤਸ਼ਾਹ ਜੀ ਨੇ ਬਖਸ਼ਿਸ਼ ਕੀਤੀ ਹੈ, ਸਰਗੁਣ ਨਿਰਗੁਣ ਨਿਰੰਕਾਰ। ਉਹ ਪਰਮਾਤਮਾ ਆਪ ਹੀ ਮਾਇਆ ਸਬਲ ਸਹਿਤ ਹੈ, ਗੁਣਾਂ ਦੀ ਸਹਿਤ ਹੈ, ਜੋ ਸਰਗੁਣ ਸਰੂਪ ਧਾਰਨ ਕੀਤਾ ਹੈ। ਸਾਰੀ ਸ੍ਰਿਸ਼ਟੀ ਜਿੰਨੀ ਵੀ ਨਜ਼ਰ ਆ ਰਹੀ ਹੈ ਨਾ ਦ੍ਰਿਸ਼ਟਾਮਾਨ ਸੰਸਾਰ ਦੇ ਜੀਵ ਹਨ, ਉਹ ਸਾਰੇ ਪਰਮਾਤਮਾ ਦਾ ਹੀ ਰੂਪ ਹਨ। ਨਿਰਗੁਣ ਸਰੂਪ ਵੀ ਉਹ ਪਰਮਾਤਮਾ ਆਪ ਹੈ। ਮਹਾਰਾਜ ਕਹਿੰਦੇ ਨਿਰੰਕਾਰ, ਆਕਾਰ ਤੋਂ ਰਹਿਤ ਪਰਮਾਤਮਾ ਦੀ ਹਸਤੀ ਹੈ। ਆਕਾਰ ਤੋਂ ਰਹਿਤ ਪਰਮਾਤਮਾ ਜੀ ਦਾ ਸਰੂਪ ਹੈ। ਜਿਸ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਜੀ ਦੇ ਪ੍ਰਥਾਏ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਨੇ ਵਚਨ ਕਹੇ ਹੈ, ਨਿਰੰਕਾਰ ਨਿਰਵਿਕਾਰ ਨਿਰਲੰਭ ਆਦਿ ਅਨੀਲ ਅਨਾਦਿ ਅਸੰਭ। ਉਹ ਪਰਮਾਤਮਾ ਨਿਰਵਿਕਾਰ ਸਰੂਪ ਹੈ, ਨਿਰ ਆਸਰਾ ਹੈ, ਕਿਸੇ ਦਾ ਆਸਰਾ ਨਹੀਂ। ਸਾਰੀ ਸ੍ਰਿਸ਼ਟੀ ਨੂੰ ਪਰਮੇਸ਼ਰ ਦਾ ਆਸਰਾ ਹੈ।
ਪਰ ਪਰਮੇਸ਼ਰ ਨੂੰ ਕਿਸੇ ਜੀਵ ਦਾ, ਕਿਸੇ ਸ਼ਕਤੀ ਦਾ ਕੋਈ ਆਸਰਾ ਨਹੀਂ ਹੈ। ਉਹ ਆਪ ਹੀ ਆਸਰਾ ਰੂਪ ਹੋ ਕੇ ਸਭ ਜੀਵਾਂ ਦੇ ਅੰਦਰ ਵਰਤ ਰਿਹਾ ਹੈ। ਆਕਾਰਾਂ ਤੋਂ ਰਹਿਤ ਹੈ, ਨਿਰਵਿਕਾਰ ਹੈ, ਨਿਰ ਆਸਰਾ ਹੈ। ਐਸਾ ਮਹਾਰਾਜ ਕਹਿੰਦੇ ਹੋ ਪਰਮਾਤਮਾ ਦਾ ਸਰੂਪ ਹੈ, ਉਹਨੂੰ ਕੋਈ ਥੰਬ ਕਰਕੇ ਵੀ ਰੱਖਣ ਵਾਲਾ ਨਹੀਂ ਹੈ। ਸਾਰੀ ਸ੍ਰਿਸ਼ਟੀ ਨੂੰ ਪਰਮਾਤਮਾ ਨੇ ਹੁਕਮ ਰੂਪੀ ਥੰਬ ਦੇ ਵਿੱਚ ਥੰਬ ਕੇ ਰੱਖਿਆ ਹੈ। ਆਕਾਸ਼ ਨੂੰ ਬਿਨਾਂ ਥੰਮਾਂ ਤੋਂ ਪਰਮਾਤਮਾ ਨੇ ਟਿਕਾਇਆ। ਇਹ ਪਰਮੇਸ਼ਰ ਦੀ ਸ਼ਕਤੀ ਹੈ। ਬਿਨ ਥੰਮਾਂ ਗਗਨ ਰਹਾਇਆ। ਤੇ ਮਹਾਰਾਜ ਕਹਿੰਦੇ ਵਾਹਿਗੁਰੂ ਨੂੰ ਕੋਈ ਥੰਮ ਦੇਣ ਵਾਲਾ ਨਹੀਂ। ਆਪ ਹੀ ਪਰਮਾਤਮਾ ਥੰਮ ਸਰੂਪ ਹੈ, ਟਿਕਿਆ ਹੋਇਆ ਹੈ, ਉਹਨੂੰ ਕੋਈ ਟਿਕਾਉਣ ਵਾਲਾ ਨਹੀਂ ਹੈ। ਐਸਾ ਮਹਾਰਾਜ ਕਹਿੰਦੇ ਜੋ ਮਾਇਆ ਸਬਦ ਸਹਿਤ ਗੁਣਾਂ ਦੀ ਸਹਿਤ ਵੀ ਪਰਮਾਤਮਾ ਆਪ ਹੈ, ਤੇ ਨਿਰਗੁਣ ਸਰੂਪ ਵੀ ਪਰਮੇਸ਼ਰ ਜੀ ਦਾ ਆਪ ਹੈ। ਨਿਰੰਕਾਰ ਆਕਾਰਾਂ ਤੋਂ ਰਹਿਤ, ਜਿਵੇਂ ਸ੍ਰਿਸ਼ਟੀ ਦਾ ਆਕਾਰ ਹੈ, ਸ੍ਰਿਸ਼ਟੀ ਦੇ ਜੀਵਾਂ ਦਾ ਆਕਾਰ ਹੈ, 84 ਲੱਖ ਜੂਨਾਂ ਦੇ ਆਕਾਰ ਪਰਮਾਤਮਾ ਨੇ ਬਣਾਏ ਹਨ। ਇਵੇਂ ਪਰਮਾਤਮਾ ਦਾ ਨਿਰਗੁਣ ਸਰੂਪ ਦੇ ਵਿੱਚ ਕੋਈ ਆਕਾਰ ਨਹੀਂ ਹੈ। ਮਹਾਰਾਜ ਕਹਿੰਦੇ ਐਸਾ ਆਕਾਰ ਤੋਂ ਰਹਿਤ ਤੋਂ ਵਾਹਿਗੁਰੂ ਜੀ ਦਾ ਸਰੂਪ ਹੈ। ਸੁਨ ਸਮਾਧੀ ਆਪ। ਫਿਰ ਨਿਰਵਿਕਲਪ ਸੁਨ ਅਫੁਰ ਸਮਾਧੀ ਲਗਾਉਣ ਵਾਲਾ ਵੀ ਪਰਮੇਸ਼ਰ ਆਪ ਹੈ। ਨਿਰਗੁਣ ਸਰੂਪ ਦੇ ਅੰਦਰ ਪਰਮਾਤਮਾ ਨੇ ਆਪ ਹੀ, ਮਹਾਰਾਜ ਕਹਿੰਦੇ ਆਪਣੇ ਸਰੂਪ ਦੇ ਵਿੱਚ ਨਿਰਵਿਕਲਪ, ਜਿੱਥੇ ਕਿਸੇ ਪ੍ਰਕਾਰ ਦਾ ਕੋਈ ਫੁਰਨਾ ਨਾ ਹੋਵੇ, ਫੁਰਨਾ ਕਰਕੇ ਹੀ ਸਾਰੀ ਸ੍ਰਿਸ਼ਟੀ ਦਾ ਆਕਾਰ ਬਣਿਆ। ਅੱਖ ਪਸਾਰਨ ਤੋਂ ਥੋੜ੍ਹੇ ਜਿੰਨੇ ਸਮੇਂ ਵਿੱਚ ਸਾਰੀ ਸ੍ਰਿਸ਼ਟੀ ਨੂੰ ਪੈਦਾ ਕਰ ਦਿੱਤਾ, ਸਭ ਜੀਵਾਂ ਦੀ ਉਤਪਤੀ ਕੀਤੀ ਹੈ। ਮਹਾਰਾਜ ਸਤਿਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਆਖ ਰਹੇ ਹੈ, ਐਸਾ ਉਹ ਪਰਮਾਤਮਾ ਜੀ ਦਾ ਸਰੂਪ ਹੈ ਜੋ ਅਫੁਰ ਸਮਾਧੀ ਲਗਾਉਣ ਵਾਲਾ ਵੀ ਪਰਮੇਸ਼ਰ ਆਪ ਹੈ। ਨਿਰਵਿਕਲ ਸਮਾਧੀ ਵਿੱਚ ਲੀਨ ਹੋਣ ਵਾਲਾ ਵੀ ਪਰਮੇਸ਼ਰ ਆਪ ਹੈ। ਆਪਨ ਕੀਆ ਨਾਨਕਾ। ਪਰਮਾਤਮਾ ਨੇ ਆਪਣੇ ਸਰੂਪ ਤੋਂ ਆਪ ਹੀ ਸ੍ਰਿਸ਼ਟੀ ਦਾ ਆਕਾਰ ਬਣਾਇਆ ਹੈ। ਫਿਰ ਮਹਾਰਾਜ ਕਹਿੰਦੇ ਜਿੰਨੇ ਵੀ ਜੀਵ ਜੰਤੂ ਹੈ ਨਾ, ਹੋਰ ਕਿਸੇ ਤੋਂ ਨਹੀਂ ਪੈਦਾ ਹੋਏ। ਭਾਵੇਂ ਇਹ ਪ੍ਰਕਿਰਤੀ ਦੀ ਮਰਜ਼ਾਦਾ ਬਣਾਈ ਹੈ ਕਿ 5 ਤੱਤਾਂ ਤੋਂ ਸ੍ਰਿਸ਼ਟੀ ਨੂੰ ਬਣਾਇਆ ਹੈ, ਪਰ ਤੱਤ ਵੀ ਇਕੱਲਾ ਸਾਧ ਸੰਗਤ ਜੀ ਆਪਣੇ ਆਪ ਥੋੜ੍ਹਾ ਜੀਵਾਂ ਨੂੰ ਪੈਦਾ ਕਰ ਸਕਦੇ ਨੇ। ਤੱਤ ਵੀ ਆਪ ਥੋੜ੍ਹਾ ਸ੍ਰਿਸ਼ਟੀ ਦੀ ਉਤਪਤੀ ਕਰ ਸਕਦੇ ਆ। ਤੱਤ ਵੀ ਪਰਮਾਤਮਾ ਦੇ ਅਧੀਨ ਹਨ। ਉਹਨਾਂ ਤੱਤਾਂ ਵਿੱਚ ਵੀ ਪਰਮਾਤਮਾ ਦੀ ਸ਼ਕਤੀ ਹੈ। ਪਾਣੀ ਵਿੱਚ ਪਾਣੀ ਰੂਪ ਹੋ ਕੇ ਵਰਤਦਾ ਹੈ, ਅੱਗ ਵਿੱਚ ਅੱਗ ਰੂਪ ਹੋ ਕੇ ਵਰਤਦਾ ਹੈ, ਹਵਾ ਵਿੱਚ ਹਵਾ ਰੂਪ, ਧਰਤੀ ਵਿੱਚ ਧਰਤੀ ਤੇ ਆਕਾਸ਼ ਵਿੱਚ ਆਕਾਸ਼ ਰੂਪ ਹੋ ਕਰਕੇ ਪਰਮਾਤਮਾ ਵਰਤਦਾ ਹੈ। ਗਰੀਬ ਨਵਾਜ ਮਹਾਰਾਜ ਕਹਿੰਦੇ ਇਸ ਲਈ ਤੱਤ ਵੀ ਆਪਣੇ ਬਲ ਦੇ ਨਾਲ ਸ੍ਰਿਸ਼ਟੀ ਨੂੰ ਉਤਪੰਨ ਨਹੀਂ ਕਰ ਸਕਦੇ। ਤੱਤਾਂ ਵਿੱਚ ਵੀ ਪਰਮਾਤਮਾ ਦੀ ਸ਼ਕਤੀ ਹੈ। ਵਾਹਿਗੁਰੂ ਜੀ ਦਾ ਬਲ ਵਰਤ ਰਿਹਾ ਹੈ। ਭਾਵੇਂ ਸੂਖਸ਼ਮ ਤੱਤ ਹਨ, ਚਾਹੇ ਸਥੂਲ ਤੱਤ ਹਨ, ਤਿੰਨਾਂ ਸੂਖਸ਼ਮ ਤੇ ਸਥੂਲ ਤੱਤਾਂ ਦੇ ਨਾਲ ਪਰਮਾਤਮਾ ਨੇ ਸ੍ਰਿਸ਼ਟੀ ਨੂੰ ਬਣਾਇਆ ਹੈ। ਇਹ ਇੱਕ ਬਹਾਨਾ, ਇੱਕ ਵਿਧ ਬਣਾਈ ਹੈ ਪਰਮਾਤਮਾ ਨੇ ਸ੍ਰਿਸ਼ਟੀ ਦੀ। ਫਿਰ ਸਾਧ ਸੰਗਤ ਜੀ, ਜੀਵ ਦਾ ਜਨਮ ਹੁੰਦਾ ਹੈ ਮਾਤਾ ਪਿਤਾ ਦੇ ਸੰਭਾਰ ਦੁਆਰਾ। ਮਹਾਰਾਜ ਸਾਹਿਬ ਜੀ ਨੇ ਗੁਰਬਾਣੀ ਵੀ ਸਾਖ ਭਰੀ ਹੈ, ਰਕਤ ਬਿੰਦ ਕਰ ਨਿੰਮਿਆ ਅਗਨ ਉਦਰ ਮੰਝਾਰ। ਮਾਤਾ ਦੇ ਗਰਭ ਦੇ ਵਿੱਚ ਜੀਵ ਦੇ ਸਰੀਰ ਦਾ ਆਕਾਰ ਬਣਦਾ ਹੈ। ਇਹ ਇੱਕ ਵਿਧ ਬਣਾਈ ਹੈ, ਬਹਾਨਾ ਬਣਾਇਆ ਪਰਮਾਤਮਾ ਨੇ ਕਿ ਜੀਵ ਦਾ ਜਨਮ ਹੁੰਦਾ ਹੈ। ਅਸੀਂ ਅਗਿਆਤ ਹੋਣੇ ਕਰਕੇ ਸੰਸਾਰ ਦੇ ਜੀਵ, ਇਹੋ ਕਿਹਾ ਜਾਂਦਾ ਕਿ ਮਾਤਾ ਪਿਤਾ ਦੇ ਸੰਬੰਧ ਦੁਆਰਾ ਹੀ ਬੱਚੇ ਦਾ ਜਨਮ ਹੋ ਜਾਂਦਾ ਹੈ, ਸੰਤਾਨ ਪੈਦਾ ਹੋ ਜਾਂਦੀ ਹੈ। ਪਰ ਸਾਧ ਸੰਗਤ ਜੀ, ਸੰਸਾਰ ਦੇ ਵਿੱਚ ਉਹ ਵੀ ਤਾਂ ਜੀਵ ਹਨ ਜਿਨ੍ਹਾਂ ਦੇ ਘਰ ਦੇ ਵੀ ਸੰਤਾਨ ਪੈਦਾ ਹੁੰਦੀ ਹੀ ਨਹੀਂ ਹੈ। ਭਾਵੇਂ ਜੀਵਨ ਪਰਯੰਤ ਜਿੰਨਾ ਮਰਜ਼ੀ ਯਤਨ ਕਰਦੇ ਰਹਿਣ, ਉਹਨਾਂ ਦੇ ਘਰ ਸੰਤਾਨ ਪੈਦਾ ਹੀ ਨਹੀਂ ਹੁੰਦੀ, ਕਿਉਂਕਿ ਪਰਮਾਤਮਾ ਨੂੰ ਨਹੀਂ ਭਾਵਦਾ। ਜੇ ਇਕੱਲਾ ਮਾਤਾ ਪਿਤਾ ਦੇ ਸੰਬੰਧ ਦੁਆਰਾ ਹੀ ਜੀਵ ਦਾ ਜਨਮ ਹੋਣਾ ਹੋਵੇ ਤੇ ਮਹਾਰਾਜ ਕਹਿੰਦੇ ਫਿਰ ਪਰਮਾਤਮਾ ਦੀ ਸ਼ਕਤੀ ਭਲਾ ਕੀ ਹੋਈ। ਉਹ ਪਰਮਾਤਮਾ ਆਪ ਹੀ ਤੱਤਾਂ ਰੂਪ ਹੋ ਕਰਕੇ ਵਰਤਦਾ ਹੈ। ਆਪਨ ਕੀਆ ਨਾਨਕਾ, ਆਪ ਹੀ ਪਰਮਾਤਮਾ ਦੇ ਪੈਦਾ ਕੀਤੇ ਹੋਏ ਜੀਵ ਹਨ। ਸਾਰੇ ਜੀਵਾਂ ਨੂੰ ਉਤਪੰਨ ਵਾਹਿਗੁਰੂ ਨੇ ਆਪ ਕੀਤਾ ਹੈ। ਹਾਂ ਠੀਕ ਹੈ, ਸ੍ਰਿਸ਼ਟੀ ਦੀ ਮਰਜ਼ਾਦਾ ਇਹ ਵਿਧ ਬਣਾਈ ਹੈ ਪਰਮਾਤਮਾ ਨੇ, ਮਾਤਾ ਪਿਤਾ ਦੇ ਸੰਬੰਧ ਦੁਆਰਾ ਜੀਵ ਦਾ ਜਨਮ ਹੁੰਦਾ ਹੈ। ਪਰ ਇਹ ਕੋਈ ਦਾਅਵਾ ਨਹੀਂ ਕਰ ਸਕਦਾ
ਕਿ ਇਹ ਸੰਸਾਰ ਦੇ ਜੀਵ ਕੇਵਲ ਮਾਤਾ ਪਿਤਾ ਦੇ ਸੰਬੰਧ ਕਰਕੇ ਹੀ ਪੈਦਾ ਹੋ ਰਹੇ ਹਨ। ਜੇ ਪ੍ਰਮਾਤਮਾ ਆਪਣੀ ਅੰਸ਼ ਜੀਵ ਦੇ ਅੰਦਰ ਨਾ ਪਾਵੇ ਤੇ ਜਨਮ ਕਿੱਦਾਂ ਹੋਵੇ। ਕਿੰਨੀਆਂ ਸੰਸਾਰ ਦੇ ਅੰਦਰ ਉਹ ਸਾਧ ਸੰਗਤ ਜੀ, ਉਹ ਵਾਂਝ ਔਰਤਾਂ, ਉਹ ਬੀਬੀਆਂ ਹਨ ਜੋ ਆਪਣੇ ਆਪ ਨੂੰ ਮਾਂ ਅਖਵਾਉਣ ਦਾ ਸਾਧ ਸੰਗਤ ਜੀ ਬਾਰ-ਬਾਰ ਇੱਛਾ ਧਾਰਨ ਕਰਕੇ ਰੱਖਦੀਆਂ ਨੇ, ਆਸਾ ਲਾ ਕਰਕੇ ਬੈਠੀਆਂ ਹੋਈਆਂ ਹਨ। ਪ੍ਰਮਾਤਮਾ ਸਾਡੇ ਜੀਵਨ ਦੀ ਸਫਲਤਾ ਕਰੋ ਮਹਾਰਾਜ, ਐਵੇਂ ਬਾਂਝ ਨਾ ਕਿਤੇ ਸੰਸਾਰ ਤੋਂ ਮੈਂ ਚਲੀ ਜਾਵਾਂ। ਮੇਰੇ ਘਰ ਪੁੱਤਰ ਦੀ ਦਾਤ ਮਹਾਰਾਜ, ਮੇਰੇ ਘਰ ਸੰਤਾਨ ਦੀ ਦਾਤ ਬਖਸ਼ਿਸ਼ ਕਰੋ। ਕਿਉਂਕਿ ਔਰਤ ਦਾ ਜੀਵਨ ਸਾਧ ਸੰਗਤ ਜੀ, ਘਰ ਦੇ ਵਿੱਚ ਸੰਤਾਨ ਨਾ ਪੈਦਾ ਹੋਵੇ ਤੇ ਬਾਂਝ ਹੀ ਸੰਸਾਰ ਤੋਂ ਚਲਾ ਜਾਂਦਾ ਹੈ। ਔਰਤ ਦਾ ਜੀਵਨ ਤਾਂ ਹੀ ਸਫਲ ਮੰਨਿਆ ਜਾਂਦਾ ਹੈ, ਘਰ ਦੇ ਵਿੱਚ ਕੋਈ ਧੀ ਜਾਂ ਪੁੱਤਰ, ਕੋਈ ਸੰਤਾਨ ਪੈਦਾ ਹੋਵੇ। ਤੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਹਨ, ਇਹ ਪਰਮਾਤਮਾ ਦੀ ਅੰਸ਼ ਹੈ। ਭਾਵੇਂ ਅੱਜ ਸਾਧ ਸੰਗਤ ਜੀ ਸਾਇੰਸ ਨੇ, ਵਿਗਿਆਨੀਆਂ ਨੇ ਬਹੁਤ ਭਾਵੇਂ ਅੱਜ ਤਰੱਕੀ ਕਰ ਲਈ ਹੈ, ਪਰ ਦੇਖ ਲਓ ਪਰਮਾਤਮਾ ਦੀ ਜੇ ਮਿਹਰ ਹੋਵੇ ਤਾਂ ਹੀ ਜੀਵ ਦਾ ਜਨਮ ਹੁੰਦਾ ਹੈ। ਪਰਮਾਤਮਾ ਜੇ ਆਪਣੀ ਅੰਸ਼ ਪਾਵੇ ਤਾਂ। ਗਰੀਬ ਨਵਾਜ ਮਹਾਰਾਜ ਕਹਿੰਦੇ, ਆਪਣਾ ਕਿਸੇ ਦਾ ਜ਼ੋਰ ਨਹੀਂ, ਕੋਈ ਆਪਣਾ ਬਲ ਨਹੀਂ ਹੈ। ਅਕਾਲ ਪੁਰਖ ਵਾਹਿਗੁਰੂ ਜਿਸ ਜੀਵ ਤੇ ਕਿਰਪਾ ਕਰ ਦਿੰਦਾ ਉਹਦਾ ਜਨਮ ਹੁੰਦਾ ਹੈ। ਨਹੀਂ ਤੇ ਸਾਧ ਸੰਗਤ ਜੀ ਬਹੁਤਾ ਯਤਨ ਕਰਨ ਦੇ ਬਾਵਜੂਦ ਵੀ ਜੀਵ ਦਾ ਜਨਮ ਨਹੀਂ ਹੋ ਪਾਉਂਦਾ। ਇਸ ਕਰਕੇ ਪਾਤਸ਼ਾਹ ਜੀ ਨੇ ਫਰਮਾਨ ਕੀਤਾ, ਆਪਨ ਕੀਆ ਨਾਨਕਾ। ਧੰਨ ਸ਼੍ਰੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਆਖ ਰਹੇ ਹੈ, ਪਰਮਾਤਮਾ ਨੇ ਆਪਣੀ ਸ਼ਕਤੀ ਦੁਆਰਾ, ਆਪਣੇ ਅੰਸ਼ ਦੁਆਰਾ ਜੀਵਾਂ ਨੂੰ ਪੈਦਾ ਕੀਤਾ ਹੈ, ਸਾਰੀ ਸ੍ਰਿਸ਼ਟੀ ਨੂੰ ਉਤਪੰਨ ਕੀਤਾ ਹੈ। ਆਪੇ ਹੀ ਫਿਰ ਜਾਪ। ਤੇ ਪ੍ਰਮਾਤਮਾ ਨਿਰਗੁਣ ਸਰੂਪ ਦੇ ਵਿੱਚ ਆਪਣਾ ਜਾਪ ਆਪ ਹੀ ਕਰੀ ਜਾ ਰਿਹਾ ਹੈ, ਹੋਰ ਕੋਈ ਦੂਜਾ ਨਹੀਂ ਹੈ। ਅਸੀਂ ਦਾਅਵਾ ਕਰਦੇ ਹਾਂ ਅਗਿਆਤ ਹੋਣੇ ਕਰਕੇ ਜੀ ਮੈਂ ਰੱਬ ਦਾ ਜਾਪ ਕਰਦਾ, ਕੋਈ ਕਹਿੰਦਾ ਜੀ ਮੈਂ ਹੀ ਨਾ ਜਾਪ ਕਰਦਾ। ਪਰ ਮਹਾਰਾਜ ਕਹਿੰਦੇ ਉਹ ਸ੍ਰਿਸ਼ਟੀ ਦੇ ਜੀਵਾਂ ਰੂਪ ਹੋ ਕੇ ਪਰਮੇਸ਼ਰ ਆਪਣਾ ਜਾਪ ਆਪ ਕਰੀ ਜਾ ਰਿਹਾ ਹੈ। ਐਸਾ ਉਹ ਪਰਮਾਤਮਾ ਦਾ ਸਰੂਪ ਹੈ। ਅਸ਼ਟਪਦੀ ਜਬ ਆਕਾਰ ਇਹ ਕਛ ਨਾ ਦ੍ਰਿਸ਼ਟੇਤਾ। ਹਜੂਰ ਹੁਣ ਅਸ਼ਟਪਦੀ ਦੇ ਅੰਦਰ ਵਿਸਥਾਰ ਦੇ ਸਹਿਤ ਮਹਾਰਾਜ ਬਖਸ਼ਿਸ਼ ਕਰ ਰਹੇ ਹੈ ਕਿ ਨਿਰਗੁਣ ਸਰੂਪ ਦੇ ਅੰਦਰ ਕੋਈ ਵੀ ਨਾ ਤਾਂ ਕੋਈ ਪੁੰਨ ਕਰਮ, ਨਾ ਪਾਪ ਸੀ, ਨਾ ਬੰਧਨ ਸੀ, ਨਾ ਮੁਕਤੀ ਸੀ। ਇਸ ਪ੍ਰਕਾਰ ਵਿਸਥਾਰ ਦੇ ਸਹਿਤ ਕਥਨ ਕਰ ਰਹੇ ਹੈ ਕਿ ਜਦੋਂ ਨਿਰਗੁਣ ਸਰੂਪ ਜੀ ਉਹ ਕਦੋਂ ਕਿਹੋ ਜਿਹੇ ਹਾਲਾਤ ਸਨ, ਕੁਝ ਵੀ ਕਥਨ ਕੀਤਾ ਹੀ ਨਹੀਂ ਸੀ ਜਾ ਸਕਦਾ ਕਿ ਸੰਸਾਰ ਦੇ ਜੀਵ ਕੁਝ ਕਰਦੇ ਸਨ ਜਦੋਂ ਸ੍ਰਿਸ਼ਟੀ ਦਾ ਆਕਾਰ ਹੀ ਨਹੀਂ ਸੀ ਬਣਿਆ। ਨਿਰਗੁਣ ਸਰੂਪ ਦੇ ਵਿੱਚ ਪਰਮਾਤਮਾ ਆਪਣਾ ਜਾਪ ਆਪ ਹੀ ਕਰੀ ਜਾ ਰਿਹਾ ਸੀ। ਗਰੀਬ ਨਵਾਜ ਸਤਿਗੁਰੂ ਜੀ ਨੇ ਫਰਮਾਨ ਕੀਤਾ, ਜਬ ਆਕਾਰ ਇਹੋ ਕਛ ਨਾ ਦਿਸਟੇਤਾ। ਜਦੋਂ ਸ੍ਰਿਸ਼ਟੀ ਦਾ ਆਕਾਰ ਕੋਈ ਦਿਸਦਾ ਹੀ ਨਹੀਂ ਸੀ, ਕੁਝ ਕਥਨ ਕੀਤਾ ਹੀ ਨਹੀਂ ਸੀ ਜਾ ਸਕਦਾ। ਪਾਪ ਪੁੰਨ ਤਬ ਕਹਤੇ ਹੋਤਾ। हे ਮਹਾਰਾਜ, ਪਾਪ ਪੁੰਨ ਤਾਂ ਉਸ ਸਮੇਂ ਹੁੰਦੇ ਹੋਣਗੇ। ਤੇ ਸਤਿਗੁਰੂ ਜੀ ਕਹਿੰਦੇ ਜਦੋਂ ਕੋਈ ਆਕਾਰ ਹੀ ਨਹੀਂ ਸੀ ਦਿਸਦਾ, ਕਿਸੇ ਜੀਵ ਦਾ ਜਨਮ ਹੀ ਨਹੀਂ ਸੀ ਹੋਇਆ, ਨਿਰਗੁਣ ਸਰੂਪ ਸੀ ਪਰਮਾਤਮਾ, ਆਪਣੇ ਸਰੂਪ ਦੇ ਵਿੱਚ ਆਪ ਹੀ ਲੀਨ ਸੀ, ਆਪਣਾ ਜਾਪ ਆਪ ਹੀ ਕਰੀ ਜਾ ਰਿਹਾ ਸੀ। ਪਾਪ ਪੁੰਨ ਤਬ ਕਹਿਤੇ ਹੋਤਾ। ਫਿਰ ਪਾਪ ਅਤੇ ਪੁੰਨ, ਭਲਾ ਜਾਂ ਬੁਰਾ ਕਰਮ, ਚੰਗਾ ਜਾਂ ਮਾੜਾ ਕਰਮ ਕਿੱਥੋਂ ਹੋਣਾ ਸੀ, ਕਿਸ ਨੇ ਕਰਨਾ ਸੀ, ਜਾਂ ਕਿਸ ਬਾਬਤ ਕਿਹਾ ਜਾ ਸਕਦਾ ਸੀ ਕਿ ਇਸ ਜੀਵ ਨੇ ਇਹ ਪਾਪ ਕੀਤਾ, ਇਹਨੇ ਪੁੰਨ ਕਰਮ ਭਲੇ ਦਾ ਕੰਮ ਕੀਤਾ। ਜਦੋਂ ਕਿਸੇ ਜੀਵ ਦਾ ਆਕਾਰ ਹੀ ਨਹੀਂ ਸੀ ਬਣਿਆ ਤੇ ਮਹਾਰਾਜ ਕਹਿੰਦੇ ਪਾਪ ਤੇ ਪੁੰਨ ਉਦੋਂ ਕਿਵੇਂ ਕਥਨ ਕਰ ਸਕਦੇ ਸਨ, ਭਾਵ ਇਹਨਾਂ ਦੀ ਹੋਂਦ ਹੀ ਨਹੀਂ ਸੀ ਹੋਈ। ਜੀਵਾਂ ਦੇ ਮਿਸ਼ਰਣ ਕਰਕੇ ਸਾਧ ਸੰਗਤ ਜੀ ਜਦੋਂ ਆਕਾਰ ਬਣਿਆ, ਫਿਰ ਪਾਪ ਕਰਮ ਤੇ ਪੁੰਨ ਕਰਮ ਇਹਨਾਂ ਦੇ ਮਿਸ਼ਰਣ ਕਰਕੇ ਸ੍ਰਿਸ਼ਟੀ ਦਾ ਆਕਾਰ ਬਣਦਾ ਹੈ। ਕੋਈ ਸਵਰਗਾਂ ਦੀ ਇੱਛਾ ਕਰਦੇ ਹਨ ਪੁੰਨ ਕਰਮ ਕਰ ਕਰਕੇ ਜਗ ਆਦਿਕ, ਤੇ ਕੋਈ ਪਾਪ ਕਰਮ ਕਰ ਕਰਕੇ ਨਰਕਾਂ ਦੀ ਅੱਗ ਵਿੱਚ ਪੈ ਜਾਂਦੇ ਹੈ। ਮਹਾਰਾਜ ਹਜੂਰ ਨੇ ਫਰਮਾਨ ਕੀਤਾ, ਐਸੇ ਸੰਸਾਰ ਦੇ ਜੀਵ ਹੈ ਜਦੋਂ ਨਿਰਗੁਣ ਸਰੂਪ ਦੇ ਵਿੱਚ ਪਰਮਾਤਮਾ ਆਪਣਾ ਜਾਪ ਆਪ ਹੀ ਕਰੀ ਜਾ ਰਿਹਾ ਸੀ, ਉਸ ਸਮੇਂ ਨਾ ਤਾਂ ਪਾਪ ਨਾ ਪੁੰਨ ਕੁਝ ਵੀ ਕਥਨ ਨਹੀਂ ਕੀਤਾ ਜਾ ਸਕਦਾ। ਜਬ ਧਾਰੀ ਆਪਨ ਸੁਨ ਸਮਾਦ। हे ਮਹਾਰਾਜ, ਉਸ ਸਮੇਂ ਬੈਰ ਵਿਰੋਧਤਾ ਹੁੰਦਾ ਹੋਵੇਗਾ,
ਸਤਿਗੁਰੂ ਅਰਜਨ ਦੇਵ ਸਾਹਿਬ ਪਾਤਸ਼ਾਹ ਜੀ ਕਹਿੰਦੇ, ਐ ਗੁਰਸਿੱਖੋ, ਜਦੋਂ ਪ੍ਰਮਾਤਮਾ ਨੇ ਆਪ ਹੀ ਅਫੁਰ ਸਮਾਧੀ, ਨਿਰਵਿਕਲਪ ਸਮਾਧੀ ਧਾਰਨ ਕੀਤੀ ਹੋਈ ਸੀ, ਨਿਰਗੁਣ ਸਰੂਪ ਦੇ ਅੰਦਰ ਪ੍ਰਮਾਤਮਾ ਆਪ ਹੀ ਆਪਣੇ ਸਰੂਪ ਦੇ ਵਿੱਚ ਅਡੋਲ ਬੈਠਾ ਸੀ, ਜਿਸ ਵਿੱਚ ਕੋਈ ਸੰਕਲਪ ਵਿਕਲਪ ਕਿਸੇ ਪ੍ਰਕਾਰ ਦਾ ਕੋਈ ਜਿਸ ਸਮੇਂ ਫੁਰਨਾ ਨਹੀਂ ਸੀ। ਤਬ ਬੈਰ ਵਿਰੋਧ ਕਿਸ ਸੰਗ ਕਮਾਤ। ਤੇ ਮਹਾਰਾਜ ਕਹਿੰਦੇ ਉਦੋਂ ਕੋਈ ਬੈਰ ਤੇ ਵਿਰੋਧ ਕਿਸੇ ਨਾਲ ਭਲਾ ਕਿਵੇਂ ਕਮਾ ਸਕਦਾ ਸੀ, ਜੇ ਪ੍ਰਮਾਤਮਾ ਆਪ ਹੀ ਸਭ ਜੀਵਾਂ ਦੀ ਉਤਪਤੀ ਕਰਨ ਵਾਲਾ, ਆਪ ਹੀ ਜੀਵਾਂ ਰੂਪ ਹੋ ਕੇ ਵਰਤਣ ਵਾਲਾ, ਤੇ ਪ੍ਰਮਾਤਮਾ ਨੇ ਕਿਸ ਨਾਲ ਫਿਰ ਵੈਰ ਤੇ ਵਿਰੋਧ ਕਰਨਾ ਸੀ। ਉਹ ਨਿਰਵੈਰ ਸਰੂਪ ਹੈ ਪ੍ਰਮਾਤਮਾ ਜੀ ਦਾ। ਔਰ ਇਸੇ ਪ੍ਰਕਾਰ ਤਬ ਬੈਰ ਵਿਰੋਧ ਕਿਸ ਸੰਗ ਕਮਾਤ। ਮਹਾਰਾਜ ਕਹਿੰਦੇ ਉਸ ਸਮੇਂ ਕੋਈ ਪੁਰਾਣੀ ਦੁਸ਼ਮਣੀ, ਵੈਰ ਭਾਵਨਾ ਭਲਾ ਕਿਸੇ ਨਾਲ ਨਵ ਦੁਸ਼ਮਣੀ ਕਿਵੇਂ ਕੋਈ ਕਰ ਸਕਦਾ ਸੀ। ਫਿਰ ਵਿਰੋਧ ਕਿਸੇ ਦਾ ਪੁਰਾਣੀ ਦੁਸ਼ਮਣੀ ਭਲਾ ਕਿਵੇਂ ਮਹਾਰਾਜ ਕਹਿੰਦੇ ਕਿਸੇ ਨਾਲ ਕਮਾ ਸਕਦਾ ਸੀ। ਇਸ ਪ੍ਰਕਾਰ ਨਿਰਗੁਣ ਸਰੂਪ ਸੀ ਜਦੋਂ ਪਰਮਾਤਮਾ ਜੀ ਦਾ, ਸ੍ਰਿਸ਼ਟੀ ਦਾ ਆਕਾਰ ਨਹੀਂ ਸੀ ਬਣਾਇਆ। ਉਸ ਸਮੇਂ ਨਾ ਕਿਸੇ ਨਾਲ ਕੋਈ ਵੈਰ, ਨਾ ਕੋਈ ਵਿਰੋਧ, ਕਿਸੇ ਤਰ੍ਹਾਂ ਕੋਈ ਵੀ ਝਗੜਾ ਵੀ ਨਹੀਂ ਸੀ ਕਰਨ ਵਾਲਾ। ਜਬ ਇਸਕਾ ਵਰਨ ਚਿਹਨ ਨਾ ਜਾਪਤ। ਐ ਗੁਰਸਿੱਖੋ, ਜਦੋਂ ਪਰਮਾਤਮਾ ਦਾ ਨਾਂ ਕੋਈ ਵਰਨ ਕਥਨ ਕੀਤਾ ਜਾ ਸਕਦਾ ਸੀ ਨਿਰਗੁਣ ਸਰੂਪ ਦੇ ਅੰਦਰ, ਮਹਾਰਾਜ ਹਜੂਰ ਕਹਿੰਦੇ ਜਬ ਇਸਕਾ ਵਰਨ ਚਿਹਨ ਨਾ ਜਾਪਤ, ਨਾ ਕੋਈ ਚਿਹਨ ਕਥਨ ਕੀਤਾ ਜਾ ਸਕਦਾ। ਕੰਠੇ ਰੁਦਰਾਧ ਕਮਾਲਾ ਆਦਿਕ, ਨਾ ਬ੍ਰਾਹਮਣ ਖੱਤਰੀ ਸ਼ੂਦਰ ਵੈਸ, ਇਹ ਚਾਰ ਵਰਨਾਂ ਵਿੱਚੋਂ ਵੀ ਕੁਝ ਕਥਨ ਨਹੀਂ ਸੀ ਕੀਤਾ ਜਾ ਸਕਦਾ। ਇਸ ਪ੍ਰਕਾਰ ਮਹਾਰਾਜ ਕਹਿੰਦੇ ਜਦੋਂ ਪਰਮਾਤਮਾ ਨੇ ਆਪਣਾ ਹੀ ਜੋ ਨਿਰਗੁਣ ਸਰੂਪ ਧਾਰਨ ਕੀਤਾ ਹੋਇਆ ਸੀ, ਕਿਵੇਂ ਕੋਈ ਸੰਸਾਰ ਦੇ ਅੰਦਰ ਇਹਨਾਂ ਨੂੰ ਜਪ ਸਕਦਾ ਸੀ। ਤਬ ਹਰਖ ਸੋਗ ਕਾਹੋ ਕਿਸਹਿ ਵਿਆਪਤ। ਤਾਂ ਫਿਰ ਸੰਸਾਰ ਦੇ ਜੀਵਾਂ ਦੇ ਅੰਦਰ ਕਿਵੇਂ ਕਿਸੇ ਵਿੱਚ ਖੁਸ਼ੀ ਤੇ ਗਮੀ ਦਾ ਫੈਲਾਅ ਹੋਣਾ ਸੀ। ਤਬ ਹਰਖ ਸੋਗ ਕਹੋ ਕਿਸੇ ਵਿਆਪਤ, ਕਿਸ ਨੂੰ ਆ ਕਰਕੇ ਉਹਨਾਂ ਨੇ ਵਿਆਪਣਾ ਸੀ। ਜਿਵੇਂ ਧਨ ਪਦਾਰਥ ਮਿਲਣੇ ਤੇ ਖੁਸ਼ੀ ਹੁੰਦੀ ਹੈ, ਚਲੇ ਜਾਣ ਤੇ ਗਮੀ ਹੁੰਦੀ ਹੈ, ਜੀਵ ਚਿੰਤਾਤੁਰ ਹੋ ਜਾਂਦਾ ਹੈ, ਜੀਵ ਸੋਗ ਦੀ ਚਿੰਤਾ ਦੀ ਨਦੀ ਵਿੱਚ ਡੁੱਬ ਜਾਂਦਾ ਹੈ ਜਦੋਂ ਧਨ ਪਦਾਰਥ ਖੁੱਸ ਜਾਂਦੇ ਹਨ। ਪਰ ਜਦੋਂ ਆਕਾਰ ਹੀ ਨਹੀਂ ਸੀ ਸ੍ਰਿਸ਼ਟੀ ਦਾ ਬਣਿਆ, ਪਰਮਾਤਮਾ ਆਪ ਹੀ ਨਿਰਗੁਣ ਸਰੂਪ ਦੇ ਵਿੱਚ ਸੀ, ਤੇ ਮਹਾਰਾਜ ਕਹਿੰਦੇ ਫਿਰ ਸੋਗ ਜਾਂ ਹਰਖ, ਖੁਸ਼ੀ ਜਾਂ ਗਮੀ ਕਿਵੇਂ ਕਿਸੇ ਨੂੰ ਆ ਕਰਕੇ ਵਿਆਪ ਸਕਦੀ ਸੀ। ਭਾਵ ਨਹੀਂ ਸੀ ਵਿਆਪ ਸਕਦੀ। ਜਬ ਆਪਨ ਆਪ ਪਾਰ ਬ੍ਰਹਮ। ਜਦੋਂ ਆਪਣੇ ਸਰੂਪ ਦੇ ਵਿੱਚ ਆਪ ਹੀ ਪਰਮਾਤਮਾ ਜੋਤ ਰੂਪ ਹੋ ਕਰਕੇ ਵਰਤ ਰਿਹਾ ਸੀ, ਆਪ ਹੀ ਪਰਮਾਤਮਾ ਪਰਤਕ ਜੋਤ ਰੂਪ ਹੋ ਕਰਕੇ ਆਪਣੀ ਜੋਤ ਦੇ ਵਿੱਚ ਲੀਨ ਸੀਗਾ। ਜਬ ਆਪਣੀ ਮਹਾਰਾਜ ਕਹਿੰਦੇ ਜਦੋਂ ਪਰਮੇਸ਼ਰ ਆਪ ਹੀ ਆਪਣੀ ਜੋਤ ਦੇ ਵਿੱਚ ਵਰਤ ਰਿਹਾ ਸੀ, ਦੂਜਾ ਕਿਸੇ ਨੂੰ ਪੈਦਾ ਹੀ ਨਹੀਂ ਸੀ, ਪਰਮਾਤਮਾ ਨੇ ਕੀਤਾ। ਤਬ ਮੋਹ ਕਹਾ ਕਿਸ ਹੋਵਤ ਭਰਮ। ਸੰਸਾਰ ਦੇ ਅੰਦਰ ਫਿਰ ਕਿਸੇ ਦਾ ਮੋਹ ਕਰਨਾ ਸੀ, ਕਿਸੇ ਨੂੰ ਭਰਮ ਕੀ ਪੈਣੇ ਸਨ, ਕਿਸੇ ਦੇ ਮਨ ਵਿੱਚ ਪੈ ਕੀ ਆਉਣਾ ਸੀ। ਜੇ ਸਾਧ ਸੰਗਤ ਜੀ ਕਿਸੇ ਦਾ ਆਕਾਰ ਹੋਵੇ, ਕਿਸੇ ਦਾ ਜਨਮ ਹੋਇਆ ਹੋਵੇ, ਉਹਦੇ ਮਨ ਵਿੱਚ ਹੀ ਪੈ ਹੁੰਦਾ ਹੈ, ਉਹਦੇ ਮਰਦੇ ਹੀ ਭਰਮ ਰੂਪੀ ਪੜਦੇ ਪੈਂਦੇ ਹਨ, ਉਸੇ ਨੂੰ ਸਰੀਰਾਂ ਦਾ ਮੋਹ ਪੈਂਦਾ। ਪਰ ਜੇ ਕਿਸੇ ਦਾ ਆਕਾਰ ਹੀ ਨਹੀਂ ਬਣਿਆ, ਜਨਮ ਹੀ ਨਹੀਂ ਹੋਇਆ, ਤੇ ਮਹਾਰਾਜ ਸੱਚੇ ਪਾਤਸ਼ਾਹ ਆਖ ਰਹੇ ਹੈ, ਫਿਰ ਭਲਾ ਕਿਸ ਨੂੰ ਸੰਸਾਰ ਦੇ ਅੰਦਰ ਮੋਹ ਪੈਣਾ ਸੀਗਾ, ਕਿਸ ਨੂੰ ਮਹਾਰਾਜ ਕਹਿੰਦੇ ਮਰਦੇ ਡਰ ਜੋ ਭਰਮ ਪੈਣਾ ਸੀ, ਕਿਸੇ ਨੂੰ ਸਰੀਰਾਂ ਦਾ ਮੋਹ ਕੀ ਪੈਣਾ ਸੀਗਾ। ਆਪਨ ਖੇਲ ਆਪ ਵਰਤੀ ਜਾ। ਪਰਮਾਤਮਾ ਆਪਣੇ ਸੰਸਾਰ ਦੇ ਰਚਨ ਰੂਪ ਖੇਡ ਵਿੱਚ ਆਪ ਹੀ ਵਰਤ ਰਿਹਾ ਹੈ, ਆਪ ਹੀ ਪਰਮਾਤਮਾ ਸ੍ਰਿਸ਼ਟੀ ਦੇ ਅੰਦਰ ਵਰਤ ਰਿਹਾ ਹੈ। ਨਾਨਕ ਕਰਨਾ ਹਾਰ ਨਾ ਦੂਜਾ। ਹਜੂਰ ਕਹਿੰਦੇ ਉਹ ਪਰਮਾਤਮਾ ਤੋਂ ਬਿਨਾਂ ਕੋਈ ਦੂਜਾ ਨਹੀਂ ਜੋ ਸ੍ਰਿਸ਼ਟੀ ਦਾ ਕਰਨਹਾਰਾ ਹੈ, ਜੀਵਾਂ ਨੂੰ ਪੈਦਾ ਕਰਨ ਵਾਲਾ ਹੈ। ਉਸ ਪਰਮੇਸ਼ਰ ਤੋਂ ਬਿਨਾਂ ਕੋਈ ਦੂਸਰਾ ਨਹੀਂ ਸੀ, ਨਾ ਹੈ, ਨਾ ਹੋ ਸਕੇਗਾ। ਜਬ ਹੋਵਤ ਪ੍ਰਭ ਕੇਵਲ ਧਨੀ। ਹਜੂਰ ਦੂਸਰੀ ਪੌੜੀ ਅੰਦਰ ਫਰਮਾਵਨ ਕਰਦਾ ਹੈ ਕਿ ਜਦੋਂ ਕੇਵਲ ਇੱਕ ਪਰਮਾਤਮਾ ਹੀ ਧਨੀ ਸੀ, ਸਾਰੀ ਸ੍ਰਿਸ਼ਟੀ ਦਾ ਮਾਲਕ ਸੀ। ਐ ਗੁਰਸਿੱਖੋ, ਜਬ ਹੋਵਤ ਪ੍ਰਭ ਕੇਵਲ ਧਨੀ,
ਜਦੋਂ ਨਿਰਗੁਣ ਸਰੂਪ ਦੇ ਵਿੱਚ ਕੇਵਲ ਇੱਕ ਪਰਮਾਤਮਾ ਹੀ ਸੀ, ਸਾਰੀ ਸ੍ਰਿਸ਼ਟੀ ਦਾ ਮਾਲਕ ਸੀ। ਤਬ ਬੰਧ ਮੁਕਤ ਕਹੋ ਕਿਸ ਕਉ ਗਨੀ। ਮਹਾਰਾਜ ਕੋਈ ਬੰਧਨ ਜਾਂ ਕੋਈ ਮੁਕਤ ਸਰੂਪ ਤਾਂ ਹੋਵੇਗਾ? ਸਤਿਗੁਰੂ ਜੀ ਕਹਿੰਦੇ ਨਹੀਂ। ਜਦੋਂ ਨਿਰਗੁਣ ਸਰੂਪ ਕੇਵਲ ਪਰਮਾਤਮਾ ਆਪ ਹੀ ਸੀ ਤੇ ਉਸ ਸਮੇਂ ਭਲਾ ਕਿਸ ਨੂੰ ਬੰਧਨ ਵਿਆਪਣੇ ਸਨ ਜਾਂ ਕਿਸ ਨੇ ਮੁਕਤ ਹੋਣਾ ਸੀ? ਮਹਾਰਾਜ ਕਹਿੰਦੇ ਕੋਈ ਵੀ ਸੰਸਾਰ ਦੇ ਅੰਦਰ ਐਸਾ ਜੀਵ ਨਹੀਂ ਹੈ। ਤੇ ਗਨੀ ਸਾਧ ਸੰਗਤ ਜੀ, ਧਨੀ ਨੂੰ ਵੀ ਕਿਹਾ ਜਾਂਦਾ, ਧਨਾਟ ਨੂੰ। ਤੇ ਗਨੀ ਕਹਿੰਦੇ ਵਿਚਾਰ ਕਰਕੇ ਦੇਖ ਲਓ ਭਲਾ ਕੌਣ ਹੋ ਸਕਦਾ ਸੀ? ਜਦੋਂ ਨਿਰਗੁਣ ਸਰੂਪ ਪਰਮਾਤਮਾ ਆਪ ਹੀ ਸੀਗਾ, ਉਸ ਸਮੇਂ ਕਿਸ ਨੂੰ ਬੰਧਨ ਪੈਣੇ ਸਨ ਤੇ ਕਿਹੜਾ ਮੁਕਤ ਰੂਪ ਹੋਣ ਵਾਲਾ ਸੀ? ਜਬ ਏਕਹਿ ਹਰ ਆਗਮ ਅਪਾਰ। ਜਦੋਂ ਇੱਕ ਪਰਮਾਤਮਾ ਆਪ ਹੀ ਸੀਗਾ, ਨਿਰਗੁਣ ਸਰੂਪ ਦੇ ਵਿੱਚ ਗਮਤਾ ਤੋਂ ਰਹਿਤ ਸੀ ਔਰ ਆਰ ਪਾਰ ਤੋਂ ਪਰੇ ਰਹਿਣ ਵਾਲਾ ਪਰਮਾਤਮਾ ਸੀ। ਤਬ ਨਰਕ ਸੁਰਗ ਕਹੋ ਕੌਣ ਅਵਤਾਰ। ਦੱਸੋ ਕਾ ਭਲਾਓ ਸਮੇਂ ਕਿਸ ਨੂੰ ਸਵਰਗਾਂ ਦੀ ਪ੍ਰਾਪਤੀ ਜਾਂ ਕਿਹੜਾ ਨਰਕਾਂ ਦੀ ਅੱਗ ਦੇ ਵਿੱਚ ਉਤਰਦਾ ਸੀ, ਜਨਮ ਧਾਰਨ ਕਰਦਾ? ਕਿਉਂਕਿ ਪਰਮਾਤਮਾ ਆਪ ਹੀ ਸੀ। ਉਸ ਪਰਮੇਸ਼ਰ ਤੋਂ ਬਿਨਾਂ ਕੋਈ ਦੂਜਾ ਆਕਾਰ ਹੀ ਨਹੀਂ ਸੀ ਬਣਿਆ। ਤੇ ਫਿਰ ਕਿਸ ਨੇ ਪਾਪ ਕਰਮ ਕਰਕੇ ਤੇ ਨਰਕਾਂ ਵਿੱਚ ਜਾਣਾ, ਪੁੰਨ ਕਰਮ ਕਰਕੇ ਤੇ ਸਵਰਗਾਂ ਵਿੱਚ ਜਾਣਾ ਸੀ? ਭਾਵ ਕੋਈ ਵੀ ਸੰਸਾਰ ਦੇ ਅੰਦਰ ਨਰਕ ਔਰ ਸੁਰਗ ਨਹੀਂ ਸਨ। ਜਬ ਨਿਰਗੁਣ ਪ੍ਰਭ ਸਹਿਜ ਸੁਭਾਏ। ਹਜੂਰ ਕਹਿੰਦੇ ਜਦੋਂ ਪਰਮਾਤਮਾ ਨਿਰਗੁਣ ਸਰੂਪ ਦੇ ਵੀ ਸਹਿਜ ਅਡੋਲ ਸਹਿਜ ਸੁਭਾਅ ਹੀ ਪਰਮਾਤਮਾ ਲੀਨ ਸੀ। ਤਬ ਸਿਵ ਸਾਕਤ ਕਹੋ ਕਿਤ ਠਾਏ। ਤਾਂ ਫਿਰ ਦਸਣਾ ਕਰੋ ਭਲਾ ਉਸ ਸਮੇਂ ਸ਼ਿਵ ਈਸ਼ਰ ਤੇ ਸ਼ਕਤ ਮਾਇਆ ਇਹ ਭਲਾ ਕਿੱਥੇ ਸਨ? ਤਬ ਸ਼ਿਵ ਸ਼ਕਤ ਕਹੋ। ਮਹਾਰਾਜ ਕਹਿੰਦੇ ਕੋਈ ਕਥਨ ਕਰਕੇ ਦੱਸੇ ਭਲਾ ਕਿਸ ਥਾਂ ਤੇ ਰਹਿੰਦੇ ਸਨ ਈਸ਼ਰ ਅਤੇ ਇਹ ਮਾਇਆ? ਕਿਉਂਕਿ ਸਾਧ ਸੰਗਤ ਜੀ ਈਸ਼ਰ ਤੇ ਮਾਇਆ ਹੀ ਪਰਮਾਤਮਾ ਦੇ ਪੈਦਾ ਕੀਤੇ ਹੋਏ ਹੈ। ਬ੍ਰਹਮ ਸਰੂਪ ਤੋਂ ਇਹਨਾਂ ਦਾ ਸੰਸਾਰ ਦੇ ਅੰਦਰ ਸਾਧ ਸੰਗਤ ਜੀ ਪੈਦਾ ਹੋਣਾ ਹੋਇਆ। ਜਿੰਨੇ ਵੀ ਇਹ ਸੰਸਾਰ ਦੇ ਮਾਇਆ ਹਨ, ਰੰਗਾਂ ਰੰਗਾਂ ਦੀ ਇਹ ਸ਼ਕਤੀ ਹੈ। ਔਰ ਇਸੇ ਪ੍ਰਕਾਰ ਈਸ਼ਰ ਕਹਿੰਦੇ ਕਿ ਸ਼ਿਵ ਜੀ ਤੇ ਸ਼ਕਤੀ ਕਹੀਏ ਪਾਰਬਤੀ, ਇਹ ਦੇਵੀ ਸ਼ਕਤੀਆਂ ਵੀ ਮਹਾਰਾਜ ਕਹਿੰਦੇ ਕਿਸ ਥਾਂ ਤੇ ਰਹਿ ਰਹੀਆਂ ਸਨ? ਜਦੋਂ ਇੱਕ ਪਰਮਾਤਮਾ ਆਪ ਹੀ ਨਿਰਗੁਣ ਸਰੂਪ ਦੇ ਵਿੱਚ ਸੀਗਾ। ਜਬ ਆਪਹਿ ਆਪ ਆਪਣੀ ਜੋਤ ਧਰੈ। ਜਦੋਂ ਪਰਮਾਤਮਾ ਨੇ ਆਪਣੇ ਨਿਰਗੁਣ ਸਰੂਪ ਦੇ ਵਿੱਚ ਆਪਣੀ ਜੋਤ ਨੂੰ ਧਾਰਨ ਕੀਤਾ ਸੀ। ਤਬ ਕਵਨ ਨਿਡਰ ਕਵਨ ਕਤ ਡਰੈ। ਹਜੂਰ ਕਹਿੰਦੇ ਉਸ ਸਮੇਂ ਕਿਹੜਾ ਨਿਰਭੈ ਸੀ ਤੇ ਕਿਹੜਾ ਭੈ ਦੇ ਸਹਿਤ ਜੀਵ ਸੀਗਾ। ਤਬ ਕਵਨ ਨਿਡਰ ਡਰ ਤੋਂ ਬਿਨਾ ਤੇ ਕਵਨ ਕਤ ਡਰੈ। ਕਿਹੜਾ ਸੰਸਾਰ ਦੇ ਕਿਸੇ ਪਾਸੋਂ ਡਰਦਾ ਸੀਗਾ? ਕਿਸੇ ਪ੍ਰਕਾਰ ਵੀ ਨਹੀਂ। ਨਾ ਤਾਂ ਭੈ ਦੇ ਰਹਿਤ ਕੋਈ ਸੀ ਤੇ ਨਾ ਭੈ ਦੇ ਸਹਿਤ ਸੀ। ਆਕਾਰ ਹੀ ਨਹੀਂ ਸੀ ਕਿਸੇ ਦਾ ਬਣਿਆ, ਕੇਵਲ ਪਰਮਾਤਮਾ ਆਪ ਹੀ ਸੀ। ਤੇ ਫਿਰ ਮਹਾਰਾਜ ਕਹਿੰਦੇ ਡਰ ਤੋਂ ਰਹਿਤ ਤੇ ਡਰ ਦੇ ਸਹਿਤ ਭਲਾ ਕੌਣ ਹੋ ਸਕਦਾ ਸੀ? ਆਪਨ ਚਲਿਤ ਆਪ ਕਰਨੈ ਹਾਰ। ਇਹ ਪ੍ਰਮਾਤਮਾ ਆਪਣੇ ਕੌਤਕਾਂ ਨੂੰ ਆਪ ਹੀ ਕਰਨ ਹਾਰਾ ਹੈ। ਜਿੰਨੇ ਵੀ ਹੈਰਾਨੀਜਨਕ ਪ੍ਰਮਾਤਮਾ ਦੇ ਅਚੰਭੇ ਦੇ ਕੌਤਕ ਹਨ, ਅਚਰਜ ਵਾਹਿਗੁਰੂ ਜੀ ਦੀ ਲੀਲਾ ਹੈ। ਹਜੂਰ ਕਹਿੰਦੇ ਇਹ ਗੁਰਸਿੱਖੋ ਪਰਮੇਸ਼ਰ ਆਪ ਹੀ ਕਰ ਰਿਹਾ ਹੈ। ਨਾਨਕ ਠਾਕੁਰ ਆਗਮ ਅਪਾਰ। ਸ੍ਰੀ ਗੁਰੂ ਅਰਜਨ ਦੇਵ ਸਾਹਿਬ ਪਾਤਸ਼ਾਹ ਕਹਿੰਦੇ ਹਨ ਉਹ ਮਨ ਦੀ ਗਮਤਾ ਤੋਂ ਪਰੇ ਹੈ ਔਰ ਆਰ ਪਾਰ ਤੋਂ ਪਰੇ ਉਹ ਸਾਰੀ ਸ੍ਰਿਸ਼ਟੀ ਦਾ ਮਾਲਕ ਹੈ। ਇਸ ਕਰਕੇ ਪਰਮਾਤਮਾ ਦੇ ਕੌਤਕਾਂ ਨੂੰ ਕੋਈ ਜਾਣ ਨਹੀਂ ਸਕਦਾ। ਅਬਿਨਾਸੀ ਸੁਖ ਆਪਨ ਆਸਨ। ਨਾਸ ਤੋਂ ਰਹਿਤ ਤੋਂ ਪਰਮਾਤਮਾ ਜੀ ਦਾ ਸਰੂਪ ਹੈ ਜਿਸ ਨੂੰ ਕੋਈ ਨਾਸ਼ ਨਹੀਂ ਕਰ ਸਕਦਾ। ਕਿਸੇ ਮੰਤਰ ਦੁਆਰਾ, ਕਿਸੇ ਸ਼ਸਤਰ ਦੁਆਰਾ, ਕਿਸੇ ਹੋਰ ਦੇਵੀ ਸ਼ਕਤੀ ਦੁਆਰਾ ਜਿਸ ਨੂੰ ਨਾਸ਼ ਨਹੀਂ ਕੀਤਾ ਜਾ ਸਕਦਾ। ਐਸਾ ਮਹਾਰਾਜ ਕਹਿੰਦੇ ਉਹ ਆਪ ਹੀ ਆਪਣੇ ਸੁਖ ਸਰੂਪ ਦੇ ਵਿੱਚ ਆਸਣ ਲਾਈ ਬੈਠਾ ਸੀ। ਨਿਰਗੁਣ ਸਰੂਪ ਦੇ ਵਿੱਚ ਪਰਮਾਤਮਾ ਆਪ ਹੀ ਆਪਣੇ ਸੁਖ ਸਰੂਪ ਦੇ ਵਿੱਚ ਬੈਠਾ ਸੀ। ਤਹ ਜਨਮ ਮਰਨ ਕਹੋ ਕਹਾ ਬਿਨਾਸਨ। ਤੇ ਫਿਰ ਦੱਸੋ ਭਲਾ ਕਿਸ ਜੀਵ ਦਾ ਜਨਮ ਹੋਣਾ ਤੇ ਕਿਸ ਦੀ ਮੌਤ ਹੋਣੀ? ਕਿਸ ਨੇ ਸੰਸਾਰ ਦੇ ਅੰਦਰ ਨਾਸ਼ ਹੋਣਾ ਸੀ? ਭਾਵ ਜੇ ਪਰਮਾਤਮਾ ਆਪ ਹੀ ਸੀ
ਤੇ ਸੰਸਾਰ ਦਾ ਜੰਮਣ ਮਰਨਾ, ਜੀਵਾਂ ਦੀ ਵਿਨਾਸ਼ਤਾ ਕਿਵੇਂ ਹੋ ਸਕਦੀ ਸੀ? ਜਬ ਪੂਰਨ ਕਰਤਾ ਪ੍ਰਭ ਸੋਏ। ਜਦੋਂ ਕਰਤਾ ਕਰਨਹਾਰਾ ਪਰਮਾਤਮਾ ਆਪ ਹੀ ਪਰਿਪੂਰਵਕ ਸੀ, ਨਿਰਗੁਣ ਸਰੂਪ ਦੇ ਵਿੱਚ ਪਰਮਾਤਮਾ ਆਪ ਹੀ ਸੀ। ਜਦੋਂ ਸ੍ਰਿਸ਼ਟੀ ਦਾ ਆਕਾਰ ਹੀ ਨਹੀਂ ਸੀ ਬਣਾਵਣਾ ਕੀਤਾ, ਤਬ ਜਮ ਕੀ ਤਰਾਸ ਕਹੋ ਕਿਸ ਹੋਏ। ਹੇ ਗੁਰਸਿੱਖੋ, ਫਿਰ ਜਮਾਂ ਦਾ ਭੈ ਭਲਾ ਕਿਸ ਦੇ ਮਨ ਵਿੱਚ ਹੋਣਾ ਸੀ? ਜਮਾਂ ਦਾ ਤਰਾਸ, ਜਮਾਂ ਦਾ ਡਰ ਭਲਾ ਕਿਸ ਦੇ ਮਨ ਵਿੱਚ ਹੋਣਾ ਸੀ? ਜਿਵੇਂ ਹੁਣ ਡਰ ਬਣਿਆ ਰਹਿੰਦਾ ਨਾ ਕਿ ਜਮ ਬੜੀਆਂ ਭੈੜੀਆਂ ਸਜ਼ਾਵਾਂ ਦਿੰਦੇ ਐ, ਗਲ ਦੇ ਵਿੱਚ ਫਾਹਾ ਪਾ ਕੇ ਲੈ ਜਾਂਦੇ ਹਨ। ਸਤਿਗੁਰੂ ਜੀ ਕਹਿੰਦੇ ਨਿਰਗੁਣ ਸਰੂਪ ਦੇ ਵਿੱਚ ਉਸ ਸਮੇਂ ਜਮਾਂ ਦਾ ਭੈ ਭਲਾ ਕਿਸ ਦੇ ਮਨ ਵਿੱਚ ਹੋਣਾ ਸੀ? ਜਦੋਂ ਆਪ ਹੀ ਪਰਮਾਤਮਾ ਇਕੱਲਾ ਨਿਰਗੁਣ ਸਰੂਪ ਦੇ ਵਿੱਚ ਸੀ, ਕਿਸੇ ਦਾ ਆਕਾਰ ਵੀ ਨਹੀਂ ਸੀ ਬਣਿਆ, ਫਿਰ ਮਹਾਰਾਜ ਕਹਿੰਦੇ ਭਲਾ ਕਿਸ ਦੇ ਮਨ ਵਿੱਚ ਦਮਾਂ ਦਾ ਭੈ ਹੋ ਸਕਦਾ ਸੀ? ਜਬ ਅਬਗਤ ਅਗੋਚਰ ਪ੍ਰਭ ਏਕਾ। ਜਦੋਂ ਇੱਕ ਪਰਮਾਤਮਾ ਅਵਗਤ, ਜਿਸ ਪਰਮਾਤਮਾ ਦੀ ਮਰਜ਼ਾਦਾ ਨੂੰ ਮਹਾਰਾਜ ਕਹਿੰਦੇ ਮਿੱਤ ਨੂੰ ਬਲ ਦੇ ਨਾਲ ਜਾਣਿਆ ਨਹੀਂ ਜਾ ਸਕਦਾ, ਅਵਗਤ ਵਿਸ਼ੇਸ਼ ਕਰਕੇ ਮਿਲਣ ਵਾਲਾ ਉਹ ਪਰਮਾਤਮਾ ਹੈ। ਫਿਰ ਅਗੋਚਰ ਇੰਦਰੀਆਂ ਦਾ ਅਵਿਸ਼ਾ ਹੈ। ਐਸਾ ਜੋ ਇੱਕ ਪਰਮਾਤਮਾ ਹੈ, ਉਦੋਂ ਨਿਰਗੁਣ ਸਰੂਪ ਦੇ ਵਿੱਚ ਆਪ ਹੀ ਇੱਕ ਪਰਮੇਸ਼ਰ ਵਰਤ ਰਿਹਾ ਸੀ। ਤਬ ਚਿਤ੍ਰ ਗੁਪਤ ਕਿਸ ਪੂਛਤ ਲੇਖਾ। ਤੇ ਜਿਵੇਂ ਹੁਣ ਸਾਧ ਸੰਗਤ ਜੀ ਜੀਵ ਦੇ ਦੋਵਾਂ ਮੋਢਿਆਂ ਤੇ ਚਿੱਤਰ ਗੁਪਤ ਸਭ ਲਿਖਤੇ ਲੇਖਾ। ਮਹਾਰਾਜ ਕਹਿੰਦੇ ਜੀਵ ਦੀ ਵੀਡੀਓ ਰਿਕਾਰਡਿੰਗ ਕਰਦੇ ਰਹਿੰਦੇ ਐ, ਚੰਗੇ ਮੰਦੇ ਕਰਮਾਂ ਨੂੰ ਲਿਖਦੇ ਰਹਿੰਦੇ ਹਨ। ਜਿਹੋ ਜਿਹੇ ਇਹ ਮਨੁੱਖ ਜੀਵ ਆ, ਇਹ ਜਿਹੋ ਜਿਹੇ ਕਰਮ ਕਰਦਾ ਹੈ, ਭਲੇ ਹਨ ਚਾਹੇ ਬੁਰੇ ਹੈ, ਇਹ ਰਾਤ ਦਿਨ ਜੀਵ ਦੇ ਕਰਮਾਂ ਨੂੰ ਲਿਖਦੇ ਰਹਿੰਦੇ ਹਨ। ਫਿਰ ਧਰਮਰਾਜੇ ਕੋਲ ਜਾ ਕਰਕੇ ਪੇਸ਼ ਕਰਦੇ ਆ। ਉਹਨਾਂ ਫਿਰ ਕਰਮਾਂ ਦੇ ਅਨੁਸਾਰ ਜੀਵਾਂ ਨੂੰ ਦੰਡ ਦਿੰਦਾ ਹੈ, ਚੰਗੇ ਕਰਮਾਂ ਕਰਕੇ ਜੀਵਾਂ ਨੂੰ ਸੁਖ ਦਿੰਦਾ ਹੈ। ਇਸ ਪ੍ਰਕਾਰ ਧੰਨ ਗੁਰੂ ਅਰਜਨ ਦੇਵ ਸਾਹਿਬ ਪਾਤਸ਼ਾਹ ਜੀ ਨੇ ਫਰਮਾਨ ਕੀਤਾ, ਜਦੋਂ ਅਗੋਚਰ ਤੇ ਨਾਸ ਤੋਂ ਰਹਿਤ ਪਰਮਾਤਮਾ ਕੇਵਲ ਇੱਕੋ ਆਪ ਹੀ ਸੀ ਨਿਰਗੁਣ ਸਰੂਪ ਦੇ ਵਿੱਚ, ਤਬ ਚਿੱਤਰ ਗੁਪਤ ਕਿਸ ਪੂਛਤ ਲੇਖਾ। ਤੇ ਫਿਰ ਚਿੱਤਰ ਗੁਪਤ ਦੇ ਲਿਖੀ ਹੋਈ ਲਿਖਤਾਂ ਦੇ ਅਨੁਸਾਰ ਧਰਮਰਾਜੇ ਨੇ ਕਿਸ ਨੂੰ ਪੁੱਛਣਾ ਸੀ? ਭਾਵ ਉਦੋਂ ਇਹ ਚਿੱਤਰ ਗੁਪਤ ਇਹ ਦੇਵੀ ਸ਼ਕਤੀਆਂ ਵਿੱਚ ਨਹੀਂ ਸਨ। ਜਬ ਨਾਥ ਨਿਰੰਜਨ ਅਗੋਚਰ ਅਗਾਦੇ। ਮਹਾਰਾਜ ਉਸ ਸਮੇਂ ਕੋਈ ਨਾ ਕੋਈ ਬੰਧਨ ਤੇ ਜੀਵਾਂ ਨੂੰ ਪੈਂਦਾ ਹੋਵੇਗਾ, ਕੋਈ ਛੁੱਟ ਜਾਂਦੇ ਹੋਣਗੇ। ਸਤਿਗੁਰੂ ਅਰਜਨ ਦੇਵ ਸਾਹਿਬ ਪਾਤਸ਼ਾਹ ਹਜ਼ੂਰ ਕਹਿੰਦੇ ਐ ਗੁਰਸਿੱਖੋ, ਜਦੋਂ ਸੰਸਾਰ ਦੇ ਅੰਦਰ ਕੇਵਲ ਇੱਕ ਨਾਥ ਮਾਲਕ ਪਰਮਾਤਮਾ ਸੀ, ਔਰ ਇਸੇ ਤਰ੍ਹਾਂ ਨਿਰੰਜਨ ਨਿਰਅੰਜਨ ਮਾਇਆ ਦੀ ਸੁਰਮੇ ਮੈਲ ਤੋਂ ਰਹਿਤ ਕੇਵਲ ਪਰਮਾਤਮਾ ਸ਼ੁੱਧ ਸਰੂਪ ਹੀ ਸੀਗਾ, ਔਰ ਇੰਦਰੀਆਂ ਦਾ ਅਵਿਸ਼ਾ ਮਹਾਰਾਜ ਕਹਿੰਦੇ ਅਗਾਧੇ ਸਮੁੰਦਰ ਦੀ ਤਰ੍ਹਾਂ ਉਹਨੂੰ ਮਾਪਿਆ ਨਹੀਂ ਜਾ ਸਕਦਾ। ਐਸਾ ਡੂੰਘਾਈ ਵਾਲਾ ਉਹ ਪਰਮਾਤਮਾ ਦਾ ਸਰੂਪ ਸੀ। ਤਬ ਕੌਣ ਛੁੱਟੇ ਕੌਣ ਬੰਧਨ ਬਾਧੇ। ਉਸ ਸਮੇਂ ਭਲਾ ਦੱਸੋ ਕੌਣ ਬੰਧਨਾਂ ਤੋਂ ਛੁੱਟਣ ਵਾਲਾ ਅਤੇ ਕੌਣ ਬੰਧਨਾਂ ਵਿੱਚ ਬੱਝਣ ਵਾਲਾ ਸੀ? ਕੋਈ ਬੰਧਨ ਵੀ ਨਹੀਂ ਸੀ, ਪਰਮਾਤਮਾ ਨੇ ਪੈਦਾ ਕੀਤਾ। ਬੰਧਨ ਔਗਣਾ ਕਰਕੇ ਹੀ ਹੈ, ਵਿਕਾਰਾਂ ਕਰਕੇ ਹੀ ਹੈ, ਤੇ ਵਿਕਾਰ ਜੀਵਾਂ ਨੂੰ ਆ ਕੇ ਚੰਬੜਦੇ ਆ। ਜੀਵਾਂ ਦਾ ਆਕਾਰ ਹੀ ਨਹੀਂ ਸੀ ਬਣਿਆ, ਤੇ ਕਿਸ ਨੂੰ ਆ ਕਰਕੇ ਬੰਧਨ ਲੱਗਣੇ ਸਨ, ਤੇ ਕਿਸ ਜੀਵ ਨੇ ਆਜ਼ਾਦ ਹੋਣਾ ਸੀ? ਆਪਨ ਆਪ ਹੀ ਅਚਰਜਾ। ਸਤਿਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਫਰਮਾਉਂਦੇ ਆ, ਉਹ ਪਰਮਾਤਮਾ ਆਪ ਹੀ ਆਪਣੀ ਨਿਰਗੁਣ ਸਰੂਪ ਦੇ ਵਿੱਚ ਮਹਾਰਾਜ ਕਹਿੰਦੇ ਅਚਰਜ ਰੂਪ ਹੋ ਕਰਕੇ ਵਰਤ ਰਿਹਾ ਸੀ। ਹੈਰਾਨੀਜਨਕ ਅਚੰਭੇ ਦਾ ਐਸਾ ਅਚਰਜ ਪਰਮਾਤਮਾ ਦਾ ਸਰੂਪ ਸੀ। ਨਾਨਕ ਆਪਨ ਰੂਪ ਆਪ ਹੀ ਉਪਰਜਾ। ਧੰਨ ਗੁਰੂ ਅਰਜਨ ਦੇਵ ਸਾਹਿਬ ਪਾਤਸ਼ਾਹ ਕਹਿੰਦੇ ਨਾਨਕ ਆਪਨ ਰੂਪ ਆਪ ਹੀ ਉਪਰਜਾ। ਊੜੇ ਨੂੰ ਡੈਸ਼ ਨਾਲ ਬੋਲਣਾ, ਉਪਰਜਾ ਉਚਾਰਨ ਕਰਨਾ ਹੈ। ਹਜ਼ੂਰ ਕਹਿੰਦੇ ਹਨ ਪਰਮੇਸ਼ਰ ਆਪ ਹੀ ਆਪਣੇ ਸਰੂਪ ਦੇ ਵਿੱਚ ਵਰਤ ਰਿਹਾ ਸੀ। ਨਾਨਕ ਆਪਨ ਰੂਪ ਆਪ ਹੀ ਉਪਰਜਾ। ਐਸਾ ਉਹ ਪਰਮਾਤਮਾ ਦਾ ਸਰੂਪ ਹੈ ਕਿ ਆਪਣੇ ਸਰੂਪ ਦੇ ਵਿੱਚ ਹੀ ਉਹ ਪਰਮਾਤਮਾ ਨਿਰਗੁਣ ਜੋਤ ਰੂਪ ਹੋ ਕਰਕੇ ਵਰਤ ਰਿਹਾ ਸੀ। ਆਪ ਹੀ ਸਵੈੰ ਸੁਤੇ ਪ੍ਰਕਾਸ਼ ਸਰੂਪ ਪਰਮਾਤਮਾ ਫਿਰ ਆਪਣੇ ਸਰੂਪ ਤੋਂ ਆਪ ਹੀ ਉਪਰਜਾ ਸ੍ਰਿਸ਼ਟੀ ਨੂੰ ਉਤਪੰਨ ਕਰਨ ਵਾਲਾ ਹੈ।
ਆਪ ਹੀ ਪ੍ਰਮਾਤਮਾ ਸ੍ਰਿਸ਼ਟੀ ਦਾ ਆਕਾਰ ਬਣਾਉਣ ਵਾਲਾ ਐਸਾ ਅਚੰਭੇ ਦਾ ਵਾਹਿਗੁਰੂ ਜੀ ਦਾ ਸਰੂਪ ਹੈ। ਜਹ ਨਿਰਮਲ ਪੁਰਖ ਪੁਰਖ ਪਤ ਹੋਤਾ। ਹਜੂਰ ਕਹਿੰਦੇ ਹਨ ਸੰਸਾਰ ਦੇ ਅੰਦਰ ਐਸਾ ਉਹ ਪ੍ਰਮਾਤਮਾ ਜੀ ਦਾ ਨਿਰਗੁਣ ਸਰੂਪ ਹੈ ਜੋ ਉਜਲ ਤੋਂ ਉਜਲ ਪ੍ਰਮਾਤਮਾ ਪੁਰਖ ਹੈ। ਸਾਰੀ ਸ੍ਰਿਸ਼ਟੀ ਨੂੰ ਜਗਤ ਰੂਪ ਬਾਲਕ ਨੂੰ ਪੈਦਾ ਕਰਨ ਵਾਲਾ ਹੈ। ਜਹ ਨਿਰਮਲ ਪੁਰਖ ਪੁਰਖ ਪਤ ਹੋਤਾ, ਜਦੋਂ ਕੇਵਲ ਉਹ ਪ੍ਰਮਾਤਮਾ ਸਾਰੀ ਸ੍ਰਿਸ਼ਟੀ ਦਾ ਮਾਲਕ ਸੀ, ਉਜਲ ਸਰੂਪ ਸੀ, ਉਹ ਪ੍ਰਮਾਤਮਾ ਵਿੱਚ ਰਾਈ ਮਾਤਰ ਵੀ ਅਵਿਦਿਆ ਦੀ ਮੈਲ ਨਹੀਂ ਸੀ। ਤਹ ਬਿਨ ਮੈਲ ਕਹੋ ਕਿਆ ਧੋਤਾ। ਉਸ ਸਮੇਂ ਅਵਿਦਿਆ ਦੀ ਮੈਲ ਦੇ ਸਹਿਤ ਜਾਂ ਪਾਪ ਕਰਮਾਂ ਦੀ, ਹਉਮੈ ਦੀ, ਔਗਣਾਂ ਦੀ ਮੈਲ ਦੇ ਸਹਿਤ ਕੌਣ ਸੀ ਤੇ ਮੈਲ ਤੋਂ ਬਿਨਾਂ ਉਜਲ ਕੌਣ ਸੀਗਾ? ਭਾਵ ਕੋਈ ਆਕਾਰ ਹੀ ਨਹੀਂ ਸੀ ਬਣਿਆ। ਪਾਪ ਕਰਮਾਂ ਦੀ ਮੈਲ ਤਾਂ ਲੱਗਦੀ ਜੇ ਜੀਵ ਦਾ ਜਨਮ ਹੁੰਦਾ। ਮਹਾਰਾਜ ਕਹਿੰਦੇ ਜਨਮ ਹੀ ਨਾ ਹੋਵੇ ਤੇ ਉਹ ਕਿਵੇਂ ਪਾਪ ਕਰਮ ਕਰ ਸਕਦਾ ਹੈ? ਜੀਵ ਦਾ ਆਕਾਰ ਬਣਦਾ ਹੈ, ਚੰਗੇ ਮੰਦੇ ਸੰਕਲਪ ਵਿਕਲਪ ਮਨ ਵਿੱਚ ਆਉਂਦੇ ਆ, ਫਿਰ ਹੱਥਾਂ ਪੈਰਾਂ ਦੇ ਨਾਲ ਇਹ ਜੀਵ ਚੱਲ ਕਰਕੇ ਜਾਂਦਾ ਹੈ, ਜ਼ੁਬਾਨ ਤੋਂ ਬੋਲਦਾ, ਕੰਨਾਂ ਦੇ ਨਾਲ ਸੁਣਦਾ, ਇਹ ਇੰਦਰੀਆਂ ਦੇ ਰਾਹੀਂ ਫਿਰ ਕਰਮਾਂ ਰੂਪੀ ਬੀਜ ਬੀਜਦਾ, ਉਹਨਾਂ ਦਾ ਫਿਰ ਫਲ ਮਿਲਦਾ, ਚੰਗਾ ਚਾਹੇ ਮੰਦਾ ਹੁੰਦਾ। ਪਰ ਮਹਾਰਾਜ ਕਹਿੰਦੇ ਨਿਰਗੁਣ ਸਰੂਪ ਦੇ ਵਿੱਚ ਉਹ ਪਰਮਾਤਮਾ ਆਪ ਹੀ ਉਜਲ ਸਰੂਪ ਸੀ। ਤਹ ਬਿਨ ਮੈਲ ਕਹੋ ਕਿਆ ਧੋਤਾ। ਤਾਂ ਫਿਰ ਸੰਸਾਰ ਦੇ ਅੰਦਰ ਦੱਸੋ ਕਾ ਭਲਾ ਕਿਹੜਾ ਮੈਲ ਦੇ ਸਹਿਤ ਸੀ ਤੇ ਕਿਹੜਾ ਮੈਲ ਨੂੰ ਧੋਣ ਵਾਲਾ ਸੀ? ਭਾਵ ਉਹ ਅਕਾਲ ਪੁਰਖ ਪਰਮੇਸ਼ਰ ਤੋਂ ਬਿਨਾਂ ਕੋਈ ਦੂਜਾ ਨਹੀਂ ਸੀ। ਜਹ ਨਿਰੰਜਨ ਨਿਰੰਕਾਰ ਨਿਰਵਾਨ। ਜਦੋਂ ਉਹ ਪਰਮਾਤਮਾ ਆਪ ਹੀ ਮਾਇਆ ਦੀ ਮੈਲ ਤੋਂ ਸਹਿਤ, ਫਿਰ ਨਿਰੰਕਾਰ, ਮਹਾਰਾਜ ਕਹਿੰਦੇ ਆਕਾਰ ਤੋਂ ਰਹਿਤ ਸੀ ਨਿਰਗੁਣ ਸਰੂਪ ਦੇ ਵਿੱਚ, ਫਿਰ ਬੰਧਨਾਂ ਤੋਂ ਰਹਿਤ ਉਹ ਪਰਮਾਤਮਾ ਦਾ ਸਰੂਪ ਸੀ। ਨਿਰਵਾਨ, ਬਾਨ ਕਹਿੰਦੇ ਬੰਧਨਾਂ ਨੂੰ, ਉਹ ਬੰਧਨਾਂ ਤੋਂ ਰਹਿਤ ਪਰਮਾਤਮਾ ਦਾ ਸਰੂਪ ਸੀ। ਤਹ ਕੌਣ ਕਉ ਮਾਨ ਕੌਣ ਅਭਿਮਾਨ। ਉਸ ਸਮੇਂ ਕਿਸ ਜੀਵ ਦੇ ਮਨ ਵਿੱਚ ਮਾਣ ਹੋਣਾ ਸੀ ਤੇ ਕਿਸ ਦੇ ਮਨ ਦੇ ਵਿੱਚ ਅਭਿਮਾਨ, ਹੰਕਾਰ ਹੋਣਾ ਸੀ? ਕਿਸ ਨੇ ਮਾਣ ਕਰਨਾ ਸੀ ਆਪਣੇ ਤੇ ਕਿ ਮੈਂ ਬੜਾ ਗੁਣੀ ਹਾਂ, ਬੜਾ ਗਿਆਨੀ ਹਾਂ, ਬੜਾ ਮੈਂ ਸ਼ੁਭ ਗੁਣਾ ਵਾਲਾ ਹਾਂ, ਬੜਾ ਬਲ ਵਾਲਾ ਹਾਂ, ਤੇ ਕਿਸ ਨੇ ਅਭਿਮਾਨ ਕਰਨਾ ਸੀ ਪਦਾਰਥਾਂ ਦਾ ਕਿ ਮੇਰੇ ਕੋਲ ਬਹੁਤੇ ਧਨ ਪਦਾਰਥ ਹਨ, ਬਹੁਤੀਆਂ ਜ਼ਮੀਨਾਂ ਜਾਇਦਾਦਾਂ ਹਨ, ਚੰਗਾ ਘਰ-ਬਾਰ ਬਣਿਆ ਹੋਇਆ ਹੈ, ਕਿਉਂਕਿ ਉਸ ਸਮੇਂ ਕੋਈ ਆਕਾਰ ਹੀ ਨਹੀਂ ਸੀ ਬਣਿਆ। ਜਹ ਸਰੂਪ ਕੇਵਲ ਜਗਦੀਸ਼। ਸਤਿਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਆਖ ਰਹੇ ਹੈ, ਜਦੋਂ ਕੇਵਲ ਇੱਕ ਪਰਮਾਤਮਾ ਦਾ ਹੀ ਸ਼ੁੱਧ ਸਰੂਪ ਸੀ, ਕੇਵਲ ਨਿਰੋਲ ਨਿਰਮਲ ਉਜਲ ਸਰੂਪ ਸੀ, ਜਗਤ ਦੇ ਈਸ਼ਵਰ ਮਾਲਕ ਦਾ ਕੇਵਲ ਇੱਕ ਸ਼ੁੱਧ ਸਰੂਪ ਸੀ। ਤਹ ਛਲ ਛਿਦਰ ਲਗਤ ਕਹੋ ਕੀਸ। ਤਾਂ ਉਸ ਸਮੇਂ ਦੱਸੋ ਕਾ ਸੰਸਾਰ ਦੇ ਜੀਵਾਂ ਨੂੰ ਕਿਸ ਨੇ ਛਲ ਧਾਰਨ ਕਰਨੇ ਸੀ, ਛਿਦਰ ਕਿਸ ਨੂੰ ਦੋਸ਼ ਲੱਗਣੇ ਸਨ? ਜਹ ਜੋਤ ਸਰੂਪੀ ਜੋਤ ਸੰਗ ਸਮਾਵੈ। ਮਹਾਰਾਜ ਕਹਿੰਦੇ ਜਦੋਂ ਨਿਰਗੁਣ ਸਰੂਪ ਦੇ ਵਿੱਚ ਪ੍ਰਮਾਤਮਾ ਆਪ ਹੀ ਆਪਣੀ ਜੋਤ ਦੇ ਵਿੱਚ ਜੋਤ ਰੂਪ ਹੋ ਕਰਕੇ ਸਮਾਇਆ ਸੀ, ਪ੍ਰਤੱਖ ਜੋਤ ਤੋਂ ਪ੍ਰਮਾਤਮਾ ਨੇ ਆਪਣੇ ਵਿੱਚ ਹੀ ਸਮਾਈ ਸੀ। ਤਹ ਕਿਸਹਿ ਭੂਖ ਕਵਨ ਤ੍ਰਿਪਤਾਵੈ। ਉਸ ਸਮੇਂ ਦੱਸੋ ਕਾ ਭਲਾ ਗੁਰਸਿੱਖੋ ਕਿਸ ਨੂੰ ਭੁੱਖ ਲੱਗਣੀ ਸੀ ਤੇ ਕਿਸ ਨੇ ਤ੍ਰਿਪਤ ਹੋਣਾ ਸੀ? ਕਿਸ ਨੇ ਆਸਾਂ ਤੋਂ ਰਹਿਤ ਹੋਣਾ ਸੀ, ਸੰਸਾਰ ਤੋਂ ਨਿਰਾਸ਼ੀ ਹੋਣਾ ਸੀ? ਜਿਵੇਂ ਹੁਣ ਸਾਧ ਸੰਗਤ ਜੀ ਸਵੇਰ ਸਮੇਂ ਭੋਜਨ ਛਕੀ ਫਿਰ ਭੁੱਖ ਲੱਗ ਜਾਂਦੀ ਹੈ, ਦੁਪਹਿਰ ਨੂੰ ਛਕੀਏ ਸ਼ਾਮ ਨੂੰ ਫਿਰ ਭੁੱਖ ਲੱਗ ਜਾਂਦੀ ਹੈ, ਫਿਰ ਜੇ ਧਨ ਪਦਾਰਥ ਥੋੜ੍ਹੇ ਮਿਲੇ ਤੇ ਹੋਰ ਕਈ ਗੁਣਾ ਵੱਧ ਪਾਉਣ ਦੀ ਸਾਧ ਸੰਗਤ ਜੀ ਤ੍ਰਿਸ਼ਨਾ ਬਣੀ ਰਹਿੰਦੀ ਹੈ। ਮਨ ਰੱਜਦਾ ਹੀ ਨਹੀਂ ਹੈ। ਸਹਿਸ ਖੱਟੇ ਲੱਖ ਕਾ ਉਠ ਧਾਵੈ, ਤ੍ਰਿਪਤ ਨਾ ਆਵੈ, ਮਾਇਆ ਪਾਛੈ ਪਾਵੈ। ਮਹਾਰਾਜ ਕਹਿੰਦੇ ਹਨ ਕਿ ਜੀਵ ਨੂੰ ਤ੍ਰਿਪਤੀ ਨਹੀਂ ਆਉਂਦੀ, ਪਰ ਨਿਰਗੁਣ ਸਰੂਪ ਦੇ ਵਿੱਚ ਮਹਾਰਾਜ ਕਹਿੰਦੇ ਹਨ ਕਿ ਉਸ ਸਮੇਂ ਕਿਹੜਾ ਜੀਵ ਤ੍ਰਿਪਤ ਸੀ? ਤੈ ਕਿਸੇ ਭੂਖ ਕਵਨ ਤ੍ਰਿਪਤਾਵੈ। ਕੌਣ ਮਨ ਕਰਕੇ ਰੱਜਣ ਵਾਲਾ ਸੀ ਤੇ ਕਿਹੜਾ ਸੰਸਾਰ ਦੀ ਆਸਾਂ ਲਾ ਕਰਕੇ ਬੈਠਾ ਸੀ? ਭਾਵ ਉਦੋਂ ਕੋਈ ਆਕਾਰ ਹੀ ਨਹੀਂ ਸੀ ਬਣਿਆ ਤੇ ਨਾ ਤਾਂ ਕੋਈ ਭੁੱਖਾ ਸੀ ਤੇ ਨਾ ਕੋਈ ਤ੍ਰਿਪਤ ਹੋਣ ਵਾਲਾ ਸੀ।
ਕਾਰਨ ਕਰਾਵਨ ਕਰਨਹਾਰ। ਸਾਰੀ ਸ੍ਰਿਸ਼ਟੀ ਨੂੰ ਕਰਨਹਾਰਾ, ਜੀਵਾਂ ਨੂੰ ਭੋਗ ਕਰਕੇ ਕਰਮਾਂ ਨੂੰ ਕਮਾਉਣ ਵਾਲਾ ਕੇਵਲ ਇੱਕ ਪਰਮਾਤਮਾ ਹੈ। ਔਰ ਇਸੇ ਤਰ੍ਹਾਂ ਮਹਾਰਾਜ ਕਹਿੰਦੇ ਕਰਨ ਕਰਾਵਨ ਕਰਨਹਾਰ, ਸਰਬ ਕਲਾ ਸਮਰੱਥ ਜੋ ਕਰਨਹਾਰਾ ਪਰਮੇਸ਼ਰ ਹੈ। ਜੀਵਾਂ ਨੂੰ ਪੈਦਾ ਕਰਨ ਵਾਲਾ ਤੇ ਵਿਧਾਂ ਨੂੰ ਬਣਾਉਣ ਵਾਲਾ, ਕਿੰਨਾ ਵਿਧਾਂ ਕਰਕੇ ਜੀਵ ਦਾ ਜਨਮ ਹੁੰਦਾ ਹੈ। ਸਭ ਵਿਧਾਂ ਬਣਾਉਣ ਵਾਲਾ ਕਰਨਹਾਰਾ ਸਮਰੱਥ ਹੈ। ਨਾਨਕ ਕਰਤੇ ਕਾ ਨਾਹਿ ਸੁਮਾਰ। ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਆਖ ਰਹੇ ਆ, ਉਸ ਪ੍ਰਮਾਤਮਾ ਦਾ ਕੋਈ ਸੁਮਾਰ ਅੰਤ ਨਹੀਂ ਪਾਇਆ ਜਾ ਸਕਦਾ। ਸੁਮਾਰ ਕਹਿੰਦੇ ਨੇ ਅੰਤ ਨੂੰ, ਗਿਣਤੀ ਨਹੀਂ ਕੀਤੀ ਜਾ ਸਕਦੀ ਰੱਬ ਦੇ ਗੁਣਾਂ ਦੀ। ਐਸੇ ਬੇਅੰਤ ਪ੍ਰਮਾਤਮਾ ਦਾ ਬੇਸ਼ੁਮਾਰ ਸਰੂਪ ਹੈ। ਜਬ ਆਪਣੀ ਸੋਭਾ ਆਪਨ ਸੰਗ ਬਨਾਈ। ਜਦੋਂ ਪਰਮਾਤਮਾ ਨੇ ਆਪਣੀ ਸੋਭਾ ਆਪਣੇ ਸਰੂਪ ਦੇ ਨਾਲ ਹੀ ਬਣਾਉਣਾ ਕੀਤੀ ਸੀ, ਆਪਣੀ ਸੋਭਾ ਪਰਮਾਤਮਾ ਆਪ ਹੀ ਗਾਵੰਦਾ ਸੀ। ਤਬ ਕਵਨ ਮਾਏ ਬਾਪ ਮਿੱਤਰ ਸੁਤ ਭਾਈ। ਜਿਵੇਂ ਹੁਣ ਜਗਤ ਦੇ ਜੀਵ ਸੋਭਾ ਦਿੰਦੇ ਆ ਨਾ ਕਿ ਮੇਰਾ ਪਿਤਾ ਹੈ, ਇਹ ਮੇਰੀ ਮਾਤਾ ਹੈ, ਇਹ ਮੇਰਾ ਸਪੁੱਤਰ ਹੈ, ਇਹ ਮੇਰਾ ਮਿੱਤਰ ਹੈ, ਇਹ ਮੇਰਾ ਭਰਾ ਹੈ। ਇਸ ਪ੍ਰਕਾਰ ਮਹਾਰਾਜ ਕਹਿੰਦੇ ਉਸ ਸਮੇਂ ਪਹਿਲਾਂ ਕੌਣ ਸੀ ਦੱਸਣਾ ਕਰੋ, ਜਦੋਂ ਆਪਣੀ ਸੋਭਾ ਪਰਮੇਸ਼ਰ ਆਪ ਹੀ ਕਰਦਾ ਪਿਆ ਸੀ। ਤਬ ਕਵਨ ਮਾਏ ਬਾਪ ਮਿੱਤਰ ਸੁਤ ਭਾਈ, ਤਦੋਂ ਮਾਤਾ ਪਿਤਾ ਮਿੱਤਰ ਸਪੁੱਤਰ ਜਾਂ ਭਾਈ ਭਰਾਤਾ ਭਲਾ ਕੌਣ ਸੀ ਜਾਂ ਕਿੱਥੇ ਸੀ, ਕੁਝ ਕਥਨ ਹੀ ਨਹੀਂ ਸੀ ਕੀਤਾ ਜਾ ਸਕਦਾ। ਜਹ ਸਰਬ ਕਲਾ ਆਪੇ ਪਰਬੀਨ। ਜਦੋਂ ਉਹ ਜਿੱਥੇ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਨਿਰਗੁਣ ਸਰੂਪ ਦੇ ਵਿੱਚ ਸਰਬ ਕਲਾ ਸੰਪੰਨ, ਸਰਬ ਕਲਾ ਭਰਪੂਰ ਉਹ ਪਰਮਾਤਮਾ ਵਰਤ ਰਿਹਾ ਸੀ। ਔਰ ਇਸ ਪ੍ਰਕਾਰ ਸਾਰੀਆਂ ਸ਼ਕਤੀਆਂ ਸੰਪੰਨ ਜੋ ਪਰਮਾਤਮਾ ਸੀ। ਤਹ ਵੇਦ ਕਤੇਬ ਕਹਾ ਕੋ ਚੀਨ। ਜੈ ਸਰਬ ਕਲਾ ਆਪੇ ਪਰਬੀਨ, ਪਰਬੀਨ ਕਹੀਏ ਕਿ ਚਤੁਰ ਗਿਆਨਵਾਨ। ਪਰਮੇਸ਼ਰ ਆਪ ਵੀ ਨਿਰਗੁਣ ਸਰੂਪ ਦੇ ਵਿੱਚ ਪਰਬੀਨ ਸੀ, ਚਤੁਰ ਸੀ, ਗਿਆਨਵਾਨ ਸੀ। ਤੇ ਮਹਾਰਾਜ ਕਹਿੰਦੇ ਫਿਰ ਉਸ ਸਮੇਂ ਵੇਦਾਂ ਨੂੰ ਜਾਂ ਫਿਰ ਕਤੇਬਾਂ ਨੂੰ ਚੀਨ ਜਾਣਨ ਵਾਲਾ ਕੌਣ ਸੀਗਾ? ਕੋਈ ਵੀ ਨਹੀਂ ਸੀ। ਭਾਵੇਂ ਜੁਜਰ, ਅਥਰਵਣ ਇਹ 4 ਵੇਦ ਸਨ, ਫਿਰ ਕੁਰਾਨ, ਤੌਰੇਤ, ਜ਼ੰਬੂਰ, ਇਸ ਤੇ ਆਦਿਕ ਜਿਹੜੇ 4 ਕਤੇਬਾਂ ਤੇ 4 ਵੇਦ ਮੰਨੇ ਹਨ। ਸਾਧ ਸੰਗਤ ਜੀ, ਮਹਾਰਾਜ ਕਹਿੰਦੇ ਫਿਰ ਇਹਨਾਂ ਨੂੰ ਜਾਣਨ ਵਾਲਾ ਉਸ ਸਮੇਂ ਕੌਣ ਸੀਗਾ? ਕੋਈ ਵੀ ਨਹੀਂ ਸੀ। ਜਦੋਂ ਪ੍ਰਮਾਤਮਾ ਆਪ ਹੀ ਪਰਬੀਨ ਚਤੁਰ ਸੀ, ਆਪ ਹੀ ਨਿਰਗੁਣ ਸਰੂਪ ਦੇ ਵਿੱਚ ਉਹ ਪ੍ਰਮਾਤਮਾ ਸੀ। ਜਬ ਆਪਨ ਆਪ ਆਪ ਉਰ ਧਾਰੈ। ਜਦੋਂ ਪਰਮਾਤਮਾ ਨੇ ਆਪਣੇ ਸਰੂਪ ਦੇ ਵਿੱਚ ਆਪ ਹੀ ਆਪਣੇ ਆਪ ਨੂੰ ਧਾਰਨ ਕੀਤਾ ਸੀ। ਤਉ ਸਗਨ ਅਪਸਗਨ ਕਹਾ ਵਿਚਾਰੈ। ਉਦੋਂ ਦੱਸਣਾ ਕਰੋ ਕਿਹੜਾ ਸਗਨਾਂ ਤੇ ਅਪਸਗਨਾਂ ਦੀ ਵਿਚਾਰ ਕਰਦਾ ਸੀ। ਕੌਣ ਇਹਨਾਂ ਨੂੰ ਧਾਰਨ ਕਰਦਾ ਸੀ? ਜਿਵੇਂ ਹੁਣ ਸ਼ਗਨਾਂ ਅਤੇ ਅਪਸ਼ਗਨਾਂ ਬਾਬਤ ਵਿਚਾਰ ਕੀਤੀ ਜਾਂਦੀ ਹੈ ਜੀ, ਚੰਗਾ ਸ਼ਗਨ ਹੈ, ਮਾੜਾ ਸ਼ਗਨ ਹੈ, ਇਹ ਚੰਗਾ ਦਿਨ ਹੈ, ਇਹ ਮੰਦਾ ਦਿਨ ਹੈ, ਇਤਿਆਦਿਕ ਬਹੁਤ ਵਿਚਾਰ ਕੀਤੀ ਜਾਂਦੀ ਹੈ, ਜਿਸ ਬਾਰੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਾਹਿਬ ਜੀ ਦੇ ਪਾਵਨ ਮੁਖ ਵਾਕ ਹਨ, ਸਗਨ ਅਪਸਗਨ ਤਿਸ ਕੋ ਲੱਗਹਿ ਜਿਸ ਚੀਤ ਨਾ ਆਵੈ। ਜਿਸ ਦੇ ਚਿੱਤ ਵਿੱਚ ਪਰਮਾਤਮਾ ਦੀ ਯਾਦ ਨਹੀਂ ਆਉਂਦੀ, ਸ਼ਗਨ ਅਪਸ਼ਗਨ ਉਹਨਾਂ ਨੂੰ ਲੱਗਦੇ ਹੈ, ਉਹਨਾਂ ਜੀਵਾਂ ਨੂੰ ਵਿਆਪਦੇ ਹਨ। ਤੇ ਮਹਾਰਾਜ ਕਹਿੰਦੇ ਨਿਰਗੁਣ ਸਰੂਪ ਦੇ ਵਿੱਚ ਉਦੋਂ ਸ਼ਗਨ ਤੇ ਸ਼ਬਗਨ ਅਪਸ਼ਗਨ ਕਿਸ ਨੂੰ ਲੱਗਣੇ ਸਨ? ਕਿਹੜਾ ਇਹਨਾਂ ਨੂੰ ਧਾਰਨ ਕਰਨ ਵਾਲਾ ਸੀ? ਕੋਈ ਵੀ ਜੀਵ ਨਹੀਂ ਸੀ। ਜਹ ਆਪਨ ਊਚ ਆਪਨ ਆਪ ਨੇਰਾ। ਜਿੱਥੇ ਨਿਰਗੁਣ ਸਰੂਪ ਦੇ ਵਿੱਚ ਉਹ ਪਰਮਾਤਮਾ ਆਪ ਹੀ ਉੱਚਿਆਂ ਤੋਂ ਉੱਚਾ ਸੀ, ਆਪ ਹੀ ਨੇੜੇ ਤੋਂ ਨੇੜੇ, ਨਜ਼ਦੀਕ ਤੋਂ ਨਜ਼ਦੀਕ ਰਹਿਣ ਵਾਲਾ ਪਰਮਾਤਮਾ ਸੀ। ਆਪਨ ਊਚ ਆਪਨ ਆਪ ਨੇਰਾ। ਇਸ ਪ੍ਰਕਾਰ ਮਹਾਰਾਜ ਕਹਿੰਦੇ ਹਨ ਆਪ ਹੀ ਉਹ ਪਰਮਾਤਮਾ ਤਿੰਨਾਂ ਗੁਣਾਂ ਤੋਂ ਉੱਚਾ ਸੀ, ਤਿੰਨਾਂ ਗੁਣਾਂ ਤੋਂ ਅਤੀਤ ਰਹਿਣ ਵਾਲਾ ਉੱਚਾ ਹੈ, ਉਹਦੇ ਸਮਾਨ ਕੋਈ ਉੱਚਾ ਨਹੀਂ ਹੈ। ਮੈਂ ਵੇਖਿਓ ਰੀ ਉੱਚਾ ਮੋਹਨ ਸਭ ਤੇ ਉੱਚਾ, ਸਭ ਤੋਂ ਉੱਚਾ ਹੈ। ਆਨ ਨ ਕੋ ਸੰਸਰ ਲਾਗੈ ਟੂੜ ਰਹੇ ਹਮ ਮੂਚਾ। ਉਹਦੇ ਸਮਸਤ ਕੋਈ ਹੋਰ ਪੁੱਜ ਹੀ ਨਹੀਂ ਸਕਦਾ। ਇੰਨਾ ਵੱਡਾ ਉਹ ਉੱਚਾ ਪਰਮਾਤਮਾ ਦਾ ਸਰੂਪ ਹੈ। ਸਤਿਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਆਖ ਰਹੇ, ਜਬ ਆਪਨ ਊਚ ਆਪਨ ਆਪ ਨੇਰਾ। ਉਹ ਆਪ ਹੀ ਪਰਮਾਤਮਾ ਨੇੜੇ ਤੋਂ ਨੇੜੇ ਵਸਣ ਵਾਲਾ ਹੈ।
ਆਪ ਹੀ ਜੀਵਾਂ ਦੇ ਜੋਤ ਰੂਪ ਹੋ ਕਰਕੇ ਪਰਮਾਤਮਾ ਵਸਣ ਵਾਲਾ ਹੈ। ਤੇ ਇਸੇ ਪ੍ਰਕਾਰ ਜਿਹੜੇ ਸਾਖਤ ਜੀਵ ਭਾਮਰ ਹਨ, ਉਹਨਾਂ ਤੋਂ ਪਰਮਾਤਮਾ ਉੱਚਾ ਭਾਵ ਦੂਰ ਰਹਿਣ ਵਾਲਾ ਹੈ। ਕੋਈ ਕਥਨ ਨਹੀਂ ਕਰ ਸਕਦਾ, ਉਹ ਦੇਖ ਹੀ ਨਹੀਂ ਸਕਦੇ ਰੱਬ ਨੂੰ। ਤੇ ਆਪਨ ਆਪ ਨੇਰਾ, ਤੇ ਜਿਨ੍ਹਾਂ ਨੂੰ ਆਪਣਾ ਸਰੂਪ ਬੁਝਾ ਦਿੰਦਾ ਹੈ ਗੁਰਮੁਖ ਜਨਾਂ ਨੂੰ, ਉਹਨਾਂ ਦੇ ਨੇੜੇ ਤੋਂ ਨੇੜੇ ਵਸਦਾ ਹੈ। ਸਦਾ ਹੀ ਸਾਖਸ਼ਾਤ ਹੋ ਕਰਕੇ ਦੀਦਾਰ ਦੇਣ ਵਾਲਾ ਹੈ। ਤਹ ਕੌਣ ਠਾਕੁਰ ਕੌਣ ਕਹੀਐ ਚੇਰਾ। ਉਸ ਸਮੇਂ ਮਹਾਰਾਜ ਜੀ ਕਹਿੰਦੇ ਕਿ ਦੱਸੋ ਕੌਣ ਮਾਲਕ ਤੇ ਕੌਣ ਚੇਲਾ ਕਿਹਾ ਜਾ ਸਕਦਾ ਸੀ। ਨਿਰਗੁਣ ਸਰੂਪ ਦੇ ਵਿੱਚ ਨਾ ਤਾਂ ਕੋਈ ਉਦੋਂ ਮਾਲਕ, ਨਾ ਕੋਈ ਚੇਲਾ, ਨਾ ਗੁਰੂ ਤੇ ਨਾ ਕੋਈ ਦਾਸ, ਕੁਝ ਵੀ ਕਥਨ ਨਹੀਂ ਕੀਤਾ ਜਾ ਸਕਦਾ ਸੀ। ਬਿਸਮਨ ਬਿਸਮ ਰਹੇ ਬਿਸਮਾਦ। ਅਸਚਰਜ ਤੋਂ ਅਸਚਰਜ ਪਰਮਾਤਮਾ ਜੀ ਦਾ ਸਰੂਪ ਹੈ। ਮਹਾਰਾਜ ਕਹਿੰਦੇ ਹਨ ਕਿ ਐਸੇ ਸੰਸਾਰ ਦੇ ਜਿਹੜੇ ਜੀਵ ਹੈ ਨਾ, ਬਿਸਮਨ ਬਿਸਮ ਰਹੇ ਬਿਸਮਾਦ, ਉਹ ਪਰਮਾਤਮਾ ਅਸਚਰਜ ਤੋਂ ਅਸਚਰਜ ਰੂਪ ਹੋ ਕਰਕੇ ਵਰਤ ਰਿਹਾ ਹੈ। ਫਿਰ ਹੈਰਾਨੀਜਨਕ ਪਰਮਾਤਮਾ ਦਾ ਸਰੂਪ ਹੈ। ਉਹ ਪਰਮਾਤਮਾ ਆਪ ਹੀ ਹੈਰਾਨੀਜਨਕ ਹੈਰਾਨ ਰੂਪ ਹੋ ਕਰਕੇ ਕੌਤਕਾਂ ਨੂੰ ਕਰਨ ਵਾਲਾ ਹੈ। ਐਸਾ ਉਹ ਪਰਮਾਤਮਾ ਅਸਚਰਜ ਰੂਪ ਹੋ ਕੇ ਵਰਤ ਰਿਹਾ ਹੈ। ਨਾਨਕ ਆਪਣੀ ਗਤ ਜਾਣਹੁ ਆਪ। ਹਜੂਰ ਕਹਿੰਦੇ ਬਿਸਮਨ ਬਿਸਮ ਰਹੇ ਬਿਸਮਾਦ, ਜਿਹੜੇ ਸੰਸਾਰ ਦੇ ਜੀਵਾਂ ਨੇ ਵਿਸ਼ਮ ਵਿਸ਼ਿਆਂ ਤੋਂ ਆਪਣੇ ਮਨ ਨੂੰ ਵਿਸ਼ੇਸ਼ ਕਰਕੇ ਰੋਕ ਲਿਆ ਹੈ, ਠਾਕ ਪਾ ਲਈ ਹੈ, ਵਸ ਵਿੱਚ ਕਰ ਲਿਆ ਹੈ, ਉਹ ਪਰਮਾਤਮਾ ਦੇ ਅਚੰਭੇ ਸਰੂਪ ਨੂੰ ਦੇਖ ਕਰਕੇ ਹੈਰਾਨ ਹੋ ਗਏ ਹਨ। ਜਦੋਂ ਤੱਕ ਜੀਵ ਵਿਕਾਰਾਂ ਦੇ ਅਧੀਨ ਹੋ ਕਰਕੇ ਔਗਣਾ ਸਹਿਤ ਹੋ ਕੇ ਜੀਵਨ ਨਿਰਵਾਹ ਕਰਦਾ ਹੈ, ਉਦੋਂ ਤੱਕ ਪਰਮਾਤਮਾ ਨੂੰ ਸਤ ਸਰੂਪ ਨਹੀਂ ਜਾਣਦਾ, ਵਿਸ਼ੇ ਸੁਖਾਂ ਵਿੱਚ ਹੀ ਪਰਚਿਆ ਰਹਿੰਦਾ ਹੈ। ਪਰ ਜਦੋਂ ਇਹਨਾਂ ਤੋਂ ਉਪਰਾਮ ਹੋ ਕੇ ਅਸਚਰਜ ਸਰੂਪ ਨੂੰ ਦੇਖਦਾ, ਫਿਰ ਹੈਰਾਨ ਹੋ ਜਾਂਦਾ ਹੈ। ਹੈਰਾਨੀ ਦੀ ਹੱਦ ਨਹੀਂ ਕੋਈ ਰਹਿ ਜਾਂਦੀ, ਇੰਨਾ ਹਿਰਦੇ ਅੰਦਰ ਆਨੰਦ ਪ੍ਰਾਪਤ ਹੁੰਦਾ ਹੈ। ਪਰ ਮਹਾਰਾਜ ਕਹਿੰਦੇ ਆਪਣੀ ਗਤੀ ਨੂੰ, ਮਰਜ਼ਾਦਾ ਨੂੰ ਪਰਮੇਸ਼ਰ ਆਪ ਹੀ ਜਾਣਦਾ, ਕੋਈ ਕਥਨ ਥੋੜਾ ਕਰ ਸਕਦਾ ਹੈ। ਨਾਨਕ ਆਪਣੀ ਗਤ ਜਾਣਹੁ ਆਪ, ਆਪਣੇ ਸਰੂਪ ਦੀ ਪ੍ਰਾਪਤੀ ਦੀ ਵਡਿਆਈ ਨੂੰ, ਮਰਜ਼ਾਦਾ ਨੂੰ ਵਾਹਿਗੁਰੂ ਆਪ ਹੀ ਜਾਣਦਾ ਹੈ। ਜਹ ਅਛਲ ਅਛੇਦ ਅਭੇਦ ਸਮਾਇਆ। ਹਜੂਰ ਕਹਿੰਦੇ ਹਨ ਜਦੋਂ ਜਿਸ ਥਾਂ ਤੇ ਨਿਰਗੁਣ ਸਰੂਪ ਦੇ ਵਿੱਚ ਪਰਮਾਤਮਾ ਛਲਣ ਤੋਂ ਰਹਿਤ, ਅਛੇਦ ਕੱਟਣ ਤੋਂ ਰਹਿਤ, ਅਭੇਦ ਭੇਦਾਂ ਤੋਂ ਰਹਿਤ ਪਰਮਾਤਮਾ ਸਮਾਇਆ ਹੋਇਆ ਸੀ। ਨਾ ਉਸ ਵਾਹਿਗੁਰੂ ਨੂੰ ਕਿਸੇ ਸ਼ਕਤੀ ਦੁਆਰਾ, ਕਿਸੇ ਮੰਤਰ ਦੁਆਰਾ ਛਲਿਆ ਜਾ ਸਕਦਾ ਹੈ, ਕਿਸੇ ਸ਼ਸਤਰ ਦੇ ਨਾਲ ਅਛੇਦ ਕੱਟਿਆ ਨਹੀਂ ਜਾ ਸਕਦਾ। ਫਿਰ ਭੇਦਾਂ ਤੋਂ ਰਹਿਤ ਪਰਮਾਤਮਾ ਹੈ, ਭੇਦ ਭਾਵ ਵੀ ਕਥਨ ਨਹੀਂ ਕੀਤਾ ਜਾ ਸਕਦਾ। ਜਦੋਂ ਨਿਰਗੁਣ ਸਰੂਪ ਦੇ ਵਿੱਚ ਐਸਾ ਉਹ ਆਪ ਹੀ ਸਮਾਇਆ ਸੀ। ਓਹਾ ਕਿਸਹਿ ਵਿਆਪਤ ਮਾਇਆ। ਉਸ ਥਾਂ ਤੇ ਭਲਾ ਦੱਸੋ ਕਿਸ ਨੂੰ ਮਾਇਆ ਨੇ ਵਿਆਪਣਾ ਸੀ। ਜਦੋਂ ਹੁਣ ਜਿਵੇਂ ਕਿਸੇ ਨੂੰ ਮੋਹ ਕਰਕੇ ਇਹ ਮਾਇਆ ਵਿਆਪ ਜਾਂਦੀ, ਕਿਸੇ ਨੂੰ ਲੋਭ ਕਰਕੇ, ਕਿਸੇ ਨੂੰ ਹੰਕਾਰ ਕਰਕੇ, ਕਿਸੇ ਨੂੰ ਮੋਹ ਕਰਕੇ। ਮਹਾਰਾਜ ਕਹਿੰਦੇ ਇਸ ਪ੍ਰਕਾਰ ਉਸ ਸਮੇਂ ਦੱਸੋ ਭਲਾ ਕਿਸ ਨੂੰ ਇਹ ਮਾਇਆ ਨੇ ਵਿਆਪਣਾ ਸੀ, ਕਿਸ ਦੇ ਉੱਪਰ ਪ੍ਰਭਾਵ ਪਾਵਣਾ ਸੀ। ਜਿਵੇਂ ਸਤਿਗੁਰੂ ਜੀ ਨੇ ਫਰਮਾਨ ਕੀਤਾ ਨਾ ਕਿ ਪਤਾ ਨਹੀਂ ਕਿਹੜੇ ਰੂਪ ਦੇ ਵਿੱਚ ਜੀਵ ਨੂੰ ਆ ਕਰਕੇ ਇਸ ਮਾਇਆ ਨੇ ਛਲ ਦੇਣਾ ਹੈ। ਕਿਤੇ ਮਹਾਰਾਜ ਜੀ ਨੇ ਨਾਗਣੀ ਦੀ ਤਰ੍ਹਾਂ ਕਥਨ ਕੀਤਾ ਹੈ, ਔਰ ਕਿਤੇ ਸਪਣੀ ਦੀ ਤਰ੍ਹਾਂ। ਸਰਪਨੀ ਤੇ ਉੱਪਰ ਨਹੀਂ ਬਲੀਆ, ਜਿਨ ਬ੍ਰਹਮਾ ਵਿਸ਼ਨ ਮਹਾਦੇਵ ਛਲੀਆ। ਮਹਾਰਾਜ ਕਹਿੰਦੇ ਤੇ ਤੋਂ ਬਲ ਵਾਲਾ ਕੋਈ ਵੱਡਾ ਨਹੀਂ ਹੈ, ਬ੍ਰਹਮਾ ਵਰਗੇ ਦੇਵੀ ਸ਼ਕਤੀਆਂ ਨੂੰ ਵੀ ਇਸ ਨੇ ਛੱਡ ਦੇਣਾ ਕੀਤਾ ਹੈ। ਇਸ ਪ੍ਰਕਾਰ ਹਜੂਰ ਨੇ ਫਰਮਾਨ ਕੀਤਾ, ਊਹਾ ਕਿਸੇ ਵਿਆਪਤ ਮਾਇਆ। ਜਦੋਂ ਕੱਲਾ ਨਿਰਗੁਣ ਸਰੂਪ ਸੀ ਪਰਮਾਤਮਾ ਜੀ ਦਾ, ਜੀਵਾਂ ਦਾ, ਦੇਵੀ ਸ਼ਕਤੀਆਂ ਦਾ, ਬ੍ਰਹਮਾ ਵਿਸ਼ਨੂੰ ਸ਼ਿਵ ਜੀ ਆਦਿਕ ਇਹਨਾਂ ਦਾ ਵੀ ਆਕਾਰ ਨਹੀਂ ਸੀ ਪਰਮਾਤਮਾ ਨੇ ਬਣਾਇਆ। ਹਜੂਰ ਕਹਿੰਦੇ ਉਦੋਂ ਦੱਸੋ ਭਲਾ ਮਾਇਆ ਕਿਸ ਨੂੰ ਵਿਆਪ ਸਕਦੀ ਸੀ। ਆਪਸ ਕਉ ਆਪਹਿ ਆਦੇਸ। ਜਦੋਂ ਨਿਰਗੁਣ ਸਰੂਪ ਦੇ ਵਿੱਚ ਆਪਣੇ ਆਪ ਨੂੰ ਆਪ ਹੀ ਪਰਮਾਤਮਾ ਨਮਸਕਾਰਾਂ ਕਰੀ ਜਾਂਦਾ ਸੀ, ਆਪ ਹੀ ਆਪਣੇ ਆਪ ਨੂੰ ਨਮਸਕਾਰਾਂ ਨਤਮਸਤਕ ਹੁੰਦਾ ਸੀ। ਤਿਹ ਗੁਣ ਕਾ ਨਾਹੀ ਪਰਵੇਸ। ਸਤਿਗੁਰੂ ਜੀ ਕਹਿੰਦੇ ਉਦੋਂ ਤਿੰਨਾਂ ਗੁਣਾਂ ਦਾ ਆਕਾਰ ਨਹੀਂ ਸੀ ਪਰਮਾਤਮਾ ਨੇ ਬਣਾਉਣਾ ਕੀਤਾ। ਤਿਹੁ ਗੁਣ ਕਾ ਨਾਹੀ ਪਰਵੇਸ਼, ਔਰ ਤਿੰਨਾਂ ਗੁਣਾਂ ਦੇ ਵਿੱਚ ਕੋਈ ਪ੍ਰਵੇਸ਼ਤਾ ਵੀ ਨਹੀਂ ਸੀ ਕੀਤੀ। ਉਸ ਸਮੇਂ ਦੱਸੋ ਤਿੰਨਾਂ ਗੁਣਾਂ ਵਿੱਚ ਭਲਾ ਕੌਣ ਵਰਤ ਸਕਦਾ ਸੀ।
ਜਿਵੇਂ ਹੁਣ ਕੋਈ ਰਜੋਗੁਣੀ ਸੁਭਾਅ ਦਾ, ਤਮੋਗੁਣੀ ਸੁਭਾਅ ਦਾ ਤੇ ਕੋਈ ਸਤੋਗੁਣੀ ਸੁਭਾਅ ਦਾ ਹੈ। ਕੋਈ ਲੋਭੀ ਹੈ, ਕੋਈ ਕ੍ਰੋਧੀ ਹੈ ਤੇ ਕੋਈ ਸ਼ਾਂਤ ਸੁਭਾਅ ਵਾਲਾ ਹੈ। ਮਹਾਰਾਜ ਕਹਿੰਦੇ ਦੱਸੋ ਭਲਾ ਉਦੋਂ ਕੌਣ ਕੋਈ ਇਹਨਾਂ ਵਿੱਚ ਪਰਿਵਰਤਿਤ ਹੋ ਸਕਦਾ ਸੀ? ਨਾ ਉਦੋਂ ਕੋਈ ਰਾਜਸੀ ਸੀ, ਨਾ ਤਾਮਸੀ ਸੀ ਅਤੇ ਨਾ ਹੀ ਕੋਈ ਸ਼ਾਂਤ ਕੀ ਸੁਭਾਅ ਵਾਲਾ ਸੀ। ਤਿੰਨਾਂ ਗੁਣਾਂ ਵਿੱਚ ਵਾਹਿਗੁਰੂ ਜੀ ਨੇ ਸ੍ਰਿਸ਼ਟੀ ਨੂੰ ਬਣਾਇਆ ਹੈ। ਪਰ ਮਹਾਰਾਜ ਕਹਿੰਦੇ ਉਸ ਸਮੇਂ ਕੋਈ ਵੀ ਇਹਨਾਂ ਵਿੱਚੋਂ ਕੋਈ ਪ੍ਰਵੇਸ਼ ਹੋਣ ਵਾਲਾ ਨਹੀਂ ਸੀ, ਕਿਸੇ ਉੱਪਰ ਭਰੋਸੇ ਕਰਨ ਵਾਲਾ ਨਹੀਂ ਸੀ। ਜਹ ਏਕ ਹੈ ਏਕ ਏਕ ਭਗਵੰਤਾ। ਜਿੱਥੇ ਨਿਰਗੁਣ ਸਰੂਪ ਦੇ ਵਿੱਚ ਕੇਵਲ ਇੱਕੋ ਪਰਮਾਤਮਾ ਸੀ, ਖਟ ਪਗਾ ਸੰਪੰਨ ਉਹ ਪਰਮਾਤਮਾ ਸੀ, ਕੇਵਲ ਆਪ ਹੀ ਨਿਰਗੁਣ ਸਰੂਪ ਦੇ ਵਿੱਚ ਸੀ। ਤਹ ਕੌਣ ਅਚਿੰਤ ਕਿਸ ਲਾਗੈ ਚਿੰਤਾ। ਹੇ ਜੀਵ ਦੱਸੋ ਉਸ ਸਮੇਂ ਕਿਹੜਾ ਚਿੰਤਾ ਤੋਂ ਰਹਿਤ ਸੀ ਤੇ ਕਿਸ ਨੂੰ ਚਿੰਤਾ ਲੱਗੀ ਸੀ? ਚਿੰਤਾ ਕਰਕੇ ਕਿਹੜਾ ਦੁਖੀ ਸੀ ਤੇ ਕਿਹੜਾ ਅਚਿੰਤ ਸਰੂਪ ਸੀਗਾ? ਕਿਉਂਕਿ ਕੇਵਲ ਇੱਕ ਪਰਮਾਤਮਾ ਹੀ ਸੀ, ਇਸ ਕਰਕੇ ਨਾ ਕਿਸੇ ਨੂੰ ਚਿੰਤਾ ਸੀ ਤੇ ਨਾ ਕੋਈ ਚਿੰਤਾ ਤੋਂ ਸਹਿਤ ਸੀ। ਜਿਵੇਂ ਅੱਜ ਸਾਧ ਸੰਗਤ ਜੀ ਸ੍ਰਿਸ਼ਟੀ ਦਾ ਆਕਾਰ ਬਣਿਆ, ਜੀਵਾਂ ਦੇ ਮਨ ਦੇ ਵਿੱਚ ਚਿੰਤਾ ਬਣੀ ਰਹਿੰਦੀ ਹੈ। ਮਹਾਰਾਜ ਕਹਿੰਦੇ ਕੋਈ ਅਚਿੰਤ ਸਰੂਪ ਹੋ ਕਰਕੇ ਰਹਿੰਦੇ ਹੈ, ਹਿਰਦੇ ਦੀ ਅਡੋਲਤਾ ਬਣਾ ਕੇ ਰੱਖਦੇ ਬੰਦਗੀ ਕਰਨ ਵਾਲੇ ਬ੍ਰਹਮ ਬੇਤੇ। ਪਰ ਉਸ ਸਮੇਂ ਕਿਹੜਾ ਚਿੰਤਾ ਦੇ ਸਹਿਤ ਅਤੇ ਕਿਹੜਾ ਚਿੰਤਾ ਤੋਂ ਬਿਨਾਂ ਸੀ? ਨਿਰਗੁਣ ਸਰੂਪ ਦੇ ਵਿੱਚ। ਜਹ ਆਪ ਹੈ ਆਪਨ ਆਪ ਆਪ ਪਤਿਆਰਾ। ਹਜੂਰ ਕਹਿੰਦੇ ਜਦੋਂ ਪਰਮਾਤਮਾ ਆਪਣੇ ਸਰੂਪ ਤੇ ਆਪ ਹੀ ਪਤਿਆਰਾ, ਪਤੀਜਣ ਵਾਲਾ, ਪ੍ਰਸੰਨ ਹੋਣ ਵਾਲਾ, ਪਤਿਆਰਾ ਭਰੋਸਾ ਕਰਨ ਵਾਲਾ ਸੀ। ਤਹ ਕੌਣ ਕਥੈ ਕੌਣ ਸੁਨਨੈ ਹਾਰਾ। ਉਸ ਸਮੇਂ ਕੌਣ ਬਗਤਾ ਬਣ ਕੇ, ਕਥਨਹਾਰਾ ਬਣ ਕੇ ਕਥਨ ਵਾਲਾ ਸੀ ਤੇ ਕੌਣ ਸਰੋਤਾ ਬਣ ਕੇ ਸੁਣਨ ਵਾਲਾ ਸੀ। ਜਿਵੇਂ ਸਾਧ ਸੰਗਤ ਜੀ ਬਗਤਾ ਸਟੇਜ ਤੇ ਬੈਠ ਕੇ ਬੋਲਦਾ ਹੈ, ਕਥਨ ਕਰਦਾ ਹੈ ਕਥਾ ਨੂੰ, ਵਿਚਾਰ ਨੂੰ, ਗੁਰਮਤਿ ਨੂੰ, ਤੇ ਸਰੋਤਾ ਬੈਠ ਕਰਕੇ ਸੁਣਦਾ ਹੈ। ਮਹਾਰਾਜ ਕਹਿੰਦੇ ਉਸ ਸਮੇਂ ਕੌਣ ਕਥਨ ਕਰਨ ਵਾਲਾ ਬਗਤਾ ਤੇ ਕੌਣ ਉਸ ਸਮੇਂ ਸਰੋਤਾ ਸੀ? ਕੋਈ ਨਹੀਂ ਸੀ। ਨਿਰਗੁਣ ਸਰੂਪ ਦੇ ਵਿੱਚ ਕੇਵਲ ਆਪ ਹੀ ਕਥਨਹਾਰਾ ਹੈ ਤੇ ਆਪ ਹੀ ਸੁਣਨਹਾਰਾ ਹੈ। ਬਹੁ ਬੇਅੰਤ ਊਚ ਤੇ ਊਚਾ। ਐਸਾ ਉਹ ਪਰਮਾਤਮਾ ਜੀ ਦਾ ਸਰੂਪ ਹੈ ਜਿਹਦਾ ਅੰਤ ਨਹੀਂ ਪੈਂਦਾ। ਫਿਰ ਮਹਾਰਾਜ ਕਹਿੰਦੇ ਉੱਚਿਆਂ ਤੋਂ ਉੱਚਾ ਉਹ ਪਰਮਾਤਮਾ ਹੈ। ਐਸਾ ਨਿਰਗੁਣ ਵਾਹਿਗੁਰੂ ਜੀ ਦਾ ਸਰੂਪ ਹੈ। ਨਾਨਕ ਆਪਸ ਕਉ ਆਪਹਿ ਪਹੁੰਚਾ। ਧੰਨ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਫਰਮਾਉਂਦੇ ਹੈ ਕਿ ਨਾਨਕ ਆਪ ਸਕਉ ਆਪਹਿ ਪਹੁੰਚਾ। ਆਪਣੇ ਸਰੂਪ ਦੇ ਵਿੱਚ ਆਪ ਹੀ ਪਹੁੰਚਣ ਵਾਲਾ ਹੈ। ਜਿਸ ਜੀਵ ਤੇ ਦਇਆ ਕਰ ਦਿੰਦਾ ਹੈ, ਤਰਸ ਕਰਦਾ ਹੈ, ਸੀਸ ਤੇ ਮਿਹਰ ਭਰਿਆ ਹੱਥ ਰੱਖ ਦਿੰਦਾ ਹੈ, ਉਹ ਜੀਵ ਪਰਮਾਤਮਾ ਤੱਕ ਪਹੁੰਚ ਸਕਦਾ ਹੈ। ਉਹ ਪਰਮੇਸ਼ਰ ਦੀ ਅਭੇਦਤਾ ਪਾ ਲੈਂਦਾ ਹੈ। ਨਹੀਂ ਤੇ ਸ਼ਕਤੀ ਬਿਰਤੀ ਕਰਕੇ, ਕਿਸੇ ਜੰਤਰਾ ਮੰਤਰੇ ਟੂਣੇ ਟਾਮਣ ਕਰਕੇ, ਸੰਸਾਰ ਦੇ ਸਾਧਨਾ ਕਰਕੇ, ਕਰਮ ਕਾਂਡ ਕਰਨੇ ਕਰਕੇ, ਕਿਸੇ ਵੀ ਯਤਨ ਕਰਕੇ ਉਹ ਪਰਮਾਤਮਾ ਤੱਕ ਪਹੁੰਚ ਨਹੀਂ ਕੀਤੀ ਜਾ ਸਕਦੀ। ਉਹ ਮਨ ਦੀ ਗਮਤਾ ਤੋਂ ਵੀ ਪਰੇ ਹੈ, ਇੰਦਰੀਆਂ ਕਰਕੇ ਵੀ ਅਗੋਚਰ ਹੈ। ਮਹਾਰਾਜ ਕਹਿੰਦੇ ਕਿਸੇ ਢੰਗ ਯਤਨ ਕਰਕੇ ਉਹ ਨਹੀਂ ਪਰਮਾਤਮਾ ਤੱਕ ਪਹੁੰਚਿਆ ਜਾ ਸਕਦਾ। ਪਰ ਵਾਹਿਗੁਰੂ ਆਪ ਕਿਰਪਾ ਕਰਦੇ ਵੀ ਤਾਂ ਜੀਵਤੀ ਰੱਬ ਦੇ ਤੱਕ ਗਮਤਾ ਹੋ ਜਾਂਦੀ ਹੈ, ਤਾਂ ਪਰਮੇਸ਼ਰ ਦੀ ਅਭੇਦਤਾ ਪਾ ਲੈਂਦਾ ਹੈ। ਇਸ ਪ੍ਰਕਾਰ ਮਹਾਰਾਜ ਕਹਿੰਦੇ ਜੀਵ ਦਾ ਕੋਈ ਆਪਣਾ ਚਾਰਾ ਨਹੀਂ ਹੈ। ਇਹ ਸਾਧ ਸੰਗਤ ਜੀ ਅਸ਼ਟਪਦੀ ਦੇ ਅੰਦਰ 6 ਪੌੜੀਆਂ ਤੱਕ ਮਹਾਰਾਜ ਸਾਹਿਬ ਜੀ ਨੇ ਨਿਰਗੁਣ ਸਰੂਪ ਦਾ ਕਥਨ ਕੀਤਾ ਹੈ ਪਰਮਾਤਮਾ ਦਾ। ਹੁਣ ਅਗਲੀ 7ਵੀਂ ਪੌੜੀ ਦੇ ਅੰਦਰ ਧੰਨ ਗੁਰੂ ਅਰਜਨ ਦੇਵ ਸਾਹਿਬ ਪਾਤਸ਼ਾਹ ਜੀਵਾਂ ਦੀ ਉਤਪਤੀ, ਜਿਵੇਂ ਸ੍ਰਿਸ਼ਟੀ ਦਾ ਆਕਾਰ ਬਣਾਇਆ, ਜਿਵੇਂ ਪਰਮਾਤਮਾ ਨੇ ਸਾਰਾ ਪ੍ਰਪੰਚ ਖੇਲ ਬਣਾਵਣਾ ਕੀਤਾ, ਮਹਾਰਾਜ ਫਰਮਾਉਂਦੇ ਆ ਜਹ ਆਪ ਰਚਿਓ ਪਰਪੰਚ ਆਕਾਰ। ਜਿੱਥੇ ਨਿਰਗੁਣ ਸਰੂਪ ਤੋਂ ਪਰਮਾਤਮਾ ਨੇ ਆਪ ਹੀ ਸ੍ਰਿਸ਼ਟੀ ਦਾ ਪ੍ਰਪੰਚ ਬਣਾਇਆ, ਆਕਾਰ ਬਣਾਇਆ ਹੈ। ਕੀਤਾ ਪਸਾਓ ਏਕੋ ਕਵਾਓ, ਤਿਸ ਤੇ ਹੋਏ ਲੱਖ ਦਰਿਆਓ। ਐਸਾ ਉਹ ਪਰਮਾਤਮਾ ਹੈ। ਮਹਾਰਾਜ ਕਹਿੰਦੇ ਕੁਝ ਕਥਨ ਕੀਤਾ ਹੀ ਨਹੀਂ ਜਾ ਸਕਦਾ, ਕੋਈ ਦਾਅਵਾ ਨਹੀਂ ਕਰ ਸਕਦਾ ਕਿ ਇਵੇਂ ਹੀ ਪਰਮਾਤਮਾ ਨੇ ਸ੍ਰਿਸ਼ਟੀ ਨੂੰ ਬਣਾਇਆ। ਫਿਰ ਇਸ ਢੰਗ ਦੇ ਨਾਲ ਉਹ ਕਿਹੜਾ ਦਿਨ, ਕਿਹੜੀ ਥਿਤ, ਕਿਹੜਾ ਵਾਰ, ਕਿਹੜਾ ਸਮਾਂ ਸੀ। ਧੰਨ ਗੁਰੂ ਨਾਨਕ ਦੇਵ ਸਾਹਿਬ ਜੀ ਦਾ ਅਸੀਂ ਬਚਨ ਪੜ੍ਹਦੇ ਹਨ, ਕਵਨ ਥਿਤ ਕਵਨ ਵਾਰ, ਕਵਨ ਸਿ ਰੁੱਤੀ ਮਾਹੋ, ਕਵਨ ਜਿਤ ਹੋਵਾ ਆਕਾਰ।
ਵੇਦ ਨਾ ਪਾਈਆ ਪੰਡਤੀ ਜੇ ਹੋਵੈ ਲੇਖ ਪੁਰਾਣ, ਵਕਤ ਨਾ ਪਾਇਓ ਕਾਦੀਆ ਜੇ ਲਿਖਣ ਲੇਖ ਕੁਰਾਨ। ਇਸ ਪ੍ਰਕਾਰ ਨਾ ਤਾਂ ਸਤ ਸੰਗਤ ਜੀ 18 ਪੁਰਾਣ ਜਾਣਦੇ ਆ, ਨਾ 4 ਵੇਦ ਜਾਣਦੇ ਹਨ। ਇਹ ਗ੍ਰੰਥਾਂ ਦੇ ਵਿੱਚ ਮਹਾਰਾਜ ਕਹਿੰਦੇ ਫਿਰ ਜ਼ਰੂਰ ਲਿਖਿਆ ਹੋਣਾ ਸੀ ਕਿ ਇਹ ਥਿਤ, ਇਸ ਵਾਰ, ਇਸ ਮਹੀਨੇ, ਇਉਂ ਇਹ ਸਮੇਂ ਪਰਮਾਤਮਾ ਨੇ ਸ੍ਰਿਸ਼ਟੀ ਨੂੰ ਬਣਾਇਆ ਸੀ। ਥਿਤ ਵਾਰ ਨਾ ਜੋਗੀ ਜਾਣੈ, ਰੁੱਤ ਮਾਹੋ ਨਾ ਕੋਈ। ਜੋਗੀ ਵੀ ਭਾਵੇਂ ਦਸਮ ਦਵਾਰ ਵੀ ਸਵਾਥ ਚੜਾ ਕੇ ਬੈਠੇ ਰਹਿੰਦੇ ਐ, ਪਰ ਜੋਗੀ ਵੀ ਅਸਲ ਦੇ ਵਿੱਚ ਜਾਣ ਨਹੀਂ ਸਕੇ। ਮਹਾਰਾਜ ਕਹਿੰਦੇ ਕਿਵੇਂ? ਉਹ ਪਰਮਾਤਮਾ ਨੂੰ ਕੋਈ ਕਥਨ ਕੀਤਾ ਨਹੀਂ ਜਾ ਸਕਦਾ, ਪਰ ਇਹ ਹੈ ਕਿ ਸੰਸਾਰ ਨੂੰ ਨਿਰਗੁਣ ਸਰੂਪ ਤੋਂ ਆਪ ਹੀ ਵਾਹਿਗੁਰੂ ਨੇ ਪੈਦਾ ਕੀਤਾ। ਜੈ ਆਪ ਰਚਿਓ ਪਰਪੰਚ ਆਕਾਰ। ਐਸਾ ਪਰਪੰਚ ਸੰਸਾਰ ਦੀ ਖੇਡ ਵਾਹਿਗੁਰੂ ਨੇ ਸੰਸਾਰ ਦੀ ਲੀਲਾ ਨੂੰ, ਸ੍ਰਿਸ਼ਟੀ ਦੇ ਆਕਾਰ ਨੂੰ ਆਪਣੇ ਸਰੂਪ ਤੋਂ ਬਣਾਇਆ ਹੈ, ਹੁਕਮ ਕਰਕੇ ਹੈ। ਹੁਕਮੀ ਹੋਵਨ ਆਕਾਰ। ਆਕਾਰ ਕਹੀਏ ਕਿ ਜਿੰਨਾ ਵੀ ਸ੍ਰਿਸ਼ਟੀ ਦਾ ਆਕਾਰ ਬਣਿਆ ਪਰਮਾਤਮਾ ਦੇ ਹੁਕਮ ਕਰਕੇ ਹੈ। ਤਿਹ ਗੁਣ ਮਹਿ ਕੀਨੋ ਵਿਸਥਾਰ। ਫਿਰ ਜਦੋਂ ਪਰਮਾਤਮਾ ਜੀ ਨੇ ਫੁਰਨਾ ਕੀਤਾ ਸ੍ਰਿਸ਼ਟੀ ਦਾ ਆਕਾਰ ਬਣਾਉਣ ਦੇ ਲਈ, 3 ਗੁਣਾਂ ਵਿੱਚ ਵਿਸਥਾਰ ਕਰ ਦਿੱਤਾ। ਕੋਈ ਰਜੋ ਗੁਣੀ, ਕੋਈ ਤਮੋ ਗੁਣੀ, ਕੋਈ ਸਤੋ ਗੁਣੀ। ਰਾਜਸੀ, ਤਾਮਸੀ ਤੇ ਸਾਧਕੀ 3 ਪ੍ਰਕਾਰ ਦੀ ਸ੍ਰਿਸ਼ਟੀ ਬਣਾਈ ਹੈ। ਤਿਹ ਗੁਣ ਮਹਿ ਕੀਨੋ ਵਿਸਥਾਰ। 3 ਗੁਣਾਂ ਦੇ ਵੀ ਸਰੀਰਾਂ ਦਾ, ਸੰਸਾਰ ਦੇ ਜੀਵਾਂ ਦਾ, ਸੂਖਸ਼ਮ ਤੇ ਸਥੂਲ ਜੀਵਾਂ ਦਾ ਵਾਹਿਗੁਰੂ ਨੇ ਵਿਸਥਾਰ ਕਰ ਦਿੱਤਾ, ਫੈਲਾ ਕਰ ਦਿੱਤਾ। ਪਾਪ ਪੁੰਨ ਤਹਿ ਭਈ ਕਹਾਵਤ। ਧੰਨ ਗੁਰੂ ਅਰਜਨ ਦੇਵ ਸਾਹਿਬ ਪਾਤਸ਼ਾਹ ਕਹਿੰਦੇ, ਗੁਰਸਿੱਖੋ, ਉਸ ਸਮੇਂ ਫਿਰ ਸੰਸਾਰ ਦੇ ਜੀਵ ਮੰਦੇ ਤੇ ਚੰਗੇ ਕਰਮ ਕਰਨੇ ਕਰਕੇ ਪਾਪ ਅਤੇ ਪੁੰਨ, ਪਾਪੀ ਤੇ ਪੁੰਨੀ ਅਖਵਾਉਣਾ ਕੀਤੇ ਹਨ। ਜਦੋਂ ਸ੍ਰਿਸ਼ਟੀ ਦਾ ਆਕਾਰ ਵਾਹਿਗੁਰੂ ਜੀ ਨੇ ਬਣਾਇਆ, 3 ਗੁਣਾਂ ਵਿੱਚ ਪਰਮਾਤਮਾ ਨੇ ਜੀਵਾਂ ਦਾ ਫੈਲਾਓ ਕੀਤਾ। ਉਸ ਸਮੇਂ ਕਹਿੰਦੇ ਪਾਪ ਪੁੰਨ ਤਹਿ ਭਈ ਕਹਾਵਤ। ਕੋਈ ਪਾਪੀ ਅਖਵਾਇਆ ਤੇ ਕੋਈ ਪੁੰਨੀ ਅਖਵਾਇਆ। ਜਿਵੇਂ ਮਹਾਰਾਜ ਜੀ ਨੇ ਫਰਮਾਨ ਕੀਤਾ ਨਾ, ਜੋ ਧਰਮ ਕਮਾਵੇ ਤਿਸ ਧਰਮ ਨਾ ਹੋਵੇ, ਪਾਪ ਕਮਾਣਾ ਪਾਪੀ ਜਾਣੀਐ। ਜਿਹੜਾ ਧਰਮ ਦੇ ਮਾਰਗ ਤੇ ਚੱਲਦਾ ਉਹਨੂੰ ਧਰਮੀ ਕਿਹਾ ਜਾਂਦਾ ਹੈ, ਪਾਪ ਕਰੇ ਉਹਨੂੰ ਪਾਪੀ ਆਖਿਆ ਜਾਂਦਾ ਹੈ। ਉਹੋ ਜਿਹੇ ਨਾਮ ਦੇ ਨਾਲ ਜਾਣਿਆ ਜਾਂਦਾ ਹੈ। ਇਸ ਕਰਕੇ ਪਾਤਸ਼ਾਹ ਕਹਿੰਦੇ ਪਾਪ ਤੇ ਪੁੰਨਾਂ ਦਾ ਮਿਸ਼ਰਣ ਹੋਣੇ ਕਰਕੇ ਸ੍ਰਿਸ਼ਟੀ ਦਾ ਆਕਾਰ ਬਣਦਾ ਹੈ, ਜੀਵਾਂ ਦਾ ਜਨਮ ਹੁੰਦਾ ਹੈ। ਭਲੇ ਤੇ ਮੰਦੇ ਕਰਮ ਕਰਨ ਦੇ ਨਾਲ ਇਉਂ ਪਾਪੀ ਤੇ ਪੁੰਨੀ ਸੰਸਾਰ ਦੇ ਵਿੱਚ ਅਖਵਾਏ ਹਨ। ਕੋ ਨਰਕ ਕੋ ਸੁਰਗ ਬੰਛਾਵਤ। ਕੋਈ ਪਾਪ ਕਰਮ ਕਰਨੇ ਕਰਕੇ ਨਰਕਾਂ ਵਿੱਚ ਜਾਂਦਾ ਹੈ, ਤੇ ਫਿਰ ਮਹਾਰਾਜ ਕਹਿੰਦੇ ਕੋਈ ਸੰਸਾਰ ਦੇ ਅੰਦਰ ਜੀਵ ਪੁੰਨ ਕਰਮ ਕਰ ਕਰਕੇ, ਪੁੰਨਾਂ ਦੇ ਫਲ ਕਰਕੇ, ਜਗ ਆਦਿਕ ਕਰਕੇ, ਇਹਦੇ ਪ੍ਰਤਾਪ ਕਰਕੇ ਸਵਰਗਾਂ ਦੀ ਬਾਂਛਤ ਇੱਛਾ ਕਰਦਾ ਹੈ, ਮੈਨੂੰ ਸਵਰਗਾਂ ਦੀ ਪ੍ਰਾਪਤੀ ਹੋ ਜਾਵੇ। ਜਿਵੇਂ ਜੁਜਾਤੀ ਰਾਜੇ ਨੇ ਕੀਤੀ ਸੀ ਨਾ, ਧਨੁਖ ਦੇ ਚਿੱਲੇ ਵਿੱਚ ਤੀਰ ਜੜ ਕੇ ਛੱਡਦਾ ਸੀ ਬੜੇ ਬਲ ਦੇ ਨਾਲ। ਜਿੱਥੇ ਤੀਰ ਜਾ ਕੇ ਡਿੱਗਦਾ ਉੱਥੇ ਉਹ ਸਾਧ ਸੰਗਤ ਜੀ ਜਦ ਕਰਨੇ ਦਾ, ਜਗ ਕਰਨੇ ਦਾ ਥੰਮ ਕੱਢ ਦਿੰਦਾ ਸੀ। 101 ਜਗ ਕੀਤੇ ਤੇ ਫਿਰ ਸਵਰਗਾਂ ਵਿੱਚ ਚਲਾ ਗਿਆ ਸੀ। ਥੋੜਾ ਜਿੰਨਾ ਮਨ ਵਿੱਚ ਹੰਕਾਰ ਆਉਣੇ ਕਰਕੇ ਸਾਰੇ ਪੁੰਨ ਕਰਮ ਨਾਸ਼ ਹੋ ਗਏ ਤੇ ਮਾਤ ਲੋਕ ਤੇ ਆ ਕੇ ਡਿੱਗਾ ਸੀ। ਮਹਾਰਾਜ ਸਤਿਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਆਖ ਰਹੇ, ਕੋ ਨਰਕ ਕੋ ਸੁਰਗ ਪੰਛਾਵਤ। ਕੋਈ ਮੰਦੀ ਵਾਸ਼ਨਾ ਕਰਕੇ ਨਰਕਾਂ ਵਿੱਚ ਜਾ ਰਿਹਾ ਹੈ, ਫਿਰ ਕੋਈ ਸੰਸਾਰ ਦੇ ਚੰਗੇ ਕਰਮ ਕਰ ਕਰਕੇ, ਪੁੰਨ ਦਾਨ ਕਰ ਕਰਕੇ ਜੋ ਸਵਰਗਾਂ ਦੀ ਇੱਛਾ ਕਰ ਰਿਹਾ ਹੈ। ਆਲ ਜਾਲ ਮਾਇਆ ਜੰਜਾਲ। ਇਹ ਜਿੰਨੇ ਵੀ ਮਾਇਆ ਦੇ ਜੰਜਾਲ ਹੈ ਨਾ, ਸਭ ਬੰਧਨਾ ਰੂਪ ਹੋ ਕੇ ਜੀਵ ਦੇ ਘਰ ਆ ਕੇ ਫਿਰ ਜੀਵ ਨੂੰ ਲੱਗਣਾ ਕੀਤੇ ਹੈ। ਹਿਰਦੇ ਰੂਪ ਘਰ ਦੇ ਵਿੱਚ ਆ ਕਰਕੇ, ਜਿਵੇਂ ਕਿਸੇ ਨੂੰ ਬੇੜੀਆਂ ਦੇ ਨਾਲ ਬੰਨ੍ਹ ਦਿੱਤਾ ਜਾਵੇ, ਸੰਗਲ ਦੇ ਨਾਲ, ਜ਼ੰਜੀਰਾਂ ਦੇ ਨਾਲ ਘੁੱਟ ਕੇ ਬੰਨ੍ਹਿਆ ਜਾਵੇ। ਮਹਾਰਾਜ ਕਹਿੰਦੇ ਇੱਦਾਂ ਹੀ ਸੰਸਾਰ ਦੇ ਮਾਇਆ ਦੇ ਬੰਧਨ ਹਨ, ਐਸੇ ਇਹ ਸੰਸਾਰ ਦੇ ਜੰਜਾਲ ਜੀਵ ਨੂੰ ਆ ਕੇ ਲੱਗੇ ਐ। ਹਾਉ ਮੈਂ ਮੋਹ ਭਰਮ ਭੈ ਪਾਰ। ਕਿਧਰੇ ਸਰੀਰਾਂ ਦੀ ਹੰਗਤਾ ਹੈ, ਕਿਧਰੇ ਪਦਾਰਥਾਂ ਦੀ ਮਮਤਾ ਹੈ। ਹਾਉ ਮੈਂ, 2 ਸ਼ਬਦਾਂ ਦਾ ਸੁਮੇਲ ਹੈ, ਹਾਉ ਤੇ ਮੈਂ। ਹਾਉ ਸਰੀਰ ਦੀ ਹੰਗਤਾ, ਮੈਂ ਪਦਾਰਥਾਂ ਦੀ ਮਮਤਾ। ਹਾਉ ਮੈਂ ਮੋਹ, ਮਹਾਰਾਜ ਕਹਿੰਦੇ ਹਨ ਕਿ ਸਰੀਰਾਂ ਦਾ ਮੋਹ ਕਰਨਾ, ਭਰਮ, 5 ਪ੍ਰਕਾਰ ਦਾ ਭਰਮ ਮਾਤੇ ਪਿਆ ਰਹਿਣਾ, ਸੱਚ ਤੇ ਝੂਠ ਦੀ ਪਹਿਚਾਣ ਨਾ ਕਰਨੀ,
ਤੇ ਫਿਰ ਇਸ ਕਰਕੇ ਪਾਪ ਕਰਮਾਂ ਕਰਕੇ ਭਾਰਾ ਹੋ ਜਾਣਾ। ਪਾਪ ਕਰਮਾਂ ਦੀ ਪੰਡਾਂ ਸਿਰ ਤੇ ਚੱਕੀਆਂ ਹੋਈਆਂ, ਐਸੇ ਬੰਧਨ ਜੀਵ ਨੂੰ ਪੈ ਗਏ ਆ। ਦੁਖ ਸੁਖ ਮਾਨ ਅਪਮਾਨ, ਜਿਹੋ ਜਿਹਾ ਮਨੁੱਖ ਨੇ ਕਰਮਾਂ ਰੂਪੀ ਬੀਜ ਬੀਜਿਆ, ਉਹਨਾਂ ਕਰਕੇ ਦੁੱਖ ਤੇ ਸੁੱਖ ਫਿਰ ਮਿਲੇ ਹਨ। ਫਿਰ ਕਿਸੇ ਨੂੰ ਮਾਣ ਮਿਲਦਾ ਤੇ ਕਿਸੇ ਦਾ ਅਪਮਾਨ ਨਿਰਾਦਰ ਹੁੰਦਾ ਹੈ। ਸਤਿਗੁਰੂ ਜੀ ਆਖ ਰਹੇ ਹੈ ਕਿ ਇਹ ਗੁਰਸਿੱਖੋ, ਜਦੋਂ ਸ੍ਰਿਸ਼ਟੀ ਦਾ ਆਕਾਰ ਬਣਾਇਆ ਨਾ ਪ੍ਰਮਾਤਮਾ ਨੇ, ਕੋਈ ਦੁਖੀ ਹੈ ਤੇ ਕੋਈ ਸੁਖੀ ਹੈ ਕਰਮਾਂ ਕਰਕੇ। ਫਿਰ ਕਿਸੇ ਨੂੰ ਮਾਣ ਸਤਿਕਾਰ ਮਿਲਦਾ ਤੇ ਕਿਸੇ ਦਾ ਨਿਰਾਦਰ ਹੋ ਰਿਹਾ ਹੈ। ਅਨੇਕ ਪ੍ਰਕਾਰ ਕੀਓ ਬਖਿਆਨ, ਅਨੇਕਾਂ ਪ੍ਰਕਾਰ ਕਰਕੇ, ਅਨੇਕਾਂ ਤਰ੍ਹਾਂ ਕਰਕੇ ਪਰਮਾਤਮਾ ਨੂੰ ਕੋਈ ਬਖਿਆਨ ਕਥਨ ਕਰ ਰਿਹਾ ਹੈ। ਅਨੇਕਾਂ ਤਰ੍ਹਾਂ ਕਰਕੇ ਸ੍ਰਿਸ਼ਟੀ ਦੇ ਆਕਾਰ ਨੂੰ ਕੋਈ ਕਥਨ ਕਰੀ ਜਾਂਦਾ ਹੈ, ਰੱਬ ਦੇ ਗੁਣਾਂ ਨੂੰ ਕਥਨ ਕਰ ਰਹੇ ਹਨ। ਅਵਲ ਅੱਲ੍ਹਾਹ ਨੂਰ ਉਪਾਇਆ ਹੈ, ਇੱਕ ਨੂਰ ਤੋਂ ਇੱਕ ਸ਼ਕਤੀ ਤੋਂ ਜੀਵਾਂ ਨੂੰ ਪੈਦਾ ਕੀਤਾ ਹੈ। ਫਿਰ ਮਹਾਰਾਜ ਹਜੂਰ ਦਾ ਫਰਮਾਨ ਆਉਂਦਾ ਨਾ, ਕੋਈ ਬੋਲੇ ਰਾਮ ਰਾਮ ਕੋਈ ਖੁਦਾਏ, ਕੋਈ ਸੇਵੈ ਗੁਸਈਆ ਕੋਈ ਅੱਲਾਹੇ, ਕਾਰਨ ਕਰਨ ਕਰੀਮ ਕਿਰਪਾ ਧਾਰ ਰਹੀਮ। ਮਹਾਰਾਜ ਕਹਿੰਦੇ ਕੋਈ ਕਿਸੇ ਢੰਗ ਨਾਲ, ਕੋਈ ਕਿਸੇ ਢੰਗ ਦੇ ਨਾਲ ਕਥਨ ਕਰ ਰਿਹਾ ਹੈ। ਇਉਂ ਪਰਮਾਤਮਾ ਨੂੰ ਵੱਖੋ ਵੱਖਰੇ ਢੰਗਾਂ ਨਾਲ ਯਾਦ ਕੀਤਾ ਜਾ ਰਿਹਾ ਹੈ। ਆਪਨ ਖੇਲ ਆਪ ਕਰ ਦੇਖੈ, ਪਰਮਾਤਮਾ ਆਪਣੀ ਸ੍ਰਿਸ਼ਟੀ ਦੇ ਖੇਲ ਨੂੰ ਆਪ ਹੀ ਪੈਦਾ ਕਰਕੇ ਦੇਖਦਾ ਪਿਆ ਹੈ। ਸ੍ਰਿਸ਼ਟੀ ਦੀ ਰਚਨਾ ਕੀਤੀ ਹੈ, ਜੀਵਾਂ ਨੂੰ ਉਤਪੰਨ ਕੀਤਾ ਹੈ, ਸੂਖਸ਼ਮ ਤੇ ਸਥੂਲ ਤੱਤਾਂ ਦੁਆਰਾ ਸ੍ਰਿਸ਼ਟੀ ਦਾ ਆਕਾਰ ਬਣਾਇਆ ਹੈ। ਇਸ ਸੰਸਾਰ ਦੀ ਆਵਾਗਮਨ ਦੀ, ਜੰਮਣ ਮਰਨ ਦੀ ਜੋ ਖੇਡ ਪਰਮਾਤਮਾ ਨੇ ਬਣਾਈ ਹੈ, ਔਰ ਜੋ ਮਰਜ਼ਾਦਾ ਪਰਮੇਸ਼ਰ ਨੇ ਸ੍ਰਿਸ਼ਟੀ ਦੀ ਬਣਾਈ ਹੈ, ਮਹਾਰਾਜ ਜੀ ਕਹਿੰਦੇ ਆਪ ਹੀ ਸਾਰੇ ਸ੍ਰਿਸ਼ਟੀ ਦੇ ਖੇਲ ਨੂੰ ਬਣਾ ਕੇ ਆਪ ਹੀ ਦੇਖਦਾ ਪਿਆ ਹੈ। ਖੇਲ ਸੰਕੋਚੈ ਤਉ ਨਾਨਕ ਏਕੈ, ਜਦੋਂ ਸਾਰੇ ਸ੍ਰਿਸ਼ਟੀ ਦੇ ਖੇਲ ਨੂੰ ਪਰਮਾਤਮਾ ਸੰਕੋਚ ਲੈਂਦਾ, ਮਹਾਂਪਰਲੋ ਕਰ ਦਿੰਦਾ, ਫਿਰ ਸਭ ਨੂੰ ਆਪਣੇ ਸਰੂਪ ਦੇ ਵੀ ਸਮੇਟ ਲੈਂਦਾ, ਅਭੇਦ ਕਰ ਦਿੰਦਾ ਹੈ। ਸੇ ਖੇਲ ਸੰਕੋਚੈ ਤਉ ਨਾਨਕ ਏਕੈ। ਸਤ ਸੰਗਤ ਜੀ, ਜਿਵੇਂ ਇੱਕ ਬਾਜੀਗਰ ਹੁੰਦਾ ਹੈ ਨਾ, ਉਹ ਬਹੁਤ ਤਰ੍ਹਾਂ ਤਰ੍ਹਾਂ ਦੇ ਖੇਲ ਦਿਖਾਉਂਦਾ ਹੈ। ਕਠਪੁਤਲੀਆਂ ਨਚਾਉਂਦਾ, ਕਿਸੇ ਨੂੰ ਲੜਾਉਂਦਾ, ਕਿਸੇ ਨੂੰ ਜਿਤਾਉਂਦਾ, ਕਿਸੇ ਨੂੰ ਹਸਾਉਂਦਾ, ਕਿਸੇ ਨੂੰ ਰਵਾ ਦਿੰਦਾ। ਪਰ ਬਰੀਕ ਜੀ ਤਾਰ ਉਹ ਬਾਜੀਗਰ ਦੇ ਹੱਥਾਂ ਵਿੱਚ ਹੁੰਦੀ ਹੈ। ਜਦੋਂ ਖੇਲ ਨੂੰ ਸਮਾਪਤ ਕਰਦਾ ਤੇ ਕੇਵਲ ਬਾਜੀਗਰ ਹੀ ਸੱਚਾ ਰਹਿ ਜਾਂਦਾ। ਮਹਾਰਾਜ ਕਹਿੰਦੇ ਇਵੇਂ ਪਰਮਾਤਮਾ ਦਾ ਸਰੂਪ ਹੈ। ਵਾਹਿਗੁਰੂ ਨੇ ਆਪਣੇ ਸਰੂਪ ਤੋਂ ਸੰਸਾਰ ਦੀ ਇੱਕ ਖੇਡ ਬਣਾਈ ਹੈ। ਬਾਜੀਗਰ ਜੈਸੇ ਬਾਜੀ ਪਾਈ, ਨਾਨਾ ਰੂਪ ਭੇਖ ਦਿਖਲਾਈ। ਮਹਾਰਾਜ ਕਹਿੰਦੇ ਐਸਾ ਉਹ ਪਰਮਾਤਮਾ ਹੈ। ਸਾਂਗ ਉਤਾਰ ਥੰਮਿਓ ਪਾਸਾਰਾ, ਤਬ ਇੱਕ ਹੈ ਏਕ ਅੰਕਾਰਾ। ਫਿਰ ਕੇਵਲ ਇੱਕ ਪਰਮਾਤਮਾ ਹੀ ਸੱਚਾ ਰਹਿ ਜਾਂਦਾ ਹੈ ਨਾ। ਸਾਰੀ ਸ੍ਰਿਸ਼ਟੀ ਦੀ ਜਦੋਂ ਮਹਾਂਪਰਲੋ ਕਰ ਦਿੰਦਾ, ਫਿਰ ਸਾਧ ਸੰਗਤ ਜੀ ਸਾਰੇ ਦੇ ਸਾਰੇ ਤਮਾਮ ਜੀਵ ਪਰਮਾਤਮਾ ਵਿੱਚ ਮਿਲ ਜਾਂਦੇ ਹਨ। ਸਾਧ ਸੰਗਤ ਜੀ, ਵਿਦਵਾਨ ਪੁਰਖਾਂ ਨੇ 4 ਪ੍ਰਕਾਰ ਦੀ ਪਰਲੋ ਮੰਨੀ ਹੈ, ਔਰ ਵਿਦਿਆ ਮਾਰਤੰਡ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਮਹਾਂਪੁਰਖ ਦਮਦਮੀ ਟਕਸਾਲ ਦੇ 12ਵੇਂ ਜਥੇਦਾਰ, ਤਿੰਨਾਂ ਮਹਾਂਪੁਰਖਾਂ ਨੇ ਆਪਣੀ ਕਥਾ ਦੇ ਵਿੱਚ 5 ਪ੍ਰਕਾਰ ਦੀ ਸ੍ਰਿਸ਼ਟੀ ਕਥਨ ਕੀਤੀ ਹੈ। ਵਾਹਿਗੁਰੂ 5 ਪ੍ਰਕਾਰ ਦੀ ਪਰਲੋ ਕਥਨ ਕੀਤੀ ਹੈ। ਇੱਕ ਸਾਧ ਸੰਗਤ ਜੀ ਨਿਤ ਪਰਲੋ, ਦੂਜੀ ਨਿਮਿਤ ਪਰਲੋ, ਤੀਜੀ ਅਵੰਤਰ ਪਰਲੋ ਤੇ ਚੌਥੀ ਮਹਾਂਪਰਲੋ। ਫਿਰ 5ਵੀਂ ਤਿੰਨਾਂ ਮਹਾਂਪੁਰਖਾਂ ਨੇ ਕਥਨ ਕੀਤੀ ਗਿਆਨ ਪਰਲੋ। ਨਿਤ ਪਰਲੋ ਉਹ ਵਾ ਸਾਧ ਸੰਗਤ ਜੀ, ਜਦੋਂ ਕੋਈ ਜੀਵ ਸੌਂ ਜਾਂਦਾ ਹੈ। ਜਦੋਂ ਅਸੀਂ ਸੌ ਜਾਂਦੇ ਹਾਂ ਤਾਂ ਸੁੱਤਿਆਂ ਪਤਾ ਨਹੀਂ ਲੱਗਦਾ। ਜਿਵੇਂ ਸਿਆਣੇ ਕਹਿੰਦੇ ਨੇ, ਸੁੱਤਾ ਬੰਦਾ ਮਰੇ ਦੇ ਬਰਾਬਰ ਹੀ ਹੁੰਦਾ। ਲਾਗੋਂ ਜੋ ਮਰਜ਼ੀ ਕੋਈ ਵਸਤੂ, ਕੋਈ ਪਦਾਰਥ, ਕੁਝ ਪੈਸੇ ਚੁੱਕ ਕੇ ਕੋਈ ਚੋਰੀ ਕਰਕੇ ਲੈ ਜਾਵੇ, ਕੋਈ ਪਤਾ ਨਹੀਂ। ਇਹਨੂੰ ਨਿਤ ਪਰਲੋ ਕਿਹਾ ਜਾਂਦਾ। ਨਿਤ ਜੀਵ ਦੇ ਅੰਦਰ ਪਰਲੋ ਆਉਂਦੀ ਹੈ ਜਦੋਂ ਸੌਂ ਜਾਂਦਾ ਹੈ। ਤੇ ਦੂਜੀ ਹੁੰਦੀ ਨਿਮਿਤ ਪਰਲੋ, ਜਦੋਂ ਜੀਵ ਦੀ ਉਮਰ ਪੂਰੀ ਹੋ ਜਾਂਦੀ ਹੈ, ਜਿੰਨੀ ਪਰਾਰਬਧ ਪਰਮਾਤਮਾ ਨੇ ਲਿਖੀ ਹੈ ਪੂਰੀ ਹੋ ਜਾਵੇ, ਦੇਸ ਕਾਲ ਵਸਤੂ ਇਹ ਤਿੰਨੇ ਇਕੱਠੇ ਹੋ ਜਾਣ ਤੇ ਜੀਵ ਦੀ ਮੌਤ ਹੋ ਜਾਂਦੀ, ਇਹਨੂੰ ਨਿਮਿਤ ਪਰਲੋ ਕਿਹਾ ਜਾਂਦਾ ਹੈ। ਤੇ ਤੀਜੀ ਸਾਧ ਸੰਗਤ ਜੀ ਹੈ ਅਵੰਤਰ ਪਰਲੋ। ਇਹ ਅਵੰਤਰ ਪਰਲੋ ਹੈ, ਧਰਤੀ ਦੇ ਜਿੰਨੇ ਵੀ ਸੰਸਾਰ ਦੇ ਜੀਵ ਹਨ ਸਾਰੇ ਮਰ ਜਾਂਦੇ ਹੈ, ਸਾਰੇ ਧਰਤੀ ਦੇ ਜੀਵ। ਤੇ ਧਰਤੀ ਤੇ ਪਾਣੀ ਪਾਣੀ ਹੋ ਜਾਂਦਾ।
ਫਿਰ ਵਿਸ਼ਨਪੁਰੀ, ਬ੍ਰਹਮਪੁਰੀ, ਇੰਦਰਪੁਰੀ, ਜਮਪੁਰੀ, ਇਹ ਜਿੰਨੀਆਂ ਵੀ ਪੁਰੀਆਂ ਹਨ ਇਹ ਕੇਵਲ ਇਹ ਬਚ ਜਾਂਦੀਆਂ ਨੇ। ਧਰਤੀ ਦੇ ਸਾਰੇ ਜੀਵ ਮਰ ਜਾਂਦੇ ਹੈ। ਇਹਨੂੰ ਸਾਧ ਸੰਗਤ ਜੀ ਅਵੰਤਰ ਪਰਲੋ ਕਿਹਾ ਜਾਂਦਾ ਹੈ। ਇਸ ਪ੍ਰਕਾਰ ਤੇ ਚੌਥੀ ਹੁੰਦੀ ਹੈ ਮਹਾਪਰਲੋ। ਇਹ ਮਹਾਪਰਲੋ ਜਦੋਂ ਆਉਂਦੀ ਹੈ ਨਾ, ਜਾਣੋ ਕਿ ਉਦੋਂ ਸਾਰੀਆਂ ਦੇਵੀ ਸ਼ਕਤੀਆਂ ਵੀ ਖਤਮ ਹੋ ਜਾਂਦੀਆਂ ਹਨ। ਸਾਰੀਆਂ ਜਿੰਨੀਆਂ ਵੀ ਦੇਵੀ ਸ਼ਕਤੀਆਂ, ਬ੍ਰਹਮਾ ਜੀ ਹੈ, ਵਿਸ਼ਨੂੰ ਹੈ, ਸ਼ਿਵ ਜੀ ਹੈ, 33 ਕਰੋੜ ਦੇਵਤੇ, 9 ਕਰੋੜ ਦੇਵੀਆਂ, ਔਰ ਜਿੰਨੀਆਂ ਵੀ ਗੈਬੀ ਸ਼ਕਤੀਆਂ ਹਨ, ਗੁਪਤ ਰੂਪ ਦੇ ਵੀ ਸ਼ਕਤੀਆਂ ਵਰਤਣ ਵਾਲੀਆਂ ਨੇ, ਪ੍ਰਤੱਖ ਰੂਪ ਦੀ ਵੀ ਸ਼ਕਤੀਆਂ ਵਰਤਣ ਵਾਲੀਆਂ ਨੇ, ਸੂਖਸ਼ਮ ਚਾਹੇ ਸਥੂਲ ਆਕਾਰਾਂ ਦੇ ਜੀਵ ਹਨ। ਭਾਵ ਜਿੰਨੇ ਵੀ ਆਕਾਰ ਹੈ ਨਾ, ਸਾਰੇ ਦੇ ਸਾਰੇ ਜੀਵਾਂ ਦੇ ਆਕਾਰ ਦੇਵੀ ਸ਼ਕਤੀਆਂ ਪਰਮਾਤਮਾ ਦੇ ਵਿੱਚ ਲੀਨ ਹੋ ਜਾਂਦੀਆਂ ਹਨ। ਔਰ ਜਿਹੜੇ ਪੰਜ ਤੱਤ ਹੈ ਸਾਧ ਸੰਗਤ ਜੀ, ਪੰਜ ਸਾਰੇ ਦੇ ਸਾਰੇ ਤਾਤੇ ਮਾਇਆ ਦੇ ਵਿੱਚ ਮਿਲ ਜਾਂਦੇ ਹੈ ਤੇ ਮਾਇਆ ਸੂਖਸ਼ਮ ਰੂਪ ਹੋ ਕਰਕੇ ਬ੍ਰਹਮ ਦੇ ਵਿੱਚ ਲੀਨ ਹੋ ਜਾਂਦੀ ਹੈ। ਇਸ ਪ੍ਰਕਾਰ ਮਹਾਰਾਜ ਕਹਿੰਦੇ ਜਦੋਂ ਮਹਾਪਰਲ ਆਉਂਦੀ ਹੈ ਨਾ, ਸਾਰੇ ਦੇ ਸਾਰੇ ਸ੍ਰਿਸ਼ਟੀ ਦੇ ਜੀਵ ਪਰਮਾਤਮਾ ਆਪਣੇ ਸਰੂਪ ਦੇ ਵਿੱਚ ਸਮੇਟ ਲੈਂਦਾ ਹੈ। ਐਸੀ ਇਹ ਸਾਧ ਸੰਗਤ ਜੀ ਪਰਮਾਤਮਾ ਦੀ ਬਣਾਈ ਹੋਈ ਪ੍ਰਕਿਰਤੀ ਦੀ ਮਰਜ਼ਾਦਾ ਹੈ। ਤੇ ਇਸ ਬਾਬਤ ਜ਼ਿਕਰ ਆਉਂਦਾ ਹੈ ਕਿ ਜਦੋਂ ਮਹਾਪਰਲ ਆਉਂਦੀ ਹੈ ਨਾ, ਉਦੋਂ ਇੱਕ ਦਿਨ ਬਤੀਤ ਹੁੰਦਾ ਬ੍ਰਹਮਾ ਦਾ, ਤੇ 14 ਇੰਦਰ ਦੇਵਤੇ ਸਾਧ ਸੰਗਤ ਜੀ ਜਨਮ ਧਾਰਨ ਕਰਕੇ ਮਰ ਜਾਂਦੇ, ਫਿਰ ਜਨਮ ਲੈ ਕੇ ਮਰ ਜਾਂਦੇ ਹੈ। ਇੰਦਰ ਦੇਵਤੇ 14 ਇੰਦਰ ਵਿਨਾਸ਼ ਕਰ ਬ੍ਰਹਮੇ ਦਾ ਇੱਕ ਦਿਵਸ ਕਹਾਵੇ। ਭਾਈ ਗੁਰਦਾਸ ਜੀ ਨੇ ਸਾਖ ਭਰੀ ਹੈ ਕਿ 14 ਇੰਦਰ ਦੇਵਤੇ ਬ੍ਰਹਮਾ ਦੇ ਇੱਕ ਦਿਨ ਜਦੋਂ ਪੂਰਾ ਹੁੰਦਾ, ਉਹਦੇ ਵਿੱਚ ਜਨਮ ਧਾਰਨ ਕਰਕੇ ਮਰ ਜਾਂਦੇ ਹੈ, ਰਾਜ ਭੋਗ ਕਰਕੇ ਫਿਰ ਜਨਮ ਲੈ ਲੈਂਦੇ ਹਨ। ਔਰ ਸਾਧ ਸੰਗਤ ਜੀ ਇਸੇ ਤਰ੍ਹਾਂ ਜਦੋਂ ਰਾਤ ਬਤੀਤ ਹੁੰਦੀ ਹੈ ਨਾ, ਫਿਰ ਮਹਾਪਰਲ ਆਉਣੇ ਦੇ ਨਾਲ ਸਾਰੀ ਸ੍ਰਿਸ਼ਟੀ ਪਰਮਾਤਮਾ ਵਿੱਚ ਸਮੇਟੀ ਜਾਂਦੀ ਹੈ। ਇੰਨਾ ਲੰਬਾ ਸਮਾਂ ਫਿਰ ਭਾਵੇਂ ਵਿਸ਼ਨੂੰ ਜੀ ਹੈ ਔਰ ਇਸੇ ਪ੍ਰਕਾਰ ਜਿੰਨੇ ਵੀ ਇਹ ਦੇਵੀ ਸ਼ਕਤੀਆਂ ਹਨ, ਮਹਾਰਾਜ ਕਹਿੰਦੇ ਸਾਰੇ ਦੇ ਸਾਰੇ ਪਰਮਾਤਮਾ ਵਿੱਚ ਲੀਨ ਹੋ ਜਾਂਦੇ ਆ ਮਹਾਪਰਲ ਆਉਣੇ ਦੇ ਨਾਲ। ਭਾਵੇਂ ਬ੍ਰਹਮਾ ਹੈ ਔਰ ਇਸੇ ਪ੍ਰਕਾਰ ਸ਼ਿਵ ਜੀ ਹੈ, ਚਾਹੇ ਵਿਸ਼ਨੂੰ ਹੈ, ਚਾਹੇ ਇੰਦਰ ਦੇਵਤਾ ਹੈ, ਸਭ ਦੀਆਂ ਉਮਰਾਂ ਪਰਮਾਤਮਾ ਨੇ ਲਿਖੀਆਂ ਹੋਈਆਂ ਨੇ। ਜਦੋਂ ਇਹਨਾਂ ਦੀਆਂ ਉਮਰਾਂ ਪੂਰੀਆਂ ਹੋ ਜਾਂਦੀਆਂ ਤੇ ਸਾਰੇ ਦੇ ਸਾਰੇ ਮਹਾਪਰਲ ਆਉਣੇ ਕਰਕੇ ਪਰਮਾਤਮਾ ਵਿੱਚ ਲੀਨ ਹੋ ਜਾਂਦੇ ਹੈ। ਤੇ ਪੰਜਵੀਂ ਹੈ ਸਾਧ ਸੰਗਤ ਜੀ ਗਿਆਨ ਪਰਲੋ। ਜਦੋਂ ਗਿਆਨ ਪਰਲੋ ਆਉਂਦੀ ਹੈ ਨਾ, ਫਿਰ ਅਦਵੈਤ ਸਰੂਪ ਕੇਵਲ ਇੱਕ ਪਰਮਾਤਮਾ ਦਾ ਸਰੂਪ ਹੀ ਨਜ਼ਰ ਆਉਂਦਾ ਹੈ। ਅਵਿਦਿਆ ਦੀ ਰਾਤ ਸਾਰੀ ਉੱਡ ਜਾਂਦੀ ਹੈ, ਅਲੋਪ ਹੋ ਜਾਂਦੀ ਹੈ। ਸਭ ਥਾਵਾਂ ਤੇ ਅਦਵੈਤ ਸਰੂਪ ਗਿਆਨ ਦਾ ਪ੍ਰਕਾਸ਼ ਹੀ ਪ੍ਰਕਾਸ਼ ਨਜ਼ਰ ਆਉਂਦਾ ਹੈ। ਇਹਨੂੰ ਕਹਿੰਦੇ ਗਿਆਨ ਪਰਲੋ। ਜਦੋਂ ਗਿਆਨ ਪਰਲੋ ਜੀਵ ਦੇ ਅੰਦਰ ਆ ਜਾਵੇ ਤੇ ਪਰਮੇਸ਼ਰ ਤੋਂ ਬਿਨਾਂ ਕੋਈ ਦੂਜਾ ਨਜ਼ਰ ਹੀ ਨਹੀਂ ਆਉਂਦਾ। ਇਸ ਪ੍ਰਕਾਰ ਸਤਿਗੁਰੂ ਜੀ ਨੇ ਫਰਮਾਨ ਕੀਤਾ, ਧੰਨ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਆਖ ਰਹੇ ਨੇ, ਆਪਨ ਖੇਲ ਆਪ ਕਰ ਦੇਖੈ, ਖੇਲ ਸੰਕੋਚੈ ਤਉ ਨਾਨਕ ਏਕ ਹੈ। ਪਰਮਾਤਮਾ ਆਪਣੀ ਖੇਡ ਨੂੰ ਬਣਾ ਕੇ ਆਪ ਹੀ ਦੇਖਦਾ ਹੈ। ਤੇ ਜਦੋਂ ਸਾਰੀ ਸ੍ਰਿਸ਼ਟੀ ਨੂੰ ਸਮੇਟਣਾ ਚਾਹੇ, ਸਾਰੀ ਸ੍ਰਿਸ਼ਟੀ ਦੇ ਖੇਲ ਨੂੰ ਖਤਮ ਕਰਨਾ ਚਾਹੇ, ਤੇ ਪਰਮਾਤਮਾ ਆਪ ਹੀ ਸੰਕੋਚ ਦਿੰਦਾ ਮਹਾਪਰਲੋ ਕਰਕੇ, ਤੇ ਸਾਰਿਆਂ ਨੂੰ ਪਰਮਾਤਮਾ ਆਪਣੇ ਦੇ ਵੀ ਸਮੇਟ ਲੈਂਦਾ ਹੈ। ਜਹ ਅਵਗਤ ਭਗਤ ਤਹ ਆਪ। ਹਜੂਰ ਕਹਿੰਦੇ ਜਿਹੜਾ ਅਵਗਤ ਵਿਅਕਤੀਗਤ ਤੋਂ ਪਰੇ ਪਰਮਾਤਮਾ ਦਾ ਸਰੂਪ ਹੈ, ਫਿਰ ਅਵਗਤ ਵਿਸ਼ੇਸ਼ ਕਰਕੇ ਪ੍ਰਾਪਤ ਹੋਣ ਵਾਲਾ। ਮਹਾਰਾਜ ਕਹਿੰਦੇ ਵਾਹਿਗੁਰੂ ਦੀ ਮਰਜ਼ਾਦਾ ਨੂੰ ਜਾਣਿਆ ਨਹੀਂ ਜਾ ਸਕਦਾ। ਉਹ ਭਗਤੀ ਕਰਨ ਵਾਲਾ ਭਗਤ ਰੂਪ ਹੋ ਕੇ ਵੀ ਵਾਹਿਗੁਰੂ ਆਪ ਹੀ ਵਰਤਣ ਵਾਲਾ ਹੈ। ਜਹ ਪਸਰੈ ਪਾਸਾਰ ਸੰਤ ਪਰਤਾਪ। ਤੇ ਜਿੱਥੇ ਵੀ ਸੰਸਾਰ ਦਾ ਪਸਾਰਾ ਪਸਰਿਆ ਹੈ, ਜਿੰਨਾ ਵੀ ਪਸਾਰਾ ਜਿੰਨਾ ਵੀ ਫੈਲਾਓ ਪਰਮਾਤਮਾ ਨੇ ਕੀਤਾ ਹੈ। ਇਹ ਜਾਣੋ ਕਿ ਬੰਦਗੀ ਕਰਨ ਵਾਲੇ ਸਤਿਪੁਰਸ਼ਾਂ ਦੇ ਪ੍ਰਤਾਪ ਕਰਕੇ ਹੈ, ਪ੍ਰਤਾਪ ਵਧਾਉਣ ਦੇ ਵਾਸਤੇ ਹੈ। ਜਿੰਨਾ ਵੀ ਸ੍ਰਿਸ਼ਟੀ ਦਾ ਪਸਾਰਾ ਪਰਮੇਸ਼ਰ ਨੇ ਬਣਾਇਆ ਹੈ, ਜੈ ਪਸਰੈ ਪਾਸਾਰ ਸੰਤ ਪ੍ਰਤਾਪ, ਅਥਵਾ ਸਤਿਪੁਰਸ਼ਾਂ ਦਾ ਨਾਮ ਜਪਣ ਵਾਲੇ ਨਾਮ ਰਸੀਆਂ ਦਾ ਹੀ ਪ੍ਰਤਾਪ ਸਭ ਥਾਵਾਂ ਤੇ ਪਰਮੇਸ਼ਰ ਨੇ ਫੈਲਾਇਆ ਹੈ। ਜੋ ਪਰਮਾਤਮਾ ਦਾ ਹੀ ਰੂਪ ਹੋ ਗਏ ਹੈ, ਜਗ ਉਹਨਾਂ ਦੀ ਉਸਤਤ ਕਰਦਾ ਹੈ। ਸਾਰਾ ਸੰਸਾਰ ਉਹਨਾਂ ਦੇ ਗੁਣਾਂ ਨੂੰ ਚੇਤੇ ਕਰਦਾ ਹੈ।
ਉਹਨਾਂ ਦੇ ਉਪਕਾਰਾਂ ਨੂੰ ਬਾਰ-ਬਾਰ ਯਾਦ ਕਰਦਾ ਹੈ। ਦੋਹੋ ਪਾਖ ਕਾ ਆਪਹਿ ਧਾਨੀ। ਦੋਹਾਂ ਪੱਖਾਂ ਦਾ ਮਾਲਕ ਪਰਮੇਸ਼ਰ ਆਪ ਹੈ, ਲੋਕ ਅਤੇ ਪਰਲੋਕ, ਸੁਖ ਅਤੇ ਦੁੱਖ, ਮਾਨ ਅਤੇ ਅਭਿਮਾਨ। ਮਾਨ ਤੇ ਜਿਹੜਾ ਸੰਸਾਰ ਦਾ ਅਪਮਾਨ ਹੈ, ਦੋਹਾਂ ਪੱਖਾਂ ਦਾ ਪਰਮੇਸ਼ਰ ਆਪ ਕਹਿੰਦੇ ਮਾਲਕ ਹੈ। ਦਿਨ ਵੀ ਤੇ ਰਾਤ ਵੀ, ਪੁੰਨ ਵੀ ਤੇ ਪਾਪ ਕਰਮਾਂ ਦਾ ਵੀ, ਪੁੰਨੀਆਂ ਤੇ ਪਾਪੀਆਂ ਦਾ ਵੀ, ਭਲਿਆਂ ਤੇ ਬੁਰਿਆਂ ਦਾ ਵੀ, ਔਗਣਹਾਰਿਆਂ ਤੇ ਗੁਣਾਵਾਨਾਂ ਦਾ ਵੀ, ਸਭ ਦਾ ਉਹ ਮਾਲਕ ਪਰਮੇਸ਼ਰ ਆਪ ਹੈ। ਜਿਹੋ ਜਿਹੇ ਵੀ ਪਰਮਾਤਮਾ ਨੇ ਸਾਧ ਸੰਗਤ ਜੀ ਜੋ ਦੋ ਪਹਿਲੂ ਬਣਾਵਣਾ ਕੀਤੇ ਹੈ ਨਾ ਪਰਮਾਤਮਾ ਨੇ, ਮਹਾਰਾਜ ਕਹਿੰਦੇ ਦੋਹਾਂ ਪੱਖਾਂ ਦਾ ਮਾਲਕ ਆਪ ਹੈ। ਭਾਵੇਂ ਦੇਵਤੇ ਹੈ ਚਾਹੇ ਦੈਂਤ ਹਨ, ਚਾਹੇ ਕੋਈ ਸੁਖੀ ਹੈ ਭਾਵੇਂ ਕੋਈ ਦੁਖੀ ਹੈ, ਭਾਵੇਂ ਕੋਈ ਸੰਸਾਰ ਦੇ ਅੰਦਰ ਕਹਿੰਦੇ ਮਾਣ ਵਾਲਾ, ਭਾਵੇਂ ਕੋਈ ਅਪਮਾਨ ਵਾਲਾ, ਕਿਹੋ ਜਿਹੇ ਜਿਹੋ ਜਿਹੇ ਵੀ ਆਕਾਰ ਦਾ ਹੈ, ਜਿਹੋ ਜਿਹੇ ਸੁਭਾਅ ਦਾ ਹੈ, ਚੰਗੇ ਸੁਭਾਅ ਦਾ ਭਾਵੇਂ ਮੰਦੇ ਸੁਭਾਅ ਦਾ ਹੈ, ਦੋਹਾਂ ਪੱਖਾਂ ਦਾ ਪਰਮੇਸ਼ਰ ਆਪ ਮਾਲਕ ਹੈ। ਉਨ ਕੀ ਸੋਭਾ ਉਨਹੁ ਬਨੀ। ਪਰਮਾਤਮਾ ਦੀ ਸੋਭਾ ਪਰਮੇਸ਼ਰ ਨੂੰ ਬਣਦੀ ਹੈ। ਪਰਮਾਤਮਾ ਦੀ ਸੋਭਾ ਪਰਮਾਤਮਾ ਨੂੰ ਬਣਨ ਵਾਲੀ ਕੋਈ ਸੋਭਾ ਕਥਨ ਕਰ ਹੀ ਨਹੀਂ ਸਕਦਾ। ਸਮਗਰ ਰੂਪ ਦੇ ਵਿੱਚ ਵਾਹਿਗੁਰੂ ਦੀ ਉਪਮਾ ਪਰਮੇਸ਼ਰ ਜੀ ਦੀ ਸੋਭਾ ਕੌਣ ਕਥਨ ਕਰ ਸਕਦਾ? ਕਿਸੇ ਵਿੱਚ ਐਨੀ ਸਮਰੱਥਾ ਨਹੀਂ ਹੈ। ਆਪਹਿ ਕੌਤਕ ਕਰੈ ਆਨੰਦ ਚੋਜ। ਧੰਨ ਗੁਰੂ ਅਰਜਨ ਦੇਵ ਸਾਹਿਬ ਪਾਤਸ਼ਾਹ ਫਰਮਾਉਂਦੇ ਹਨ, ਉਹ ਪਰਮਾਤਮਾ ਆਪ ਹੀ ਆਨੰਦ ਸਰੂਪ ਹੋ ਕਰਕੇ ਆਪਣੇ ਚੋਜਾਂ ਨੂੰ ਕੌਤਕਾਂ ਨੂੰ ਕਰਨ ਵਾਲਾ ਹੈ। ਐਸੇ ਪਰਮਾਤਮਾ ਦੇ ਚੋਜ ਹਨ ਜਿਨ੍ਹਾਂ ਨੂੰ ਜਾਣਿਆ ਨਹੀਂ ਜਾ ਸਕਦਾ। ਹੈਰਾਨੀਜਨਕ ਪਰਮਾਤਮਾ ਦੇ ਕੌਤਕ ਹਨ। ਆਪਹਿ ਰਸ ਭੋਗਨ ਨਿਰਜੋਗ। ਆਪਹਿ ਰਸ ਭੋਗਨ ਨਿਰਜੋਗ, ਆਪ ਹੀ ਸੰਸਾਰ ਦੇ ਪਦਾਰਥਾਂ ਨੂੰ ਸਭ ਰਸਾਂ ਨੂੰ ਭੋਗਣ ਵਾਲਾ ਹੈ। ਤੇ ਨਿਰਜੋਗ ਕਹੀਏ ਬੰਧਨਾਂ ਤੋਂ ਰਹਿਤ। ਜਿਹੜੇ ਜੀਵ ਸੰਸਾਰ ਦੇ ਰਸਾਂ ਨੂੰ, ਵਿਸ਼ੇ ਰਸਾਂ ਨੂੰ, ਜ਼ਬਾਨ ਦੇ ਰਸਾਂ ਨੂੰ ਭੋਗਦੇ ਉਹ ਬੰਧਨਾਂ ਦੇ ਸਹਿਤ ਹਨ। ਪਰ ਜਿਹੜੇ ਸੰਸਾਰ ਦੇ ਇਹਨਾਂ ਤੋਂ ਉਪਰਾਮ ਹੋ ਗਏ ਹੈ, ਮਹਾਰਾਜ ਜੀ ਕਹਿੰਦੇ ਹਨ ਉਹ ਨਿਰਜੋਗ ਹਨ, ਉਹ ਬੰਧਨਾਂ ਤੋਂ ਰਹਿਤ ਹੋ ਗਏ ਹਨ। ਤੇ ਇਹਨਾਂ ਨੇ ਚਿਰਦੀ ਬਿਰਤੀ ਨੂੰ ਉਪਰਾਮ ਕਰ ਲਿਆ ਹੈ। ਸੰਸਾਰ ਤੋਂ ਉਪਰਾਮ ਹੋ ਕੇ ਬ੍ਰਹਮਕਾਰ ਉਹਨਾਂ ਦੀ ਚਿਰਤੀ ਬਿਰਤੀ ਬਣ ਗਈ ਹੈ, ਬ੍ਰਹਮ ਦੇ ਵਿੱਚ ਲੀਨ ਹੋ ਕਰਕੇ ਰਹਿੰਦੀ ਹੈ। ਧੰਨ ਗੁਰੂ ਅਰਜਨ ਦੇਵ ਸਾਹਿਬ ਪਾਤਸ਼ਾਹ ਜੀ ਫਰਮਾਨ ਕਰ ਰਹੇ ਹੈ, ਆਪਹਿ ਰਸ ਭੋਗਨ ਨਿਰਜੋਗ। ਨਿਰਜੋਗ ਬੰਧਨਾਂ ਤੋਂ ਰਹਿਤ ਵੀ ਪਰਮਾਤਮਾ ਆਪ ਹੈ। ਆਪ ਹੀ ਜੀਵਾਂ ਰੂਪ ਹੋ ਕਰਕੇ ਵਿਸ਼ੇ ਸੰਸਾਰ ਦੇ ਰਸਾਂ ਨੂੰ ਭੋਗ ਰਿਹਾ ਹੈ। ਜਿਸ ਭਾਵੈ ਤਿਸ ਆਪਨ ਨਾਇ ਲਾਵੈ। ਪਰਮਾਤਮਾ ਨੂੰ ਜਿਹੜਾ ਜੀਵ ਭਾ ਜਾਵੇ ਆਪਣੇ ਨਾਮ ਦੇ ਨਾਲ ਜੋੜ ਲੈਂਦਾ। ਨਾਮ ਰੂਪ ਪੱਲੇ ਦੇ ਨਾਲ ਉਹ ਪਰਮਾਤਮਾ ਉਹਨਾਂ ਨੂੰ ਜੋੜ ਲੈਂਦਾ ਹੈ। ਜਿਸ ਭਾਵੈ ਤਿਸ ਆਪਨ ਨਾਇ ਲਾਵੈ, ਉਹਨਾਂ ਨੂੰ ਆਪਣੇ ਨਾਮ ਜਪਣ ਦੇ ਵਿੱਚ ਲਾ ਦਿੰਦਾ ਹੈ। ਇਸ ਪ੍ਰਕਾਰ ਸਾਧ ਸੰਗਤ ਜੀ ਵਾਹਿਗੁਰੂ ਦੇ ਨਾਮ ਦੀ ਦਾਤ ਪਰਮੇਸ਼ਰ ਦੀ ਕਿਰਪਾ ਕਰਕੇ ਪ੍ਰਾਪਤ ਹੁੰਦੀ ਹੈ। ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਦੀ ਮਿਹਰ ਹੋਵੇ, ਜੇ ਇਹ ਜੀਵ ਪਰਮਾਤਮਾ ਨੂੰ ਭਾ ਜਾਂਦਾ ਤਾਂ ਮਹਾਰਾਜ ਕਹਿੰਦੇ ਨਾਮ ਰੂਪ ਪੱਲੇ ਦੇ ਨਾਲ ਲੱਗਦਾ ਹੈ। ਜਿਸ ਭਾਵੈ ਤਿਸ ਖੇਲ ਖਿਲਾਵੈ। ਤੇ ਜੇ ਪਰਮਾਤਮਾ ਨੂੰ ਜਿਹੜਾ ਜੀਵ ਭਾਉਂਦਾ ਹੈ ਨਾ ਕਿ ਉਹਨੂੰ ਸੰਸਾਰ ਦੇ ਵਿੱਚ ਹੀ ਭਟਕਣਾ ਵਿੱਚ ਪਾਉਣਾ, ਉਹ ਸੰਸਾਰ ਦੀਆਂ ਖੇਡਾਂ ਹੀ ਖੇਡਦਾ ਰਹਿੰਦਾ ਹੈ। ਉਹ ਨਾਮ ਦਾ ਪੱਲਾ ਛੱਡ ਕੇ ਦੁਨੀਆ ਦੇ ਪੱਲੇ ਫੜਦਾ ਰਹਿੰਦਾ ਹੈ। ਕਦੇ ਕਿਸੇ ਪੱਲੇ ਲੱਗ ਜਾਂਦਾ, ਕਦੇ ਕਿਸੇ ਪੱਲੇ, ਕਦੇ ਕਿਸੇ ਦਰ ਤੇ ਜਾ ਕੇ ਨੱਕ ਰਗੜਦਾ ਰਹਿੰਦਾ, ਕਦੇ ਕਿਸੇ ਨੱਕ ਤੇ ਜਾ ਕੇ ਮੱਥੇ ਮਾਰਦਾ ਰਹਿੰਦਾ। ਕਿਉਂਕਿ ਪਰਮਾਤਮਾ ਨੇ ਆਪ ਹੀ ਉਸ ਨੂੰ ਬੇਸਮਝ ਕਰਕੇ, ਅਗਿਆਤ ਕਰਕੇ ਸੰਸਾਰ ਦੀ ਖੇਡ ਵਿੱਚ ਲਗਾਇਆ ਹੋਇਆ ਹੈ, ਬੇਸਮਝ ਬਣਾਇਆ ਹੈ। ਪਰਮਾਤਮਾ ਨੇ ਸੋਝੀ ਨਹੀਂ ਉਸ ਜੀਵ ਨੂੰ ਬਖਸ਼ੀ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜਿਸ ਭਾਵੈ ਤਿਸ ਖੇਲ ਖਿਲਾਵੈ। ਜਿਸ ਨੂੰ ਚਾਹੇ ਦੁਨੀਆ ਦੀ ਖੇਡ ਦੇ ਵਿੱਚ, ਸੰਸਾਰ ਭਰ ਦੇ ਕਰਮਾਂ ਦੇ ਵਿੱਚ ਹੀ ਜੀਵਾਂ ਨੂੰ ਲਗਾ ਛੱਡਦਾ ਹੈ। ਬੇਸੁਮਾਰ ਅਥਾਹ ਅਗਨਤ ਅਤੁਲੈ। ਸਤਿਗੁਰੂ ਜੀ ਸਮਾਪਤੀ ਦੀਆਂ ਪੰਕਤੀਆਂ ਵਿੱਚ ਫਰਮਾਨ ਕਰ ਰਹੇ ਆ, ਬੇਸੁਮਾਰ ਹੈ ਜਿਹਦਾ ਅੰਤ ਨਹੀਂ ਪਾਇਆ ਜਾ ਸਕਦਾ, ਜਿਸ ਨੂੰ ਗਿਣਤੀ ਮਿਣਤੀ ਵਿੱਚ ਨਹੀਂ ਲਿਆਂਦਾ ਜਾ ਸਕਦਾ। ਅਥਾਹ ਇੰਨਾ ਡੂੰਘਾਈ ਵਾਲਾ ਕਿ ਉਹਦਾ ਕੋਈ ਥਾਂ, ਕੋਈ ਵਿਸ਼ੇਸ਼ ਕਰਕੇ ਥਾਂ ਵੀ ਨਹੀਂ ਕਥਨ ਕਰ ਸਕਦਾ। ਬੇਸੁਮਾਰ ਅਥਾਹ ਅਗਨਤ, ਮਹਾਰਾਜ ਕਹਿੰਦੇ ਗਿਣਿਆ ਵੀ ਨਹੀਂ ਜਾ ਸਕਦਾ। ਅਤੋਲਿਆ ਤੋਲਿਆ ਵੀ ਨਹੀਂ ਪਰਮਾਤਮਾ ਨੂੰ ਜਾ ਸਕਦਾ।
ਭਾਵੇਂ ਵੇਦਾਂ ਸ਼ਾਸਤਰਾਂ ਰੂਪੀ ਵੱਟੇ ਲੈ ਕਰਕੇ ਮਹਾਰਾਜ ਕਹਿੰਦੇ ਕੋਈ ਤੋਲਣ ਦਾ ਯਤਨ ਕਰੇ, ਫਿਰ ਵੀ ਪ੍ਰਮਾਤਮਾ ਦੇ ਸਰੂਪ ਨੂੰ ਤੋਲਿਆ ਨਹੀਂ ਜਾ ਸਕਦਾ, ਗਿਣਿਆ ਨਹੀਂ ਜਾ ਸਕਦਾ, ਮਾਪਿਆ ਨਹੀਂ ਜਾ ਸਕਦਾ। ਐਸਾ ਬੇਸ਼ੁਮਾਰ ਤੇ ਅਥਾਹ ਵਾਹਿਗੁਰੂ ਜੀ ਦਾ ਸਰੂਪ ਹੈ। ਜਿਉ ਬੁਲਾਵਹੁ ਤਿਉ ਨਾਨਕ ਦਾਸ ਬੋਲੇ। ਸਤਿਗੁਰੂ ਅਰਜਨ ਦੇਵ ਸਾਹਿਬ ਪਾਤਸ਼ਾਹ ਮਹਾਰਾਜ ਆਖ ਰਹੇ ਨੇ, ਹੇ ਪ੍ਰਮਾਤਮਾ ਜੀ, ਜਿਵੇਂ ਆਪ ਜੀ ਸਾਨੂੰ ਬੁਲਾਉਂਦੇ ਹੋ ਤਿਵੇਂ ਅਸੀਂ ਬੋਲਦੇ ਹਾਂ। ਮਹਾਰਾਜ ਜਿਵੇਂ ਜੀਵਾਂ ਨੂੰ ਆਪ ਜੀ ਬੁਲਾਉਣਾ ਚਾਹੋ ਉਸੇ ਤਰ੍ਹਾਂ ਬੋਲ ਸਕਦੇ ਆ, ਆਪਣਾ ਕਿਸੇ ਦਾ ਬਲ ਨਹੀਂ ਹੈ। ਮਹਾਰਾਜ ਸਾਡਾ ਕੀ ਜ਼ੋਰ ਹੈ, ਸਾਡਾ ਕੀ ਬਲ ਹੈ, ਆਪਣੇ ਬਲ ਦੇ ਨਾਲ ਕੁਝ ਬੋਲ ਸਕੀਏ। ਜਿਉਂ ਬੁਲਾਵਹਿ ਤਿਉਂ ਬੋਲਹਿ ਸੁਆਮੀ, ਕੁਦਰਤ ਕਵਨ ਹਮਾਰੀ। ਮਹਾਰਾਜ ਸਾਡੀ ਕੋਈ ਕੁਦਰਤ ਸ਼ਕਤੀ ਥੋੜਾ, ਸਾਡਾ ਕੀ ਬਲ ਹੈ, ਕੋਈ ਸਾਡਾ ਬਲ ਨਹੀਂ ਹੈ। ਜਿਵੇਂ ਆਪ ਮਹਾਰਾਜ ਬੁਲਾਉਣਾ ਚਾਹੋ ਤਿਸੇ ਮਹਾਰਾਜ ਤਿਵੇਂ ਹੀ ਸਭ ਜੀਵ ਬੋਲਦੇ ਹੈ। ਸਭੈ ਘਟ ਰਾਮ ਬੋਲੇ, ਰਾਮਾ ਬੋਲੇ, ਰਾਮ ਬਿਨਾ ਕੋ ਬੋਲੇ ਰੇ। ਮਹਾਰਾਜ ਜੀ ਸਭ ਘਟਾ ਰੂਪ ਹੋ ਕਰਕੇ ਆਪ ਜੀ ਬੋਲ ਰਹੇ ਹੋ, ਸਭ ਜੀਵਾਂ ਰੂਪ ਹੋ ਕਰਕੇ ਮਹਾਰਾਜ ਆਪ ਜੀ ਬੋਲ ਰਹੇ ਹੋ। ਜੇ ਕਿਸੇ ਦੀ ਬੋਲ ਬਾਣੀ ਹੈ ਮਹਾਰਾਜ ਉਸ ਬੋਲ ਬਾਣੀ ਰੂਪ ਹੋ ਕਰਕੇ ਆਪ ਜੀ ਬੋਲ ਰਹੇ ਹੋ। ਜੀਵਾਂ ਦਾ ਕੋਈ ਆਪਣਾ ਬਲ ਨਹੀਂ ਹੈ। ਗਰੀਬ ਨਵਾਜ ਮਹਾਰਾਜ ਸੱਚੇ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਸਾਹਿਬ ਪਾਤਸ਼ਾਹ ਜੀ ਨੇ ਸੁਖਮਨੀ ਸਾਹਿਬ ਜੀ ਦੀ 21ਵੀਂ ਅਸ਼ਟਪਦੀ ਅੰਦਰ ਨਿਰਗੁਣ ਸਰੂਪ ਦਾ ਪ੍ਰਮਾਤਮਾ ਜੀ ਦਾ ਕਥਨ ਕੀਤਾ। ਫਿਰ ਅਖੀਰਲੀਆਂ 2 ਪੌੜੀਆਂ ਵੀ ਸ੍ਰਿਸ਼ਟੀ ਦਾ ਵਿਸਥਾਰ ਮਹਾਰਾਜ ਜੀ ਨੇ ਕਥਨ ਕੀਤਾ ਹੈ। ਗਰੀਬ ਨਵਾਜ ਸਤਿਗੁਰੂ ਜੀ ਮਿਹਰ ਕਰਨ ਪਾਵਨ ਉਪਦੇਸ਼ ਸਾਡੇ ਹਿਰਦਿਆਂ ਵਿੱਚ ਵਸ ਜਾਵੇ। ਗੁਰੂ ਬਚਨਾਂ ਦੀ ਕਮਾਈ ਕਰਕੇ ਜੀਵਨ ਸਫਲਾ ਬਣਾ ਸਕੀਏ। ਗੁਰਬਾਣੀ ਦੀ ਵਿਚਾਰ ਕਰਦਿਆਂ ਹੋਈਆਂ ਭੁੱਲਾਂ ਦੀ ਖਿਮਾ। ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਆਪ ਸੰਗਤ ਬਖਸ਼ਣਹਾਰ ਹੋ। ਅਗਾਹ ਵਾਸਤੇ ਅਸੀਸ ਬਖਸ਼ਣੀ ਜੀ। ਦੇਹੋ ਸੱਜਣ ਅਸੀਸੜੀਆ, ਜਿਉ ਹੋਵੈ ਸਾਹਿਬ ਸਿਓ ਮੇਲ। ਬੇਸੁਮਾਰ ਅਥਾਹ ਅਗਨਤ ਅਤੁਲੈ, ਜੋ ਬੁਲਾਵਹੁ ਤਿਉ ਨਾਨਕ ਦਾਸ ਬੋਲੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।